से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज। अब इंडिया पैसे भेजिए सिर्फ चंद क्लिक्स के जरिए। Zoom, a PayPal service, पे, सहज और सुरक्षित मनी ट्रांसफर। आप CIBC ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं, वो भी $0 ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाएं $50। अधिक जानकारी के लिए CIBC.com/transfer पर जाएं। ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ। ਉਸ ਵਕਤ ਕਈ ਸਵਾਲ ਉੱਠਦੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ। SNS lawyers को इन्हां सारे सवालों के जवाब ते तुहाडे हक लई लड़न वास्ते लियाकत है। अपने हक जानने लई या सलाह लैण लई आज ही SNS lawyers ਨੂੰ ਕਾਲ ਕਰੋ 416 655 2000। ਉਹ ਮੈਂ ਕਿਹਾ ਜਲਦੀ ਤਿਆਰ ਹੋ ਜਾ, ਫਰਨੀਚਰ ਪਸੰਦ ਕਰਦੇ ਕਰਦੇ ਵੀ स्टैंड स्टार्ट हाँ सोटी फर्नीचर ही तो जाना है अपने घर दे कोल एयरपोर्ट रोड वाली लोकेशन ते। ਹੁਣ ਨਹੀਂ, ਹੁਣ ਆਪਾਂ ਉਹਨਾਂ ਦੀ ਕੈਨੇਡੀ ਲੋਕੇਸ਼ਨ ਤੇ ਜਾਣਾ। ਹੁਣ ਉਹਨਾਂ ਦਾ ਪੂਰਾ ਸਟਾਫ ਪੂਰੀ ਕੁਆਲਿਟੀ ਨਾਲ ਇੱਕੋ ਛੱਤ ਨੀਚੇ ਆਪਣੀਆਂ ਸਰਵਿਸਿਜ਼ ਦੇਵੇਗਾ। सोडी फर्नीचर कम्युनिटी ਦਾ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਹੁਣ ਆਪਣਾ ਫਰਨੀਚਰ ਕੈਨੇਡੀ ਲੋਕੇਸ਼ਨ ਤੋਂ ਹੀ ਸੈਲ ਕਰੇਗਾ। ਆਪਣੀ ਪਸੰਦ ਦਾ ਫਰਨੀਚਰ ਵਧੀਆ ਡੀਲਸ ਤੇ ਲੈਣ ਲਈ ਅੱਜ ਹੀ ਆਓ ਇਹਨਾਂ ਦੀ ਕੈਨੇਡੀ ਲੋਕੇਸ਼ਨ 142 ਕੈਨੇਡੀ Road South, Brampton Day. Call 905-874-7171. अकाल ट्रक ल्यूब की ग्रैंड ओपनिंग ਤੁਹਾਡੇ ਜਾਣੇ ਪਹਿਚਾਨੇ ਰਾਜਾ ਜਾਂ ਫਿਚਰਸ ਟਰੱਕ ਦੀ ਬਿਹਤਰੀਨ ਕੁਆਲਿਟੀ ਸਰਵਿਸ ਦੇ ਨਾਲ ਫਿਰ ਵਾਰੰਟੀ। ਅਕਾਲ ਟਰੱਕ ਐਂਡ ਲਿਊਬ ਡਰਾਈਵ ਥਰੂ, ਅਕਾਲ ਟਰੱਕ ਐਂਡ ਲਿਊਬ ਟਰੱਕ ਵਾਸ਼, ਅਕਾਲ ਟਰੱਕ ਐਂਡ ਲਿਊਬ ਰਿਪੇਅਰ, ਅਕਾਲ ਟਰੱਕ ਐਂਡ ਲਿਊਬ ਟਾਇਰ ਸਰਵਿਸ। ਅਕਾਲ ਟਰੱਕ ਐਂਡ ਲਿਊਬ Call Jess or Raja 905-565-1100. ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਤੁਹਾਡਾ ਨਵਾਂ ਦੋਸਤ ਤੇ ਨਵਾਂ ਹੋਸਟ ਰੁਪਿੰਦਰ ਹੇਰ। ਰੇਡੀਓ ਪ੍ਰੋਗਰਾਮ ਜ਼ਿੰਦਾਬਾਦ ਲੈ ਕੇ ਹਾਜ਼ਰ ਹਾਂ ਹਰ ਸੰਡੇ ਨੂੰ ਦੁਪਹਿਰੇ 1 ਤੋਂ 2। ਇਸ ਪ੍ਰੋਗਰਾਮ ਵਿੱਚ ਗੱਲਾਂ ਹੋਣਗੀਆਂ ਤੁਹਾਡੀਆਂ, ਤੁਹਾਡੇ ਨਾਲ ਤੇ ਤੁਹਾਡੇ ਵਿਚਾਰ, ਕਮਿਊਨਿਟੀ ਦੀਆਂ ਗੱਲਾਂ, ਕਮਿਊਨਿਟੀ ਦੇ ਇਸ਼ੂਜ਼, ਤੁਹਾਡੇ ਇਸ਼ੂਜ਼, ਰੋਜ਼ ਦੇ ਇਸ਼ੂ, ਜ਼ਿੰਦਾ ਦਿਲੀ ਦੀਆਂ ਗੱਲਾਂ ਮੈਂ ਹਰ ਸੰਡੇ 1 ਤੋਂ 2 ਲੈ ਕੇ ਆਵਾਂਗਾ ਰੇਡੀਓ ਜ਼ਿੰਦਾਬਾਦ। ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, the best rates, up to 80% discounts on car insurance। ਗੱਲ ਕੀ auto, home, life, trucking fleets and non-fleets, disability, group benefits, ਕਿੱਦਾਂ ਦੀ ਵੀ coverage ਲਵੋ। Armor ਚੇਤੇ ਰੱਖੋ, Armor Insurance is partners with leading Canadian insurance companies। 24/7 online quotes 2-3 ਮਿੰਟਾਂ ਵਿੱਚ ਲਵੋ। Armor Insurance Brokers 9054525127 905-452-5127। ਰੇਡੀਓ ਜ਼ਿੰਦਾਬਾਦ ਦੇ ਸਾਰੇ ਸੁਣਨ ਵਾਲਿਆਂ ਨੂੰ ਬਹੁਤ ਨਿੱਘੀ ਜੀ ਆਇਆਂ। ਮੈਂ ਹਰ ਸੰਡੇ ਦੀ ਤਰ੍ਹਾਂ ਤੁਹਾਡਾ ਹੋਸਟ ਤੇ ਦੋਸਤ ਰੁਪਿੰਦਰ ਹੇਰ ਅੱਜ ਫਿਰ ਇੱਕ ਨਵਾਂ ਮੁੱਦਾ ਲੈ ਕੇ ਤੁਹਾਡੇ ਨਾਲ ਰੂਬਰੂ ਹੋਇਆ ਹਾਂ। ਅੱਜ ਦਾ ਸਾਡਾ ਮੁੱਦਾ ਇੱਕ ਉਹ ਮੁੱਦਾ ਹੈ ਜੋ ਕਮਿਊਨਿਟੀ ਔਰ ਸਾਡੇ ਭਾਈਚਾਰੇ ਨੂੰ, ਖਾਸ ਤੌਰ ਤੇ ਇੰਡੋ ਕੈਨੇਡੀਅਨਸ ਨੂੰ, ਉਹ ਬਹੁਤ ਅਹਿਮ ਔਰ ਇੰਪੋਰਟੈਂਟ ਮੁੱਦਾ ਬਣ ਕੇ ਸਾਹਮਣੇ ਆਉਂਦਾ ਹੈ ਹਰ ਚੀਜ਼ ਦੇ ਵਿੱਚ, ਚਾਹੇ ਉਹ ਨੈਗੇਟਿਵ ਹੋਏ ਚਾਹੇ ਪੋਜ਼ਿਟਿਵ। ਔਰ ਇਹ ਮੁੱਦਾ ਆ ਕਿ ਇੰਟਰਨੈਸ਼ਨਲ ਸਟੂਡੈਂਟਸ। ਮਗਰ ਦੋਸਤੋ ਅੱਜ ਅਸੀਂ ਇੰਟਰਨੈਸ਼ਨਲ ਸਟੂਡੈਂਟਸ ਦੀ ਨੈਗੇਟਿਵਿਟੀ, ਕਿਉਂਕਿ ਕਿਸੇ ਨਾ ਕਿਸੇ ਵਿਵਾਦ ਵਿੱਚ ਕਦੀ ਨਾ ਕਦੀ ਕੋਈ ਨਾ ਕੋਈ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਆ ਆਉਂਦੇ ਰਹਿੰਦੇ ਆ। ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਉਹਨਾਂ ਵਿਵਾਦਾਂ ਦੀ ਰੀਜ਼ਨ, ਉਹਨਾਂ ਦੇ ਚੈਲੰਜਸ, ਉਹਨਾਂ ਬਾਰੇ ਗੱਲ ਹੋਏਗੀ, ਨਾ ਕਿ ਉਹ ਵਿਵਾਦਾਂ ਬਾਰੇ। ਅੱਜ ਜਿਹੜੀ ਡਿਸਕਸ਼ਨ ਹੋਏਗੀ ਉਹਦੇ ਵਿੱਚ ਡਿਸਕਸ ਕੀਤਾ ਜਾਏਗਾ
ਕਿ ਇੰਟਰਨੈਸ਼ਨਲ ਸਟੂਡੈਂਟ ਜਦੋਂ ਇੱਥੇ ਆਉਂਦੇ ਨੇ ਉਹਨਾਂ ਦੇ ਕੀ ਮੁਸ਼ਕਲਾਂ ਨੇ ਔਰ ਕੀ ਸਰਕਾਰ ਚਾਹੇ ਸਿਟੀ ਜਾਂ ਕਮਿਊਨਿਟੀ ਇਨਕਲੂਡਿੰਗ ਉਹਨਾਂ ਦੇ ਮਾਂ-ਬਾਪ ਕੀ ਉਹ ਉਹਨਾਂ ਮੁਸ਼ਕਲਾਂ ਨੂੰ ਆਸਾਨ ਕਰਨ ਵਿੱਚ ਕਿਸੇ ਤਰ੍ਹਾਂ ਦਾ ਯੋਗਦਾਨ ਦਿੰਦੇ ਨੇ ਔਰ ਜੇ ਨਹੀਂ ਦਿੰਦੇ ਤੇ ਉਹਦਾ ਕੀ ਹੱਲ ਹੈ। ਸੋ ਅੱਜ ਦਾ ਇਹ ਮੇਨ ਮੁੱਦਾ ਹੈ। ਮੇਨ ਮੁੱਦੇ ਦੇ ਬਾਅਦ ਅਸੀਂ ਡਿਸਕਸ ਕਰਾਂਗੇ ਇੱਕ ਦੂਸਰਾ ਇੰਪੋਰਟੈਂਟ ਇਸ਼ੂ ਔਰ ਉਹ ਹੈ ਕਿ ਮਿਸੀਸਾਗਾ ਕਾਉਂਸਲ ਨੇ ਜੋ ਡਿਸੀਜਨ ਦੇਣਾ ਹੈ ਹਿੰਦੂ ਟੈਂਪਲ ਦੇ ਵਿੱਚ ਜਿਹੜਾ ਸਪੀਕਰ ਲਾਉਣ ਦੀ ਪਰਮਿਸ਼ਨ ਮੰਗੀ ਗਈ ਹੈ ਅਗਸਤ 11 ਤੋਂ ਸਤੰਬਰ 1 ਤੱਕ। ਮੈਂ ਸੁਣਨ ਵਾਲਿਆਂ ਸਾਰਿਆਂ ਲਈ ਜਾਣਕਾਰੀ ਦੇ ਦਾਂ ਕਿ ਉਸ ਦੌਰਾਨ ਕ੍ਰਿਸ਼ਨ ਜਨਮਅਸ਼ਟਮੀ, ਓਨਮ ਔਰ ਗਣੇਸ਼ ਚਤੁਰਥੀ ਦੇ 3 ਮੇਜਰ ਜਿਹੜੇ ਤਿਉਹਾਰ ਨੇ ਸਾਡੇ ਹਿੰਦੂ ਭਾਈਚਾਰੇ ਦੇ ਉਹ ਉਸ ਟਾਈਮ ਵਿੱਚ ਆਉਂਦੇ ਨੇ ਔਰ ਮੰਗ ਕੀਤੀ ਗਈ ਹੈ ਕਿ 7 ਵਜੇ ਸ਼ਾਮ ਨੂੰ 5 ਮਿੰਟ ਲਈ ਉਹਨਾਂ ਨੂੰ ਜਿਹੜੇ ਟੈਂਪਲਸ ਨੇ ਉਹਨਾਂ ਨੂੰ ਸਪੀਕਰ ਲਾਉਣ ਦੀ ਪਰਮਿਸ਼ਨ ਦਿੱਤੀ ਜਾਏ। ਕੀ ਇਹ ਮੰਗ ਜਾਇਜ਼ ਹੈ? ਕਿਉਂ ਹੈ ਇਹ ਮੰਗ ਹੋਣੀ ਚਾਹੀਦੀ ਹੈ? ਕੀ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਕਿਸੇ ਤਰ੍ਹਾਂ ਦਾ ਕੋਈ ਹੋਰ ਅਸਰ ਹੋ ਸਕਦਾ? ਇਹਦੇ ਬਾਰੇ ਅਸੀਂ ਗੱਲ ਕਰਾਂਗੇ ਬ੍ਰੇਕ ਤੋਂ ਬਾਅਦ। ਮੇਨ ਮੁੱਦਾ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਦਾ ਚੈਲੰਜਸ ਆ ਉੱਥੇ ਜਾਣ ਤੋਂ ਪਹਿਲਾਂ ਮੈਂ ਸਾਰੇ ਸੁਣਨ ਵਾਲਿਆਂ ਨੂੰ ਸਟੂਡੀਓ ਦਾ ਫੋਨ ਨੰਬਰ ਜਿਹੜਾ ਦੇਣਾ 4166201778 416 620 1778। ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਲਾਈਵ ਜੁੜ ਸਕਦੇ ਹੋ ਜੇ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ ਖਾਸ ਤੌਰ ਤੇ ਔਰ ਇਹ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ। ਤੁਹਾਡਾ ਬਹੁਤ ਸਵਾਗਤ ਹੋਏਗਾ ਜੇ ਤੁਸੀਂ ਆਪਣੇ ਕਾਲ ਜਿਹੜੀਆਂ ਨੇ ਇਸ ਨੰਬਰ ਤੇ ਕਾਲ ਕਰਕੇ ਆਪਣੇ ਵਿਚਾਰ ਡਾਇਰੈਕਟਲੀ ਸਾਨੂੰ ਮੀਡੀਆ ਦੇ ਥਰੂ ਸਾਰੀ ਕਮਿਊਨਿਟੀ ਨੂੰ ਸੁਣਨ ਵਾਲਿਆਂ ਨੂੰ ਆਪਣੀਆਂ ਮੁਸ਼ਕਲਾਂ ਜਿਹੜੀਆਂ ਉਹਨਾਂ ਨੂੰ ਜਾਣੂ ਕਰਾਓ ਤਾਂ ਕਿ ਸਾਰੀ ਕਮਿਊਨਿਟੀ ਜਿਹੜੀ ਆ ਤੁਹਾਡੀ ਮੁਸ਼ਕਲਾਂ ਤੋਂ ਜਾਣੂ ਹੋਏ। ਹੋ ਸਕਦਾ ਅਸੀਂ ਉਹਨਾਂ ਸਾਰੀਆਂ ਮੁਸ਼ਕਲਾਂ ਤੋਂ ਅਣਜਾਣ ਹੋਈਏ ਔਰ ਮੀਡੀਆ ਦੇ ਥਰੂ, ਮੀਡੀਆ ਇੱਕ ਪਾਵਰਫੁਲ ਸੋਰਸ ਹੈ, ਉਹਦੇ ਥਰੂ ਸਾਡੇ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ, ਸਿਟੀ ਦੇ ਨੁਮਾਇੰਦੇ ਨੇ, ਫੈਡਰਲ ਦੇ ਨੁਮਾਇੰਦੇ ਨੇ, ਉਹਨਾਂ ਤੱਕ ਉਹ ਪਹੁੰਚੇ ਔਰ ਕੱਲ ਨੂੰ ਤੁਹਾਡਾ ਜਿਹੜਾ ਫਿਊਚਰ ਹੈ ਉਹਦੇ ਵਿੱਚ ਤੁਹਾਡੀਆਂ ਆਉਣ ਵਾਲੇ ਹੋਰ ਸਾਥੀ ਜਿਹੜੇ ਆ ਉਹਨਾਂ ਨੂੰ ਮੁਸ਼ਕਲਾਂ ਜਿਹੜੀਆਂ ਉਸ ਨਾਲ ਸਾਹਮਣੇ ਆਉਣ। ਕੋਸ਼ਿਸ਼ ਇਹੋ ਰਹੇਗੀ ਤੁਹਾਡੀਆਂ ਕਾਲ ਦੀ ਇੰਤਜ਼ਾਰ ਰਹੇਗੀ 416 620 1778 ਤੇ ਔਰ ਤੁਸੀਂ ਫੇਸਬੁੱਕ ਲਾਈਵ ਦੇ ਉੱਤੇ ਵੀ ਇਹ ਪ੍ਰੋਗਰਾਮ ਵੇਖ ਸਕਦੇ ਹੋ ਔਰ ਨਾਲ ਹੀ ਤੁਸੀਂ www.radiozindabad.com ਤੇ ਜਾ ਕੇ ਵੀ ਇਹ ਪ੍ਰੋਗਰਾਮ ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਲਾਈਵ ਵੇਖ ਸਕਦੇ ਹੋ ਔਰ ਇਸ ਚੀਜ਼ ਦੀ ਜਾਣਕਾਰੀ ਲੈ ਸਕਦੇ ਹੋ ਕਿ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਕੈਨੇਡਾ ਵਿੱਚ ਆ ਰਹੇ ਨੇ ਉਹਨਾਂ ਦੀਆਂ ਕੀ ਚੈਲੰਜਸ ਨੇ, ਕੀ ਮੁਸ਼ਕਲਾਂ ਨੇ ਔਰ ਹੋ ਸਕੇ ਤੇ ਜੇ ਅਗਰ ਕਾਲਸ ਆਉਂਦੀਆਂ ਨੇ ਤੁਸੀਂ ਇੰਟਰਨੈਸ਼ਨਲ ਸਟੂਡੈਂਟਸ ਦੇ ਆਪ ਜ਼ੁਬਾਨੀ ਉਹ ਪ੍ਰੋਗਰਾਮ ਜਿਹੜੇ ਉਹਨਾਂ ਦੀਆਂ ਮੁਸ਼ਕਲਾਂ ਸੁਣ ਸਕਦੇ ਹੋ। ਇਸ ਤੋਂ ਪਹਿਲਾਂ ਕਿ ਅਸੀਂ ਮੇਨ ਮੁੱਦੇ ਵੱਲ ਵਧੀਏ ਤੁਸੀਂ ਆਪਣੇ ਵਿਚਾਰ ਸਾਂਝੇ ਰੱਖੋ, ਆਪਣੀਆਂ ਕਾਲਸ ਤਿਆਰ ਰੱਖੋ 416 620 1778 ਤੇ ਔਰ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਖੂਬਸੂਰਤ ਗਾਣੇ ਦੇ ਨਾਲ। ਸਾਡੇ ਇਨਫੈਕਟ ਇੱਕ ਕਾਲਰ ਜੁੜ ਵੀ ਚੁੱਕੇ ਨੇ, ਉਹਨਾਂ ਨੂੰ ਲਾਈਨ ਹੋਲਡ ਕਰਨ ਲਈ ਰਿਕੁਐਸਟ ਕੀਤੀ ਜਾਂਦੀ ਹੈ। ਇਸ ਗਾਣੇ ਤੋਂ ਬਾਅਦ ਤੁਹਾਡੀ ਪਹਿਲਾਂ ਕਾਲ ਲਈ ਜਾਏਗੀ। ਕਾਲਰ ਨੇ ਗੁਰਜੰਤ ਸਿੰਘ। ਤੁਸੀਂ ਸਿਰਫ ਇੱਕ ਗਾਣੇ ਦਾ ਇੰਤਜ਼ਾਰ ਕਰੋ। ਇਹ ਗਾਣਾ ਵੀ ਤੁਹਾਡੇ ਨਾਲ ਟੁਕਦਾ ਆ ਔਰ ਇਹਦੇ ਵਿੱਚ ਕਾਫੀ ਸਾਰੀ ਸਮਝ ਜਿਹੜੀ ਆ ਉਹ ਇਸ ਪ੍ਰੋਗਰਾਮ 'ਚ ਦਿੱਤੀ ਜਾਣੀ ਉਹ ਦਿੱਤੀ ਜਾ ਰਹੀ ਹੈ। ਰਾਤੋਂ ਦੂਰ ਹੋਏ ਦੁਨੀਆ ਨਵੀਂ ਚ ਆਏ ਔਖੀਆਂ ਕਮਾਈਆਂ ਹੋਣੀਆਂ। ਰਾਤੋਂ ਦੂਰ ਹੋਏ ਦੁਨੀਆ ਨਵੀਂ ਚ ਆਏ ਔਖੀਆਂ ਕਮਾਈਆਂ ਹੋਣੀਆਂ। ਔਖੇ ਸੌਖੇ ਹੋ ਕੇ ਜਦੋਂ ਭੇਜਿਆ ਸੀ ਮਾਪਿਆਂ ਨੇ, ਔਖੇ ਸੌਖੇ ਹੋ ਕੇ ਜਦੋਂ ਭੇਜਿਆ ਸੀ ਮਾਪਿਆਂ ਨੇ। ਸੁਪਨੇ ਉਹ ਪੂਰੇ ਦੱਸੀ ਹੋਏ ਕਿ ਨਹੀਂ ਜੀ ਤੁਹਾਡੇ, ਬਾਪੂ ਜੀ ਵੀ ਪੁੱਛਦੇ ਸੀ ਪੁੱਤ ਸਾਡੇ ਪੈਰਾਂ ਤੇ ਖਲੋਏ ਕਿ ਨਹੀਂ ਜੀ ਤੁਹਾਡੇ, ਬਾਪੂ ਜੀ ਵੀ ਪੁੱਛਦੇ ਸੀ। ਰਾਤੋਂ ਦੂਰ ਹੋਏ ਦੁਨੀਆ ਨਵੀਂ ਚ ਆਏ ਔਖੀਆਂ ਕਮਾਈਆਂ ਹੋਣੀਆਂ। ਰਾਤੋਂ ਦੂਰ ਹੋਏ ਦੁਨੀਆ ਨਵੀਂ ਚ ਆਏ ਔਖੀਆਂ ਕਮਾਈਆਂ ਹੋਣੀਆਂ।
रखड़ी चिट्ठी दे विच गुट उत्ते बन खुश होए ए नहीं जी आई रखड़ी चिट्ठी दे विच ਵੀਰੇ ਓ ਭਰਾਵੋ ਮੇਰੀ ਮਿੱਟੀ ਦੇ ਓ ਵਾਰਸ ਹੋਵੇ ਆਸ ਦੀ ਖੂਹੀ ਚੋਂ ਪਾਣੀ ਮੁੱਕ ਜਾਵੇ ਨਾ ਵੇ ਉਹਨਾਂ ਸਦਰਾਂ ਦੀ ਵੇਲ ਹਰੀ ਵੇਖਿਓ ਯੋਡੀਕਾ ਵਿੱਚ ਸੁੱਕ ਜਾਵੇ ਨਾ ਵੇ ਉਹਨਾਂ ਸਦਰਾਂ ਦੀ ਵੇਲ ਕਰਾਂ ਨੂੰ ਦੂਰ ਹੋਏ ਦੁਨੀਆ ਨਵੀਂ ਚ ਆਏ ਔਖੀਆਂ ਕਮਾਈਆਂ ਹੋਣੀਆਂ ਬਣ ਕੇ ਸਿਆਣੇ ਅੱਧੇ ਬਣ ਬੀਬੇ ਰਾਣੇ ਤੁਸੀਂ ਛੇਤੀ ਛੇਤੀ ਕਰ ਲੋ ਪੜਾਈਆਂ ਪੂਰੀਆਂ ਫੇਰ ਤੁਹਾਡੇ ਵਿਆਹ ਵੀ ਤਾਂ ਕਰਨੇ ਨੇ ਜੋੜ ਜੋੜ ਰੱਖਿਓ ਕਮਾਈਆਂ ਪੂਰੀਆਂ ਫੇਰ ਤੁਹਾਡੇ ਵਿਆਹ ਵੀ ਤਾਂ ਕਰਨੇ ਨੇ ਉੱਕਾ ਚੁੱਕਾ ਦੋਸਤੋ ਤੁਸੀਂ ਇਸ ਗਾਣੇ ਵਿੱਚ ਕਾਫੀ ਇੱਕ ਖੂਬਸੂਰਤ ਸੁਨੇਹਾ ਸੁਣਿਆ ਕਿ ਇੱਕ 19 ਸਾਲ ਦਾ 20 ਸਾਲ ਦਾ ਬੱਚਾ ਆਪਣੇ ਘਰ ਦੀ ਰੋਟੀ ਖਾਂਦਾ ਹੋਇਆ ਘਰ ਦੀਆਂ ਸੁੱਖ ਸਹੂਲਤਾਂ ਤੋਂ ਹਾਈ ਸਕੂਲ ਪੂਰਾ ਕਰਦਿਆਂ ਵੀਜ਼ਾ ਮਿਲਦਾ ਹੈ ਔਰ ਇੱਕ ਫਲਾਈਟ ਲੈ ਕੇ ਕੈਨੇਡਾ ਲੈਂਡ ਕਰ ਜਾਂਦਾ ਹੈ। ਨਵੀਂ ਧਰਤੀ, ਨਵੀਂ ਜ਼ੁਬਾਨ, ਨਵੇਂ ਕਲਚਰ, ਨਵਾਂ ਸਾਰਾ ਕੁਝ ਨਵਾਂ। ਔਰ ਬਹੁਤ ਸਾਰੇ ਸਾਡੇ ਇੰਟਰਨੈਸ਼ਨਲ ਸਟੂਡੈਂਟਸ ਉਹ ਵੀ ਆਉਂਦੇ ਨੇ ਜਿਨ੍ਹਾਂ ਨੂੰ ਕੋਈ ਵੀ ਕੈਨੇਡਾ ਦੇ ਵਿੱਚ ਜਾਣਕਾਰ ਵੀ ਨਹੀਂ ਮਿਲਦਾ, ਕੋਈ ਉਹਨਾਂ ਦਾ ਰਿਸ਼ਤੇਦਾਰ ਨਹੀਂ ਹੁੰਦਾ ਔਰ ਮਾਂ-ਬਾਪ ਆਪਣੀਆਂ ਪੂਰੀਆਂ ਸਦਰਾਂ ਦੇ ਨਾਲ ਉਹਨਾਂ ਨੂੰ ਇੱਕ ਨਵਾਂ ਫਿਊਚਰ ਬਣਾਉਣ ਵਾਸਤੇ ਕੈਨੇਡਾ ਭੇਜ ਦਿੰਦੇ ਨੇ। ਹੋ ਸਕਦਾ ਹੈ ਕਿ ਮਾਂ-ਬਾਪ ਇਹਨਾਂ ਮੁਸ਼ਕਲਾਂ ਤੋਂ ਜਾਣਕਾਰ ਨਾ ਹੋਣ, ਮਗਰ ਜਦੋਂ ਉਹ ਇੱਕ 19-20 ਸਾਲ ਦਾ ਨੌਜਵਾਨ ਜਾਂ ਲੜਕਾ ਜਾਂ ਲੜਕੀ ਇੱਥੇ ਲੈਂਡ ਕਰਦੇ ਨੇ, ਉਤਰਦਿਆਂ ਸਾਰ CBSA ਆਫਿਸਰਸ ਦੀ ਇੰਟਰਵਿਊ ਤੋਂ ਲੈ ਕੇ 에ਅਰਪੋਰਟ ਤੋਂ ਐਗਜ਼ਿਟ ਲੈਣਾ, ਟੈਕਸੀਆਂ ਲੈਣੀਆਂ, ਪਹੁੰਚਣਾ, ਰਾਤ ਰਹਿਣਾ ਔਰ ਹਰ ਟਾਈਮ ਜੋ ਮੈਸੇਜ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਨੂੰ ਮਿਲ ਕੇ ਗਿਆ ਹੁੰਦਾ ਉਹ ਹੈ ਕਿ ਕੈਨੇਡਾ 'ਚ ਪੜ੍ਹਾਈ ਬੜੀ ਮਹਿੰਗੀ ਹੈ। ਸੋ ਖਰਚਾ, ਡਾਲਰ, ਇਹ ਸਾਰੀਆਂ ਚੀਜ਼ਾਂ ਉਹਨਾਂ ਦੇ ਉੱਤੇ ਦਿਮਾਗ ਦੇ ਉੱਤੇ ਚੱਲਦਿਆਂ ਇੱਕ 19-20 ਸਾਲ ਦਾ ਬੱਚਾ ਸਡਨਲੀ ਇੱਕ ਮੌਜ ਮਸਤੀ ਚੋਂ ਮਾਂ ਦੇ ਹੱਥ ਦੀਆਂ ਗਰਮ ਰੋਟੀਆਂ ਖਾਂਦਾ ਖਾਂਦਾ ਉਹ ਕੈਨੇਡਾ 'ਚ ਪਹੁੰਚ ਜਾਂਦਾ ਹੈ, ਜਿੱਥੇ ਉਹਨੂੰ ਇਹ ਨਹੀਂ ਪਤਾ ਉਹਨੇ ਰਹਿਣਾ ਕਿੱਥੇ ਹੈ, ਉਹਨੂੰ ਇਹ ਨਹੀਂ ਪਤਾ ਕਿ ਉਹਦੇ ਕਾਲਜ ਜਾਣ ਵਾਸਤੇ ਉਹਨੂੰ ਬੱਸ ਦਾ ਰੂਟ ਕਿਹੜਾ ਚਾਹੀਦਾ ਹੈ ਔਰ ਉਹਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਐਸੀ ਫੈਸਿਲਿਟੀ ਨਹੀਂ ਹੈ ਕਿ ਜਿਹੜੀ ਗਵਰਨਮੈਂਟ ਵੱਲੋਂ ਪ੍ਰੋਵਾਈਡ ਕੀਤੀ ਜਾਏ ਕਿ ਜਿਹਨੂੰ ਉਹਨੂੰ ਉਹਦੀ ਰਿਸੈਪਸ਼ਨ ਹੈ, ਉਹਨੂੰ ਰਿਸੀਵ ਕੀਤਾ ਗਿਆ ਔਰ ਉਹਨੂੰ ਕਿਸੇ ਨੇ ਜਾਣਕਾਰੀ ਦਿੱਤੀ ਹੈ। ਇਹ ਬਹੁਤ ਆਸਾਨ ਹੈ ਕਿ ਜਦੋਂ ਕੋਈ 1-2% ਇੰਟਰਨੈਸ਼ਨਲ ਸਟੂਡੈਂਟ ਜਿਹੜੇ ਆ ਉਹ ਕੋਈ ਗਲਤੀਆਂ ਕਰਦੀਆਂ ਨੇ ਔਰ ਹੁੰਦੀਆਂ ਨੇ, ਵਿਵਾਦ 'ਚ ਆਉਂਦੇ ਨੇ ਔਰ ਸਾਰੇ ਹੀ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਆ ਉਹ ਬਦਨਾਮ ਹੋ ਜਾਂਦੇ ਨੇ। ਅੱਜ ਦਾ ਇਹ ਪ੍ਰੋਗਰਾਮ ਇੰਟਰਨੈਸ਼ਨਲ ਸਟੂਡੈਂਟਸ ਦੇ ਉਹਨਾਂ ਚੈਲੰਜਸ ਬਾਰੇ ਗੱਲ ਕਰਨ ਲਈ ਲੋੜ ਹੈ। ਹੋ ਸਕਦਾ ਅਸੀਂ ਆਪਣੇ ਦਿਮਾਗ 'ਚ ਗੱਲ ਲਿਆਉਂਦੇ ਹੋਈਏ, ਮਗਰ ਅੱਜ ਜਦੋਂ ਅਸੀਂ ਚਰਚਾ ਕਰਾਂਗੇ ਤਾਂ ਉਹ ਮੁਸ਼ਕਲਾਂ ਜਿਹੜੀਆਂ ਨੇ ਅਸੀਂ ਹਮੇਸ਼ਾ ਯਾਦ ਰੱਖਾਂਗੇ ਜਦੋਂ ਅਸੀਂ ਕਿਸੇ ਵੀ ਇੰਟਰਨੈਸ਼ਨਲ ਸਟੂਡੈਂਟ ਨੂੰ ਮਿਲਦੇ ਹਾਂ, ਵੇਖਦੇ ਹਾਂ, ਉਹਨੂੰ ਹਾਇਰ ਕਰਦੇ ਹਾਂ, ਉਹਨੂੰ ਇੰਪਲੋਏ ਕਰਦੇ ਹਾਂ ਔਰ ਕਦੀ ਵੀ ਜਦੋਂ ਕੋਈ ਨੈਗੇਟਿਵ ਪ੍ਰੋਪੇਗੈਂਡਾ ਜਿਹੜਾ ਆ ਉਹਨਾਂ ਦੇ ਖਿਲਾਫ ਹੁੰਦਾ ਆ, ਉਦੋਂ ਸਾਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮਦਦ ਕਰਨਗੀਆਂ ਇੱਕ ਆਪਣਾ ਓਪੀਨੀਅਨ ਦੇਣ 'ਚ ਜੋ ਬਾਇਸ ਨਹੀਂ ਹੋਏਗਾ। ਸਾਡੇ ਨਾਲ ਕਾਲਰ ਇੱਕ ਜੁੜੇ ਹੋਏ ਨੇ, ਗੁਰਜੰਤ। ਤੁਸੀਂ ਗੁਰਜੰਤ ਔਨ ਦਾ 에ਅਰ ਹੋ, ਤੁਸੀਂ ਰੇਡੀਓ ਜ਼ਿੰਦਾਬਾਦ ਤੇ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਤੇ ਤੁਸੀਂ ਆਪਣੀ ਇੰਟਰੋਡਕਸ਼ਨ ਦਿਓ, ਦੱਸੋ ਕਿ ਤੁਸੀਂ ਅਗਰ ਇੰਟਰਨੈਸ਼ਨਲ ਸਟੂਡੈਂਟ ਹੋ ਜਾਂ ਇੱਥੇ ਦੇ ਸਟੂਡੈਂਟ ਹੋ ਤੇ ਤੁਸੀਂ ਆਪਣੇ ਕੀ ਵਿਚਾਰ ਰੱਖਦੇ ਹੋ। ਹਾਂਜੀ, ਪਹਿਲਾਂ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿਹੜੇ ਰੇਡੀਓ ਸੁਣ ਰਹੇ ਆ ਜੀ। ਸਤਿ ਸ਼੍ਰੀ ਅਕਾਲ ਜੀ। ਪਨਵਾ ਮੇਰਾ ਪਿੰਡ ਆ ਜੀ ਤੇ ਜਿਵੇਂ ਤੁਸੀਂ ਪਹਿਲਾਂ ਦੇ ਗਾਣਾ ਲਾਇਆ ਸਰਤਾਜ ਜੀ ਦਾ, ਬਹੁਤ ਸੋਹਣਾ ਮਤਲਬ ਜਿਹੜਾ ਉਹਦੇ ਨਾਲ ਜਿਹੜੀਆਂ ਹਰ ਇੱਕ ਸਟੂਡੈਂਟ ਦੀਆਂ ਜਿਹੜੀਆਂ ਭਾਵਨਾਵਾਂ ਉੱਠ ਪੈਂਦੀਆਂ ਨੇ। ਸੋ ਰੱਖੜੀ ਲੰਘ ਕੇ ਗਈ ਆ, ਵਾਕਿਆ ਹੀ ਜਿਹੜੀ ਰੱਖੜੀ ਚਿੱਠੀ 'ਚ ਪਾ ਕੇ ਮੇਰੀ ਵੀ ਆਈ ਆ, ਮੇਰੀ ਸਿਸਟਰ ਨੇ ਭੇਜੀ ਆ। ਤੇ ਬਾਕੀ ਜਿਹੜੀਆਂ
ਇਹ ਭਾਵਨਾਵਾਂ ਤੇ ਇੱਕ ਪਾਸੇ ਨੇ। ਬਾਕੀ ਜੇ ਆਪਾਂ ਸਟੂਡੈਂਟ ਦੀ ਲਾਈਫ ਵੇਖੀਏ ਸਰ ਬਹੁਤ ਔਖੀ ਹੈ, ਕਿਉਂਕਿ ਜਦੋਂ ਬੰਦਾ ਸੋਚਦਾ ਮੇਰਾ ਵੀਜ਼ਾ ਲੱਗ ਜਾਵੇ ਹੈ ਨਾ, ਜਿਵੇਂ ਕੈਨੇਡਾ ਪਹੁੰਚ ਜਾਵਾਂ, ਇੱਥੇ ਏਅਰਪੋਰਟ ਤੇ ਆਉਂਦਾ ਉਹਨੂੰ, ਜਿਵੇਂ ਤੁਸੀਂ ਗੱਲਾਂ ਕਰ ਰਹੇ ਵੀ ਉਹਨੂੰ ਲੈਣ ਆਉਂਦੇ ਰਹਿਣਾ ਉਹਦਾ ਕਿਵੇਂ ਆ। ਸੋ ਬੰਦਾ ਕੀ ਸਟਰਗਲ ਕਰਦਾ ਜਦੋਂ ਪਹਿਲਾਂ ਸਟੱਡੀ ਦੇ ਨਾਲ ਕੰਮ ਲੱਭਣਾ, ਫਿਰ ਕੰਮ ਵੀ ਕਰਨਾ, ਕਾਲਜ ਵੀ ਜਾਣਾ, ਤੇ ਕਾਲਜ ਤੋਂ ਆ ਕੇ ਆਪਣੀ ਰੋਟੀ ਬਣਾ ਕੇ ਤੇ ਪੈਕ ਕਰਨੀ, ਤੇ ਕੰਮ ਤੇ ਜਾਣਾ ਆ, ਕੰਮ ਤੋਂ ਆ ਕੇ ਕਾਲਜ ਜਾਣਾ। ਸੋ ਇਹ ਬਹੁਤ ਸਟਰਗਲ ਵਾਲੀ ਲਾਈਫ ਆ। ਸਾਡੀ ਕਮਿਊਨਿਟੀ ਨੂੰ ਚਾਹੀਦਾ ਹੈ ਕਿ ਉਹਨਾਂ ਦੀ ਮਦਦ ਕਰਨੀ, ਕਿਉਂਕਿ ਮੈਂ ਵੀ ਇੱਕ ਸਟੂਡੈਂਟ ਹਾਂ, ਸੋ ਮੈਂ ਵੀ ਬਹੁਤ ਚੀਜ਼ਾਂ ਫੇਸ ਕਰਦਾ ਰਿਹਾ ਵੀ ਹਾਂ, ਕਰਦਾ ਵੀ ਹਾਂ। ਸੋ ਜਿਹੜਾ ਸਟੂਡੈਂਟ ਆ ਉਹਦੇ ਵਾਸਤੇ ਮਤਲਬ PR ਤੱਕ ਜਿਹੜਾ ਸਫ਼ਰ ਬਹੁਤ ਔਖਾ ਆ, ਕਿਉਂਕਿ ਆਪਾਂ ਜਦੋਂ ਕਾਲਜ ਜਾਂਦੇ ਹਾਂ, ਕੰਮ ਕਰਦੇ ਹਾਂ, ਕਈ ਬੰਦੇ, ਮਤਲਬ ਮੈਂ ਸਾਰੇ ਨਹੀਂ ਕਹਿੰਦਾ, ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਮਤਲਬ ਕਈ ਬੰਦੇ ਪੈਸੇ ਮਾਰ ਲੈਂਦੇ ਆ, ਕੰਮ ਨਹੀਂ ਦਿੰਦੇ ਹਨਾ। ਉਹ ਸਟੂਡੈਂਟ ਦੇ ਵਿਚਾਰੇ ਨੇ ਫੀਸਾਂ ਭਰਨੀਆਂ, ਸਾਰਾ ਕੁਝ, ਜੇ ਉਹ ਦਿਨ ਰਾਤ ਜਾ ਕੇ ਆਪਾਂ ਸਰਵਾਈਵ ਕਰ ਰਿਹਾ ਤੇ ਸਾਨੂੰ ਉਹਦੀ ਮਦਦ ਕਰਨ ਦੀ ਬਹੁਤ ਜ਼ਰੂਰਤ ਹੈ। ਗੁਰਜੰਤ, ਬਹੁਤ ਬਹੁਤ ਧੰਨਵਾਦ। ਪਹਿਲਾਂ ਤੇ ਰੱਖੜੀ ਤੁਹਾਨੂੰ ਬਹੁਤ ਬਹੁਤ ਵਧਾਈ, ਤੇ ਤੁਹਾਡੀ ਇਹਨੂੰ ਅਸੀਂ ਰੇਡੀਓ ਜ਼ਿੰਦਾਬਾਦ ਤੋਂ ਕਾਮਨਾ ਕਰਦੇ ਹਾਂ ਕਿ ਤੁਹਾਡੀ ਸਿਸਟਰ ਜਿਨ੍ਹਾਂ ਨੇ ਰੱਖੜੀ ਭੇਜੀ ਆ ਉਹਨਾਂ ਦੀਆਂ ਮੁਰਾਦਾਂ ਜਿਹੜੀਆਂ ਨੇ ਪੂਰੀਆਂ ਹੋਣ, ਤੇ ਤੁਸੀਂ ਉਹਨਾਂ ਦੇ ਪਿਆਰ ਤੇ ਪੂਰੇ ਉਤਰੋ। ਤੇ ਜਿਹੜੀ ਤੁਸੀਂ ਮੁਸ਼ਕਲਾਂ ਦੱਸੀਆਂ ਨੇ, ਜੇ ਅਸੀਂ ਗੌਰ ਨਾਲ ਸੋਚੀਏ ਤੇ ਅਸੀਂ ਜ਼ਰੂਰ ਇਹਨਾਂ ਚੀਜ਼ਾਂ ਦੇ ਵਾਕਿਫ ਹਾਂ, ਔਰ ਸਾਨੂੰ ਮਹਿਸੂਸ ਵੀ ਹੁੰਦਾ ਆ, ਕਿਉਂਕਿ ਵੇਖੋ ਸਾਡੇ ਬੱਚੇ ਜਿਹੜੇ ਇੱਥੇ ਵੱਡੇ ਹੋ ਰਹੇ ਨੇ, ਉਹ ਘਰ ਦੀ ਰੋਟੀ ਖਾਂਦੇ ਆ, ਉਹਨਾਂ ਨੂੰ ਰੋਟੀ ਬਣਾਉਣ ਦੀ ਚਿੰਤਾ ਨਹੀਂ। ਔਰ ਇੱਕ ਸਟੂਡੈਂਟ ਜਿਹੜਾ ਆ ਰਿਹਾ, ਉਹਨੇ ਆਪਣੀ ਫੀਸ ਵੀ ਕੱਢਣੀ ਆ, ਉਹਨੇ ਡਾਲਰਾਂ 'ਚ ਕਮਾਈ ਕਰਨੀ ਆ, ਔਰ ਉਹਦੇ ਕੋਲ ਜੋ ਪਾਰਟ ਟਾਈਮ ਕੰਮ ਕਰਨ ਦੀ ਸਿਰਫ ਉਹਦੀ ਪਰਮਿਸ਼ਨ ਹੈਗੀ ਆ, ਉਹ 40 ਘੰਟੇ ਕੰਮ ਵੀ ਨਹੀਂ ਕਰ ਸਕਦਾ। ਔਰ ਉਹਦੇ ਨਾਲ ਸਾਨੂੰ ਸਾਰਿਆਂ ਨੂੰ ਪਤਾ ਆ ਕਿ ਮਹਿੰਗਾਈ ਕਿੰਨੀ ਆ, ਖਰਚੇ ਕਿੰਨੇ ਆ। ਔਰ ਸਭ ਤੋਂ ਵੱਡੀ ਚੀਜ਼ ਆ ਕਿ ਤੁਸੀਂ ਆਪਣੇ ਮਾਂ-ਬਾਪ ਨੂੰ ਜਾਂ ਆਪਣੇ ਜਿਹੜੇ ਭੈਣ ਭਾਈ ਪਿੱਛੇ ਹੈਗੇ ਉਹਨਾਂ ਨੂੰ ਤੁਸੀਂ ਸਟ੍ਰੈਸ ਨਹੀਂ ਦੇਣਾ ਚਾਹੁੰਦੇ। ਕਿ ਜਦੋਂ ਮੈਂ ਇੰਟਰਨੈਸ਼ਨਲ ਸਟੂਡੈਂਟਸ ਨਾਲ ਇੰਟਰੈਕਟ ਕੀਤਾ ਆ, ਮੈਂ ਇਹ ਰਿਅਲਾਈਜ਼ ਕੀਤਾ ਆ ਕਿ ਜਿਵੇਂ ਸਾਡੇ ਬੱਚਿਆਂ ਨੂੰ ਇੱਥੇ ਬਹੁਤ ਸੁੱਖ ਆਰਾਮ ਹੈਗਾ, ਔਰ ਉਹਨਾਂ ਦੇ ਮਾਂ-ਬਾਪ ਇੱਥੇ ਨੇ, ਉਹ ਆਪਣਾ ਸਟ੍ਰੈਸ ਜਿਹੜੀ ਆ ਉਹ ਗੱਲਬਾਤ ਕਰਕੇ ਕੱਢ ਸਕਦੇ ਆ, ਉਹਨਾਂ ਨੂੰ ਘਰ ਆਇਆਂ ਨੂੰ ਕੋਈ ਪੁੱਛਣ ਵਾਲਾ ਹੈ। ਸੋ ਇੰਟਰਨੈਸ਼ਨਲ ਸਟੂਡੈਂਟਸ ਮਾਂ-ਬਾਪ ਤੋਂ ਲੈ ਕੇ ਭੈਣ ਭਰਾ ਦਾ ਰੋਲ ਸਾਰਾ ਖੁਦ ਕਰ ਰਿਹਾ ਕਿ, ਤੇ ਇਹ ਪੁਆਇੰਟ ਤੁਹਾਡਾ ਬਹੁਤ ਜਾਇਜ਼ ਆ, ਔਰ ਮੈਂ ਇਸ ਚੀਜ਼ ਦੀ ਜ਼ਰੂਰ ਸ਼ਲਾਘਾ ਕਰਦਾ ਕਿ ਤੁਸੀਂ ਲੋਕ ਬਹੁਤ ਮਿਹਨਤ ਕਰ ਰਹੇ ਹੋ। ਨਾਟ ਓਨਲੀ ਮਿਹਨਤ ਕਰ ਰਹੇ ਹੋ, ਸਾਨੂੰ ਇਹ ਵੀ ਪਤਾ ਹੈ ਕਿ ਸਾਡੇ ਬੱਚਿਆਂ ਨਾਲੋਂ ਜ਼ਿਆਦਾ ਤੁਸੀਂ ਫੀਸਾਂ ਦੇ ਰਹੇ ਹੋ, ਕਿਉਂਕਿ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ। ਔਰ ਜਿੰਨਾ ਚਿਰ ਤੱਕ ਤੁਸੀਂ PR ਨਹੀਂ ਹੁੰਦੇ, ਤੁਹਾਡੀ ਇਹ ਜਦੋਜਹਿਦ ਜਿਹੜੀ ਹੈ, ਸਟਰਗਲ ਆ, ਹਰ ਮੋੜ ਦੇ ਉੱਤੇ ਜਿਹੜੀ ਆ, ਚਾਹੇ ਉਹ ਲਾਇਰ ਦੇ ਪੈਸੇ ਦੇਣੇ ਆ, ਤੁਹਾਡੀ ਆਪਣੀ ਜੇਬ ਜਿਹੜੀ ਆ ਉਹੀ ਇਹ ਖਰਚਾ ਚੁੱਕਦੀ ਆ। ਔਰ ਰੇਡੀਓ ਜ਼ਿੰਦਾਬਾਦ ਵੱਲੋਂ ਤੁਹਾਡਾ ਬਹੁਤ ਧੰਨਵਾਦ ਆ, ਤੁਸੀਂ ਆਏ, ਤੁਸੀਂ ਆਪਣੇ ਵਿਚਾਰ ਦਿੱਤੇ ਆ। ਆਈ ਐਮ ਸ਼ੋਰ ਕਿ ਤੁਹਾਡੇ ਵਰਗੇ ਹੋਰ ਵੀ ਸਟੂਡੈਂਟ ਜਿਹੜੇ ਆ ਜੇ ਸੁਣਦੇ ਹੋਣ ਤੇ ਉਹ ਸਾਡੇ ਨਾਲ ਜੁੜਨ, ਔਰ ਇਹਦੇ ਮਾਧਿਅਮ ਰਾਹੀਂ ਅਸੀਂ ਸਾਰੇ ਜਿਹੜੇ ਆ ਇਹ ਪੁਆਇੰਟ ਜਿਹੜੇ ਆ ਗਾਂ ਸਰਕਾਰ ਤੱਕ ਵੀ ਪਹੁੰਚਾਈਏ, ਤਾਂ ਕਿ ਕੁਛ ਨਾ ਕੁਛ ਇਹਦਾ ਆਉਣ ਵਾਲੇ ਟਾਈਮ 'ਚ ਇੰਤਜ਼ਾਮ ਕੀਤਾ ਜਾਏ, ਤਾਂ ਕਿ ਤੁਹਾਨੂੰ ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ, ਖਾਸ ਤੌਰ ਤੇ ਕਿਵੇਂ ਕਮਿਊਨਿਟੀ ਔਰ ਸਰਕਾਰ ਮਿਲ ਕੇ ਉਹਨਾਂ ਨੂੰ ਘਟਾ ਸਕਦੀ ਹੈ। ਸੋ ਇਹਦੀ ਕੋਸ਼ਿਸ਼ ਜਾਰੀ ਰਹੇਗੀ ਰੇਡੀਓ ਜ਼ਿੰਦਾਬਾਦ ਵੱਲੋਂ। ਬਹੁਤ ਬਹੁਤ ਤੁਹਾਡਾ ਧੰਨਵਾਦ। ਦੋਸਤੋ, ਜਿਵੇਂ ਤੁਸੀਂ ਇੱਕ ਕਾਲਰ ਜਿਹੜੇ ਆਏ ਨੇ, ਸਾਡੇ ਨਾਲ ਕਾਲਰ ਇੱਕ ਹੋਰ ਜੁੜ ਚੁੱਕੇ ਨੇ, ਤੁਸੀਂ ਪਲੀਜ਼ ਹੋਲਡ ਕਰ ਲਓ। ਮੈਂ ਸਿਰਫ ਇਸ ਮੁੱਦੇ ਬਾਰੇ ਹੋਰ ਜਿਹੜੀ ਇੱਕ ਕੁਐਸਚਨ ਜਿਹੜਾ ਦੇਣਾ ਚਾਹੁੰਦਾ, ਉਹ ਇਹ ਹੈ ਕਿ ਤਕਰੀਬਨ ਜੋ ਕੈਨੇਡੀਅਨ ਲਾਅ ਹੈ ਉਹਦੇ ਮੁਤਾਬਿਕ ਜਦੋਂ ਤੁਸੀਂ ਕੋਈ ਵੀ ਸਟੂਡੈਂਟ ਜਿਹੜਾ ਆ ਆਉਂਦਾ ਆ, ਉਹਨੂੰ ਸਰਵਾਈਵ ਕਰਨ ਨੂੰ ਜਿਹੜੇ ਪੈਸੇ ਉਹਨਾਂ ਦੇ ਮਾਂ-ਬਾਪ ਉੱਥੇ ਡਿਪੋਜ਼ਿਟ ਕਰਾਉਂਦੇ ਨੇ, ਉਹਦੇ 'ਚੋਂ ਸਿਰਫ $600 ਮੰਥਲੀ ਜਿਹੜੇ ਆ ਉਹਨਾਂ ਨੂੰ ਮਿਲ ਸਕਦੇ ਨੇ। ਇਮੈਜਿਨ ਕਰੋ, ਹੁਣ COVID-19 ਗਿਆ, ਹੋਰ ਬਹੁਤ ਸਾਰੀਆਂ ਸਿਚੁਏਸ਼ਨਸ ਆਉਂਦੀਆਂ ਨੇ, ਜਦੋਂ ਇੱਥੇ ਲੋਕ ਆਉਂਦੇ ਆ, ਉਹਨਾਂ ਨੂੰ ਆਉਂਦਿਆਂ ਜੌਬ ਨਹੀਂ ਮਿਲਦੀ, ਉਹਨਾਂ ਨੇ ਆਪਣੀ ਲੀਵ ਜਿਹੜੇ ਆਪਣੀ ਰੈਂਟ ਆ ਉਹ ਦੇਣਾ ਆ, ਬੱਸਾਂ ਦੇ ਕਿਰਾਏ ਦੇਣੇ ਆ, ਜੇ ਕੋਈ ਕਾਰ ਲਈ ਆ ਉਹਦੀ ਇੰਸ਼ੋਰੈਂਸ, ਉਹਦੀ ਖਰਚੇ, ਉਹਦੇ ਗੈਸ, ਆਪਣਾ ਖਾਣਾ, ਹਰ ਚੀਜ਼ ਉਹਨਾਂ ਨੂੰ ਜਿਹੜੀ ਆ ਪੈਸੇ ਨਾਲ ਦੇਣੀ ਪੈਂਦੀ ਆ। ਔਰ ਇੱਕ $600 ਸਿਰਫ ਸਰਕਾਰ ਉਹਨਾਂ ਨੂੰ ਅਲਾਉ ਕਰਦੀ ਆ, ਆਪਣੇ ਉਸ ਡਿਪੋਜ਼ਿਟ 'ਚੋਂ ਵਿਡਰਾਅ ਕਰ ਸਕਦੇ ਆ। ਤੇ ਸਾਨੂੰ ਸਾਰਿਆਂ ਨੂੰ ਪਤਾ ਆ ਐਜ਼ ਅ ਕਮਿਊਨਿਟੀ ਕਿ $600 ਦਾ ਇੱਕ ਬੇਸਮੈਂਟ ਦੇ ਵਿੱਚ ਇੱਕ ਕਮਰਾ ਜਿਹੜਾ ਹੈ ਉਹ ਵੀ ਰੈਂਟ ਨਹੀਂ ਹੁੰਦਾ। ਸੋ ਤੁਸੀਂ ਇਮੈਜਿਨ ਕਰੋ ਕਿ ਇਹਨਾਂ ਸਟੂਡੈਂਟਸ ਦੀ ਕਿੰਨੀ ਵੱਡੀ ਮੁਸ਼ਕਲ ਹੈ, ਜਿਨ੍ਹਾਂ ਦੇ ਨਾਲ ਕੋਈ ਇੱਥੇ ਭੈਣ ਭਰਾਈ ਕੋਈ ਨਹੀਂ ਹੈਗਾ, ਕੋਈ ਰਿਸ਼ਤੇਦਾਰ ਨਹੀਂ ਹੈਗਾ ਉਹਨਾਂ ਨੂੰ ਸਪੋਰਟ ਕਰਨ ਨੂੰ। ਔਰ ਸਾਨੂੰ ਇਹ ਪਤਾ ਹੈ ਕਿ ਅਨਲੈਸ ਤੁਹਾਡਾ ਕੋਈ ਖਾਸ ਫੈਮਿਲੀ ਮੈਂਬਰ ਹੈ, ਖਾਸ ਤੁਹਾਡਾ ਫਰਸਟ ਬਲੱਡ ਰਿਲੇਸ਼ਨ ਹੈਗਾ, ਕੋਈ ਬੰਦਾ ਇੱਥੇ ਕਿਸੇ ਲਈ ਕੋਈ ਸਪੋਰਟ ਨਹੀਂ ਕਰਦਾ। ਔਰ ਇਹ ਇੱਕ ਗਰਾਊਂਡ ਰਿਐਲਿਟੀ ਹੈ।
ਬਹੁਤ ਲਿਮਿਟਡ ਉਸ ਸਪੋਰਟ ਦੇ ਉੱਤੇ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਨੂੰ ਨਿਰਭਰ ਨਹੀਂ ਕਰਨ ਦੇ ਸਕਦੇ, ਕਿਉਂਕਿ 19% ਜਿਹੜੇ ਨੇ ਉਹ ਆਪਣੇ ਆਪ ਹੀ ਸਾਰਾ ਕੁਝ ਆਪਣਾ ਚੁੱਕ ਰਹੇ ਨੇ, ਆਪਣਾ ਬੋਝ ਚੁੱਕ ਰਹੇ ਨੇ, ਔਰ ਆਪਣੇ ਮੈਂਟਲ ਚੈਲੰਜਸ ਜਿਹੜੇ ਆਉਂਦੇ ਆ ਉਹਨਾਂ ਨੂੰ ਉਹ ਵੀ ਜਿਹੜੇ ਆ ਆਪਣੇ ਮਾਪੇ ਨੂੰ ਸ਼ੇਅਰ ਨਹੀਂ ਕਰ ਸਕਦੇ। ਸਾਡੇ ਨਾਲ ਇੱਕ ਹੋਰ ਕਾਲਰ ਜੁੜ ਚੁੱਕਿਆ ਰੂਪ, ਤੁਸੀਂ ਔਨ ਦਾ ਏਅਰ ਹੋ, ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ ਤੇ ਪਲੀਜ਼ ਆਪਣੇ ਵਿਚਾਰ ਦਿਓ। ਅਦਰਵਾਈਜ਼ ਜੇ ਕਮਿਊਨਿਟੀ 'ਚ ਹੋ ਤਾਂ ਤੁਸੀਂ ਇਹ ਦੱਸੋ ਵੀ ਕਮਿਊਨਿਟੀ ਜਿਹੜੀ ਆ ਉਹ ਇਹਨਾਂ ਲਈ ਕੀ ਕਰ ਰਹੀ ਹੈ। ਰੂਪ, ਤੁਸੀਂ ਔਨ ਦਾ ਏਅਰ ਹੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਇੰਟਰਨੈਸ਼ਨਲ ਸਟੂਡੈਂਟ ਹਜੇ ਫਿਲਹਾਲ ਮੈਂ ਹੈਲੋ ਯਾ ਤੁਸੀਂ ਔਨ ਦਾ ਏਅਰ ਹੋ। ਹਾਂਜੀ, ਤੁਹਾਡਾ ਸਵਾਲ ਕੀ ਸੀ? ਕੁਐਸਚਨ ਇਹ ਹੈਗਾ, ਮੁੱਦਾ ਇਹ ਹੈਗਾ ਆ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਕੀ ਚੈਲੰਜਸ ਨੇ ਔਰ ਕੀ ਸਰਕਾਰ ਵੱਲੋਂ ਜਾਂ ਕਮਿਊਨਿਟੀ ਵੱਲੋਂ ਉਹਨਾਂ ਨੂੰ ਕੋਈ ਸਪੋਰਟ ਮਿਲਦੀ ਆ, ਔਰ ਇਹ ਚੈਲੰਜਸ ਜਿਹੜੇ ਆ ਉਹ ਕਿਵੇਂ ਹੰਡਾਉਂਦੇ ਆ? ਚੈਲੰਜਸ ਤੇ ਤੁਸੀਂ ਆਲਰੇਡੀ ਦੱਸ ਚੁੱਕੇ ਹੋ, ਰਾਈਟ, ਕਿ ਰਾਦਰ ਦੈਨ ਜੋ $600 ਡਿਪੋਜ਼ਿਟ ਹੁੰਦਾ ਹੈ ਦੈਟ ਉਹ ਅਸੀਂ ਆਪ ਹੀ ਭਰ ਕੇ ਆਉਂਦੇ ਹਾਂ ਇੰਡੀਆ ਤੋਂ, ਰਾਈਟ। ਐਂਡ ਦੈਨ ਉਹਦੇ ਬਾਅਦ ਚੋਂ ਇੱਥੇ ਤਾਂ ਵੈਨ ਯੂ ਤੁਸੀਂ ਉਹਦੇ ਤੇ ਆ ਜਾਂਦੇ ਹੋ ਵਰਕ ਪਰਮਿਟ ਦੇ ਵਿੱਚ 1 ਸਾਲ ਤੋਂ ਬਾਅਦ, ਐਂਡ ਦੈਨ ਓਨਲੀ ਯੂ ਕੈਨ ਅਪਲਾਈ ਫॉर ਹੈਲਥ ਕਾਰਡ। ਪਰ ਉਹਦੇ ਬਾਅਦ ਚੋਂ ਵੀ ਹੈਲਥ ਕਾਰਡ ਦੇ ਉੱਤੇ ਕੋਈ ਖਾਸ ਬੈਨੀਫਿਟ ਨਹੀਂ ਮਿਲਦੇ ਹੈਗੇ। ਸੋ ਅਦਰ ਦੈਨ ਦੈਟ ਆਈ ਡੋਂਟ ਥਿੰਕ ਕਿ ਇਹਦੇ ਵਿੱਚ ਗਵਰਨਮੈਂਟ ਕੋਈ ਹੈਲਪ ਕਰਦੀ ਹੈ, ਰਾਦਰ ਦੈਨ ਕਿ ਅਸੀਂ ਜ਼ਿਆਦਾ ਪੇ ਕਰਕੇ ਸਭ ਕੁਝ ਬਰਾਬਰ ਕਰਕੇ ਵੀ ਸਾਨੂੰ ਕੋਈ ਬੈਨੀਫਿਟ ਨਹੀਂ ਹੁੰਦੇ ਹੈਗੇ। ਉਹਦੇ ਬਾਅਦ ਚੋਂ ਵੀ ਵੈਨ ਵੀ ਫਾਈਂਡ ਪਲੇਸਿਸ ਟੂ ਲਿਵ ਕਿਟੀਜੀ ਦੇ ਉੱਪਰ ਜਾਂ ਇੰਡੀਡ ਦੇ ਉੱਪਰ ਜਿੱਦਾਂ ਵੀ, ਤੇ ਦੈਨ ਆਪਣਾ ਕੋਈ ਜਿੱਦਾਂ ਹੀ ਫਰਸਟ ਕੁਐਸਚਨ ਇਜ਼ ਕਿ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੈਗੇ ਹੋ, ਐਂਡ ਵੈਨ ਯੂ ਸੇ ਕਿ ਹਾਂਜੀ ਮੈਂ ਇੰਟਰਨੈਸ਼ਨਲ ਸਟੂਡੈਂਟ ਹੈਗੀ ਹਾਂ, ਐਂਡ ਦੈਨ ਦੇ ਸੇ ਓਕੇ ਵੀ ਆਰ ਲੁਕਿੰਗ ਫॉर ਅ ਸਮਾਲ ਫੈਮਿਲੀ, ਵੀ ਡੋਂਟ ਵਾਂਟ ਟੂ ਰੈਂਟ ਟੂ ਇੰਟਰਨੈਸ਼ਨਲ ਸਟੂਡੈਂਟ, ਐਂਡ ਦੈਨ ਉਹਦੇ ਬਾਅਦ ਚੋਂ ਸਾਡੇ ਕੋਲੋਂ ਗੱਡੀ ਵੀ ਕੋਈ ਨਿਕਲਦੀ ਹੈ, ਐਂਡ ਦੈਨ ਪੀਪਲ ਜਸਟ ਜਨਰਲਾਈਜ਼ ਆ ਇੰਟਰਨੈਸ਼ਨਲ ਸਟੂਡੈਂਟ ਹੀ ਹੋਣਾ। ਆਈ ਫੀਲ ਲਾਈਕ ਦੇयर इज अ डिस्क्रिमिनेशन, but those are the challenges when even you go find for a job, they are like we are looking for a person ਜਿਹੜਾ long term stay ਕਰੂਗਾ ਜਾਂ ਏਦਾਂ ਕਰੂਗਾ। So basically it's like कि for even finding a house, for finding a job there's a struggle and there's no help, and on top of that when students are doing their best what they can in what they have, they have been generalized कि नहीं ऐसा ही है, a student ऐसा ही है, इतना तो नहीं हो सकता, ये है। ਰੂਪ, ਤੁਹਾਡਾ ਪੁਆਇੰਟ ਮੈਂ ਸਮਝ ਗਿਆ। ਤੁਸੀਂ ਜਿਹੜੇ ਪੁਆਇੰਟ ਦਿੱਤੇ ਆ ਇਹਨਾਂ ਚੀਜ਼ਾਂ ਤੋਂ ਜਦੋਂ ਇਹ ਕਮਿਊਨਿਟੀ ਸੁਣੇਗੀ ਸ਼ਾਇਦ ਥੋੜਾ ਹੱਦ ਤੱਕ ਕੁਝ ਨਾ ਕੋਈ ਫਰਕ ਜ਼ਰੂਰ ਆਏਗਾ। ਸਾਨੂੰ ਪਤਾ ਹੈ ਕਿ ਚੈਲੰਜਸ ਜਿਹੜੇ ਆ ਬਹੁਤ ਆਉਂਦੇ ਆ, ਸਟਾਰਟਿੰਗ ਫਰਮ ਲੈਂਡਿੰਗ ਤੋਂ ਲੈ ਕੇ ਤੁਸੀਂ ਜਦ ਤੱਕ PR ਨਹੀਂ ਹੋ ਜਾਂਦੇ, ਉਹਦੇ ਵਿੱਚ ਹਰ ਪੜਾਅ ਦੇ ਉੱਤੇ ਨਵੇਂ ਚੈਲੰਜਸ ਨੇ। ਤੁਸੀਂ ਕਾਲ ਕੀਤੀ ਹੈ, ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਇੱਕ ਹੋਰ ਕਾਲਰ ਵੀ ਜੁੜ ਚੁੱਕੇ ਆ, ਹਰਕੀਰਤ, ਤੁਸੀਂ ਔਨ ਦਾ ਏਅਰ ਹੋ। ਤੁਸੀਂ ਰੇਡੀਓ ਜ਼ਿੰਦਾਬਾਦ ਤੇ ਆਪਣਾ ਕੀ ਵਿਚਾਰ ਦੇਣਾ ਚਾਹੁੰਦੇ ਹੋ? ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਆਮ ਕਾਲਿੰਗ ਫਰਮ ਅਲਬਰਟਾ, ਹੈ ਨਾ ਜੀ। ਤੇ ਫਸਟ ਆਫ ਆਲ ਬਹੁਤ ਬਹੁਤ ਧੰਨਵਾਦ, ਤੁਸੀਂ ਅਲਬਰਟਾ 'ਚ ਜਿਹੜਾ ਹੈ ਇਹ ਪ੍ਰੋਗਰਾਮ ਸੁਣ ਰਹੇ ਹੋ, ਬਹੁਤ ਬਹੁਤ ਧੰਨਵਾਦ। ਸਭ ਤੋਂ ਪਹਿਲਾਂ ਵਧਾਈਆਂ ਬਿਕੋਜ਼ ਤੁਸੀਂ ਬਹੁਤ ਰੈਲੇਵੈਂਟ ਮੁੱਦੇ ਹਰ ਹਫਤੇ ਚੱਕਦੇ ਹੋ, ਸੋ ਕੰਗ੍ਰੈਚੁਲੇਸ਼ਨ, ਬਿਗ ਸ਼ਾਊਟ ਆਊਟ ਟੂ ਯੂ। ਥੈਂਕ ਯੂ ਜੀ। ਤੇ ਆਈ ਐਮ ਇਨ ਲੀਗਲ ਫੀਲਡ, ਹੈ ਨਾ। ਹਾਂਜੀ, ਸਾਡੇ ਕੋਲ ਸਾਡੇ ਆਫਿਸ 'ਚ ਵੀ ਬਹੁਤ ਸਟੂਡੈਂਟਸ ਆਉਂਦੇ ਨੇ, ਸੋ ਮੈਜੋਰਿਟੀ ਆਫ ਦਾ ਸਟੂਡੈਂਟਸ ਦੇ ਕੀ ਇਸ਼ੂਜ਼ ਫੇਸ ਕਰਦੇ ਨੇ ਉਹਨਾਂ ਦੀ, ਕਿ ਜੀ ਜਿਹੜਾ ਇੰਪਲੋਇਰ ਹੈ ਜਦੋਂ ਵਰਕ ਪਰਮਿਟ ਲਾਇਆ ਉਹਨਾਂ ਨੇ, ਹੈ ਨਾ ਜੀ, ਆਫਟਰ ਕੰਪਲੀਟਿੰਗ ਦੇਅਰ ਸਟੱਡੀਜ਼, ਜਾਂ ਤਾਂ ਉਹਨਾਂ ਨੂੰ ਮਿਨੀਮਮ ਵੇਜਿਸ ਵੀ ਨਹੀਂ ਦਿੰਦੇ, ਜੇ ਦਿੰਦੇ ਨੇ ਤਾਂ ਮਤਲਬ ਉਹਨਾਂ ਤੋਂ ਕੰਮ ਮੋਰ ਦੈਨ 8 ਆਵਰਸ ਜਾਂ 16 ਘੰਟੇ, 15 16 ਘੰਟੇ। ਸਾਡੇ ਆਫਿਸ 'ਚ ਇਹੋ ਜਿਹੇ ਕੇਸਿਸ ਵੀ ਆਏ ਨੇ ਜਿੱਥੇ ਸਟੂਡੈਂਟਸ ਨੂੰ 15 to 16 ਆਵਰਸ ਦੇ ਐਂਡ ਦੇ ਆਰ ਨਾਟ ਈਵਨ ਪੇਡ, ਕਿ ਉਹਨਾਂ ਨੂੰ ਬਿਲਕੁਲ ਮਿਨੀਮਮ ਵੇਜਿਸ ਵੀ ਨਹੀਂ ਪੇਡ ਕੀਤੀਆਂ ਜਾਂਦੀਆਂ, ਜਾਂ ਫਿਰ ਜੇ ਉਹਨਾਂ ਨੂੰ ਇਹ ਕਿਹਾ ਜਾਂਦਾ ਕਿ ਤੁਹਾਨੂੰ ਪੈਸੇ ਕੁਝ ਨਹੀਂ ਦੇਣੇ, ਤੁਹਾਡਾ ਸਿਰਫ ਅਸੀਂ ਵਰਕ ਪਰਮਿਟ ਲਿਆਵਾਂਗੇ, ਲਾ ਕੇ ਦੇਵਾਂਗੇ। ਸੋ ਇਸ ਕਰਕੇ ਆਈ ਥਿੰਕ ਮੈਂਟਲ ਪ੍ਰੈਸ਼ਰ ਬਹੁਤ ਜ਼ਿਆਦਾ ਹੋ ਜਾਂਦਾ ਸਟੂਡੈਂਟਸ ਤੇ। ਸੋ ਆਈ ਬਿਲੀਵ ਈਵਨ ਆਈ ਐਮ ਇਨ ਇੰਗਲੈਂਡ, ਹੈ ਨਾ ਜੀ, ਮੈਂ ਪਰਮਾਨੈਂਟ ਰੈਜ਼ੀਡੈਂਟ ਆ, ਬਟ ਜਿਹੜੀ ਪਰਮਾਨੈਂਟ ਰੈਜ਼ੀਡੈਂਸੀ ਤੱਕ ਜਿਹੜੀ ਜਰਨੀ ਹੈ ਸਟੂਡੈਂਟਸ ਦੀ, ਮੈਜੋਰਿਟੀ ਆਫ ਦਾ ਸਟੂਡੈਂਟਸ ਆਰ ਡੂਇੰਗ ਪ੍ਰੈਟੀ ਵੈਲ, ਦੇ ਵਰਕ ਵੈਰੀ ਹਾਰਡ, ਬਟ ਆਫ ਕੋਰਸ ਕਿਤੇ ਨਾ ਕਿਤੇ ਛੋਟੇ ਮੋਟੇ ਇੰਸੀਡੈਂਟਸ ਹੁੰਦੇ ਨੇ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਹਾਈਲਾਈਟ ਕੀਤਾ ਜਾਂਦਾ। 90% 90 to 95% ਆਫ ਦਾ ਸਟੂਡੈਂਟਸ ਆਪਣਾ ਸਿੱਧੇ ਤਰੀਕੇ ਨਾਲ ਕੰਮ ਕਰਦੇ ਨੇ ਤੇ ਵਧੀਆ ਕੰਮ ਕਰਦੇ ਨੇ, ਬਟ ਆਈ ਡੂ ਫੀਲ ਕਿ ਜਿਹੜੀ ਆਪਣੀ ਕਮਿਊਨਿਟੀ ਆ ਉਹਨਾਂ ਨੂੰ ਜ਼ਿਆਦਾ ਹੈਲਪ ਐਕਸਟੈਂਡ ਕਰਨੀ ਚਾਹੀਦੀ ਹੈ ਸਟੂਡੈਂਟਸ ਨੂੰ।
ਆਪਣੇ ਹੀ ਬੰਦੇ ਆਪਣੇ ਹੀ ਸਟੂਡੈਂਟਸ ਨੂੰ ਜ਼ਿਆਦਾ ਐਕਸਪਲੋਇਟ ਕਰਦੇ ਨੇ। ਬਹੁਤ ਕਾਮਨ ਪ੍ਰੋਬਲਮ ਹੈ ਜਿਹੜੇ ਆਈ ਕਮ ਅਕ੍ਰੋਸ। ਸੋ ਆਈ ਥਿੰਕ ਆਪਣੀ ਕਮਿਊਨਿਟੀ ਨੂੰ ਜ਼ਿਆਦਾ ਅਵੇਅਰਨੈਸ ਐਂਡ ਜ਼ਿਆਦਾ ਹੈਲਪ ਕਰਨੀ ਚਾਹੀਦੀ ਹੈ ਜੀ ਸਟੂਡੈਂਟਸ ਦੀ। ਕਿਰਤ ਬਹੁਤ ਬਹੁਤ ਧੰਨਵਾਦ। ਖਾਸ ਤੌਰ ਤੇ ਤੁਸੀਂ ਖੁਦ ਲਾਇਰ ਹੋ ਔਰ ਤੁਸੀਂ ਇਸ ਪ੍ਰੋਬਲਮ ਜਿਹੜੀਆਂ ਫੇਸ ਕਰਦੇ ਹੋ। ਸਾਨੂੰ ਵੀ ਸੁਣਨ ਨੂੰ ਇਹ ਜ਼ਰੂਰ ਮਿਲਦਾ ਆ ਕਿ ਸਟੂਡੈਂਟ ਜਿਹੜੇ ਨੇ, ਕਿਉਂਕਿ ਉਹਨਾਂ ਨੂੰ 20 ਘੰਟੇ ਸਿਰਫ ਅਲਾਊਡ ਹੈ ਪਾਰਟ ਟਾਈਮ, ਸੋ ਉਹਦੇ ਨਾਲ ਜ਼ਿਆਦਾ ਉਹ ਕੰਮ ਕਰਦੇ ਨੇ, ਮਗਰ ਪੇਰੋਲ ਤੇ ਉਹਨਾਂ ਨੂੰ ਉਹ ਸ਼ੋਅ ਨਹੀਂ ਕਰ ਸਕਦੇ। ਜਿੱਥੇ ਕੈਸ਼ ਦਿੱਤਾ ਜਾਂਦਾ ਆ ਉੱਥੇ ਆਬਵੀਅਸਲੀ ਉਹਨਾਂ ਨੂੰ ਬਿਲੋ ਜਿਹੜਾ ਮਿਨੀਮਮ ਵੇਜ ਹੈ ਉਹ ਮਿਲੇਗਾ। ਸੋ ਇਹ ਇੱਕ ਡੈਫੀਨਿਟਲੀ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਐਕਸਪਲੋਇਟੇਸ਼ਨ ਜ਼ਰੂਰ ਹੈਗੀ ਆ, ਔਰ ਇਹ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਐਜ਼ ਅ ਕਮਿਊਨਿਟੀ ਸਾਨੂੰ ਉਹਨਾਂ ਦੀਆਂ ਨੈਗੇਟਿਵ ਚੀਜ਼ਾਂ ਨਾਲੋਂ ਉਹਨਾਂ ਦੀ ਕਿਵੇਂ ਅਸੀਂ ਉਹਨਾਂ ਨੂੰ ਐਸਟੈਬਲਿਸ਼ ਕਰ ਸਕਦੇ ਹਾਂ, ਕਿਵੇਂ ਉਹਨਾਂ ਨੂੰ ਅਸੀਂ ਕੈਨੇਡੀਅਨ ਸਿਸਟਮ ਦੇ ਵਿੱਚ ਇੰਟੈਗਰੇਟ ਕਰ ਸਕਦੇ ਹਾਂ, ਉਹਦੇ ਉੱਤੇ ਸਾਨੂੰ ਜ਼ਿਆਦਾ ਫੋਕਸ ਕਰਨਾ ਚਾਹੀਦਾ। ਤੁਹਾਡੀ ਕਾਲ ਕਰਨ ਲਈ ਰੇਡੀਓ ਜ਼ਿੰਦਾਬਾਦ ਤੇ ਬਹੁਤ ਬਹੁਤ ਧੰਨਵਾਦ। ਖਾਸ ਤੌਰ ਤੇ ਤੁਸੀਂ ਅਲਬਰਟਾ ਤੋਂ ਕਾਲ ਕੀਤੀ ਆ, ਬਹੁਤ ਬਹੁਤ ਸ਼ੁਕਰੀਆ। ਸਾਡੇ ਨਾਲ ਇੱਕ ਹੋਰ ਕਾਲਰ ਨੇ, ਲਾਸਟ ਫੋਨ ਨੰਬਰ ਹੈ ਜੀ ਤੁਹਾਡਾ 8937। ਤੁਸੀਂ ਆਪਣਾ ਨਾਂ ਜ਼ਰੂਰ ਦੱਸੋ। ਰੇਡੀਓ ਜ਼ਿੰਦਾਬਾਦ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਨਾਮ ਵਿੱਕੀ ਹੈਗਾ ਆ। ਹਾਂਜੀ, ਸਤਿ ਸ਼੍ਰੀ ਅਕਾਲ। ਆਈ ਐਮ ਨਾਟ ਅ ਸਟੂਡੈਂਟ, ਪਰ ਮੈਂ I've come across ਕਿੰਨੇ ਸਟੂਡੈਂਟਸ ਹੈਗੇ ਜਿਨ੍ਹਾਂ ਦੇ ਨਾਲ ਮੈਂ ਗੱਲ ਕੀਤੀ ਹੈਗੀ ਆ ਤੇ ਐਕਚੁਅਲੀ ਹੈਲਪਡ ਅ ਫਿਊ ਐਜ਼ ਵੈਲ ਟੂ। ਤੇ ਸਭ ਤੋਂ ਵੱਡੀ ਪ੍ਰੋਬਲਮ ਇਹ ਹੈਗੀ ਜਿਹੜੇ ਸਾਡੇ ਲੋਕੀ ਇੱਥੇ ਹੈਗੇ ਆ, ਜਿਹੜੇ ਪਹਿਲਾਂ ਇੱਥੇ ਐਸਟੈਬਲਿਸ਼ ਹੋ ਚੁੱਕੇ ਆ, ਜਿਨ੍ਹਾਂ ਦਾ ਕੋਈ ਨਾ ਕੋਈ ਕਿਸੇ ਪੁਆਇੰਟ ਤੇ ਕੋਈ ਸਹਾਰਾ ਸੀਗਾ, ਤੇ ਉਹੀ ਲੋਕੀ ਇਹ ਸਟੂਡੈਂਟਸ ਨੂੰ ਐਕਸਪਲੋਇਟ ਕਰਦੇ ਹੈਗੇ ਆ। ਸੋ ਜਿਹੜੀਆਂ ਮਜਬੂਰੀਆਂ ਹੈਗੀਆਂ ਤੇ ਨੈਗੇਟਿਵ ਪੁਆਇੰਟਸ ਹੈਗੀਆਂ ਉਹ ਤਾਂ ਸਾਹਮਣੇ ਹੈਗੀਆਂ ਆ, ਪਰ ਉਹੀ ਨੈਗੇਟਿਵਿਟੀਜ਼ ਪੀਪਲ ਟੇਕ ਟੂ देयर ਐਡਵਾਂਟੇਜ। ਦੇ ਡੋਨਟ ਗੈਟ ਦ ਸਪੋਰਟ, ਐਂਡ ਜਦੋਂ ਸਪੋਰਟ ਨਹੀਂ ਮਿਲਦਾ, ਜਿਹੜੇ ਐਕਸਪਲੋਇਟਰਸ ਹੈਗੇ ਆ ਦੇ ਟੇਕ ਫੁੱਲ ਐਡਵਾਂਟੇਜ ਆਫ ਸਿਚੁਏਸ਼ਨਸ ਲਾਈਕ ਦੈਟ। ਥੈਂਕ ਯੂ ਜੀ। ਤੁਸੀਂ ਆਪਣੇ ਵਿਚਾਰ ਦਿੱਤੇ ਆ। ਅੱਗੇ ਵੀ ਜਿਹੜੇ ਕਾਲਰ ਇੱਕ ਲਾਇਰ ਜਿਹੜੇ ਉਹ ਕਹਿ ਕੇ ਇਹ ਜਾ ਚੁੱਕੇ ਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਕਿਸੇ ਨਾ ਕਿਸੇ ਫਾਰਮ ਦੀ ਡੈਫੀਨੇਟਲੀ ਐਕਸਪਲੋਇਟੇਸ਼ਨ ਹੈਗੀ ਆ। ਕਿਉਂਕਿ ਲੜਾਈ ਸਾਰੀ ਜਿਹੜੀ ਆ ਉਹ ਇੱਥੇ ਆਮਦਨ ਦੀ ਆ, ਪੈਸੇ ਦੀ ਆ, ਔਰ ਸਟੂਡੈਂਟਸ ਨੂੰ ਪੈਸੇ ਚਾਹੀਦੇ ਨੇ ਉਹਨਾਂ ਦੇ ਸਰਵਾਈਵਲ ਲਈ। ਮਾਂ-ਬਾਪ ਜਿਹੜੇ ਆ ਬਹੁਤ ਘੱਟ ਨੇ ਪਿੱਛੋਂ ਜਿਹੜੇ ਸਪੋਰਟ ਕਰ ਸਕਦੇ ਆ ਬੱਚਿਆਂ ਨੂੰ, ਔਰ ਵੱਡੀ ਜਿਹੜੀ ਮੁਸ਼ਕਿਲ ਬੱਚਿਆਂ ਦੀ ਇਹ ਹੈ ਕਿ ਉਹ ਆਪਣੇ ਮਾਂ-ਬਾਪ ਨੂੰ ਸਟ੍ਰੈਸ ਨਹੀਂ ਦੇਣਾ ਚਾਹੁੰਦੇ। ਉਹ ਆਪਣੇ ਮਾਂ-ਬਾਪ ਨੂੰ ਦੱਸਣਾ ਨਹੀਂ ਚਾਹੁੰਦੇ ਰਿਐਲਿਟੀ ਉਹਨਾਂ ਦੀ ਕੀ ਹਾਰਡ ਲਾਈਫ ਆ, ਕਿਵੇਂ ਉਹ ਇੱਥੇ ਠੰਡ ਦੇ ਵਿੱਚ ਕੰਮ ਕਰਕੇ ਬਲੂ ਕਾਲਰ ਜੌਬਸ ਜਿਹੜੀਆਂ ਲੇਬਰਸ ਜੌਬ ਨੇ, ਰੈਸਟੋਰੈਂਟਾਂ ਵਿੱਚ ਕੰਮ ਕਰਕੇ, ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਉਹ ਆਪਣਾ ਗੁਜ਼ਾਰੇ ਕਰਦੇ ਨੇ। ਔਰ ਇਹਨਾਂ ਚੀਜ਼ਾਂ ਦੀ ਜਿਹੜੀ ਜਾਣਕਾਰੀ ਆ ਉਹ ਈਵਨ ਕਈ ਵਾਰ ਮੈਂ ਇਹ ਵੀ ਵੇਖਿਆ ਕਿ ਪੇਰੈਂਟਸ ਨੂੰ ਜੇ ਪਤਾ ਵੀ ਲੱਗਦਾ ਆ, ਸੋ ਫਿਰ ਵੀ ਆਪਣੇ ਜਿਹੜੇ ਆ ਸੁਪਨੇ ਪੂਰੇ ਕਰਨ ਵਾਸਤੇ ਇੱਕ ਬੱਚਿਆਂ ਦੇ ਜ਼ਰੀਏ ਪੜ੍ਹਾਈ ਕਈ ਵਾਰ ਉੱਥੇ ਏਮ ਨਹੀਂ ਹੁੰਦੀ। ਉੱਥੇ ਏਮ ਇਹ ਹੁੰਦਾ ਆ ਕਿ ਸਾਡਾ ਬੱਚਾ ਕਿਸੇ ਤਰ੍ਹਾਂ ਜਿਹੜਾ ਆ ਕੈਨੇਡਾ ਪਹੁੰਚ ਜੇ। ਉਹਦੇ ਵਿੱਚ ਵੀ ਬਹੁਤ ਸਾਰਾ ਸਟ੍ਰੈਸ ਜਿਹੜੇ ਆ ਬੱਚੇ ਜਿਹੜੇ ਆ ਉਹਨਾਂ ਦੇ ਆਉਂਦਾ ਆ, ਕਿਉਂਕਿ ਉਹ ਵਾਪਸ ਜਾਣ ਦੇ ਉਹਨਾਂ ਕੋਲ ਕੋਈ ਰਸਤਾ ਨਹੀਂ ਹੁੰਦਾ। ਇੱਕ ਹੀ ਰਸਤਾ ਆ ਕਿ ਜੇ ਉਹਨਾਂ ਨੇ ਸਰਵਾਈਵ ਕਰਨਾ, ਉਹ ਜਿਵੇਂ ਉਹਨਾਂ ਨੇ ਸਰਵਾਈਵ ਕਰਨਾ ਆ ਉਦੋਂ ਡੈਫੀਨੇਟਲੀ ਕਿਸੇ ਨਾ ਕਿਸੇ ਤਰੀਕੇ ਦੀ ਜਿਹੜੀ ਐਕਸਪਲੋਇਟੇਸ਼ਨ ਹੈਗੀ ਆ ਉਹ ਹੁੰਦੀ ਆ। ਔਰ ਉਹਨਾਂ ਨੂੰ ਕਿਉਂਕਿ ਪੈਸੇ ਦੀ ਲੋੜ ਆ, ਔਰ ਜਦੋਂ ਕਿਸੇ ਨੂੰ ਪੈਸੇ ਦੀ ਲੋੜ ਆ ਉਹਨਾਂ ਨੂੰ ਵਰਗਲਾਉਣਾ ਉਸ ਏਜ 'ਚ 19, 20, 21 ਸਾਲ ਦੀ ਉਮਰ 'ਚ ਬਹੁਤ ਈਜ਼ੀ ਹੈ। ਔਰ ਬਹੁਤ ਵਾਰੀ ਉਹ ਐਕਸਪਲੋਇਡ ਇਸ ਤਰ੍ਹਾਂ ਵੀ ਹੁੰਦੇ ਆ ਕਿ ਉਹ ਬੜੇ ਕਈ ਗੈਰ ਕਾਨੂੰਨੀ ਕੰਮ ਜਿਹੜੇ ਆ ਉਹਦੇ ਵਿੱਚ ਵੀ 1-2% ਜਿਹੜੇ ਸਟੂਡੈਂਟਸ ਆ ਚਲੇ ਜਾਂਦੇ ਆ, ਜਿਹਦੇ ਨਾਲ ਜਦੋਂ ਉਹ ਚੀਜ਼ ਸਾਹਮਣੇ ਆਉਂਦੀ ਆ ਔਰ ਪੂਰੀ ਇੰਟਰਨੈਸ਼ਨਲ ਸਟੂਡੈਂਟ ਜਿਹੜੀ ਐਜ਼ ਅ ਕਮਿਊਨਿਟੀ ਜਿਹੜੀ ਆ ਉਹਦੇ ਉੱਤੇ ਇੱਕ ਕੁਐਸਚਨ ਮਾਰਕ ਖੜਾ ਹੋ ਜਾਂਦਾ। ਤੁਹਾਡਾ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਮੈਂ ਇਹ ਪ੍ਰੋਗਰਾਮ ਜਿਹੜਾ ਅੱਗੇ ਉਹਨੂੰ ਵਧਾਉਣਾ ਆ। ਸਵਾਲ ਅੱਗੇ ਇਹ ਖੜੇ ਹੁੰਦੇ ਆ ਕਿ ਕਿਉਂ ਨਹੀਂ ਸਰਕਾਰ, ਜਦੋਂ ਕਿ ਇੱਥੇ ਕੈਨੇਡਾ ਦੇ ਵਿੱਚ ਇੰਡੀਆ ਤੋਂ ਤਕਰੀਬਨ 2019 ਦੇ ਵਿੱਚ 1,39,000 ਸਟੂਡੈਂਟ ਇੰਡੀਆ ਤੋਂ ਹੀ ਕੇਵਲ ਜਿਹੜਾ ਆ ਉਹ ਕੈਨੇਡਾ 'ਚ ਆਇਆ, ਔਰ ਅਗਰ ਇਹਨਾਂ ਸਟੂਡੈਂਟ ਜਿਹੜੇ ਆ ਰਹੇ ਆ ਔਰ ਇਹਨਾਂ ਰੈਵਨਿਊ ਜਿਹੜਾ ਆ ਕੰਟਰੀ ਲਈ ਜਨਰੇਟ ਹੋ ਰਿਹਾ, ਤਾਂ ਕਿਉਂ ਨਹੀਂ ਫੈਡਰਲ ਸਰਕਾਰ ਜਿਹੜੀ ਆ ਉਹ ਇਹ ਗਾਰੰਟੀ ਕਰਦੀ ਕਿ ਉਹ ਬੱਚੇ ਜਿਹੜੇ ਆ ਉਹਨਾਂ ਦੇ ਜਿਹੜੇ ਕਾਲਜਸ ਨੇ ਉਹ ਉਹਨਾਂ ਨੂੰ ਓਰੀਐਂਟੇਟ ਕਰਨ, ਉਹਨਾਂ ਨੂੰ ਕੋਈ ਟੈਕਸ ਫਾਰਮਸ, ਕੋਈ ਟੈਕਸ ਸਿਸਟਮ, ਕੋਈ ਜੌਬ, ਉਹਨਾਂ ਦੇ ਰਾਈਟਸ, ਕੋਈ ਜਾਣਕਾਰੀ ਜਿਹੜੀ ਆ ਕਿਸੇ ਵੀ ਲੈਵਲ ਤੇ ਜਿਹੜੀ ਆ ਦਿੱਤੀ ਨਹੀਂ ਜਾਂਦੀ। ਕਾਲਜਸ ਤੇ ਛੱਡ ਦਿੱਤਾ। ਔਰ ਮੈਂ ਕਈ ਕਾਲਜਸ ਦੇ ਸਟੂਡੈਂਟਸ ਨਾਲ ਗੱਲ ਵੀ ਕੀਤੀ ਹੈ, ਔਰ ਜਿਵੇਂ ਤੁਸੀਂ ਸੁਣ ਵੀ ਰਹੇ ਹੋ ਇਹ ਪ੍ਰੋਗਰਾਮ, ਕਿਉਂਕਿ ਇਹਨੂੰ ਅਸੀਂ ਰੇਡੀਓ ਜ਼ਿੰਦਾਬਾਦ ਦੇ ਸਾਰੇ ਪਲੇਟਫਾਰਮ ਉੱਤੇ ਅਸੀਂ ਇੱਕ ਹਫ਼ਤੇ ਤੋਂ ਜਿਹੜਾ ਆ ਇਹਨੂੰ ਸਰਕੂਲੇਟ ਕਰਦੇ ਹਾਂ ਟੌਪਿਕਸ,
ਸੋ ਮੈਨੂੰ ਬੜੀ ਖੁਸ਼ੀ ਹੈ ਕਿ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਆ ਉਹ ਕਾਲ ਕਰ ਰਹੇ ਆ ਅੱਗੇ ਆ ਕੇ ਔਰ ਆਪਣੀ ਪ੍ਰੋਬਲਮ ਜਿਹੜੀਆਂ ਨੇ ਸਾਡੇ ਨਾਲ ਸ਼ੇਅਰ ਕਰ ਰਹੇ ਨੇ। ਸੋ ਕਿਉਂ ਨਹੀਂ ਸਰਕਾਰ ਜਿਹੜੀ ਆ ਜਦੋਂ ਇੰਨੇ ਪੈਸੇ ਬਣਾ ਰਹੀ ਹੈ, ਕਿਉਂ ਨਹੀਂ ਸਟੂਡੈਂਟਸ ਲਈ ਸਟੂਡੈਂਟ ਹਾਊਸਿੰਗ ਦਾ ਅਰੇਂਜਮੈਂਟ ਕੀਤਾ ਜਾਂਦਾ ਕੈਂਪਸ ਦੇ ਉੱਤੇ, ਕੈਂਪਸ ਤੋਂ ਬਾਹਰ ਕਿਉਂ ਉਹਨਾਂ ਨੂੰ ਛੱਡਤਾ ਜਾਂਦਾ ਹੈ ਕਿ ਉਹ ਆਪਣੇ ਆਪ ਆਪਣੇ ਘਰ ਲੱਭਣ। ਔਰ ਉਹਨਾਂ ਤੋਂ ਤੁਸੀਂ ਮੁਸ਼ਕਲ ਸੁਣ ਵੀ ਲਈ ਹੈ ਕਿਉਂਕਿ ਉਹ ਨੈਗੇਟਿਵ ਇਮੇਜ ਇਹੋ ਜਿਹੀ ਬਣ ਚੁੱਕੀ ਆ, ਜਿਹੜਾ ਲੈਂਡਲੋਰਡ ਆ ਉਹ ਇੰਟਰਨੈਸ਼ਨਲ ਸਟੂਡੈਂਟ ਨੂੰ ਘਰ ਦੇ ਕੇ ਰਾਜ਼ੀ ਨਹੀਂ, ਉਹ ਜਾਣ ਕਿੱਥੇ, ਰਿਸ਼ਤੇਦਾਰ ਉਹਨਾਂ ਦੇ ਹੈ ਨਹੀਂ, ਸਪੋਰਟ ਉਹਨਾਂ ਕੋਲ ਕੋਈ ਨਹੀਂ ਹੈ, ਫਿਰ ਉਹਨਾਂ ਕੋਲ ਕੀ ਜਰੀਆ ਹੈਗਾ? ਉਹਨਾਂ ਕੋਲ ਜਰੀਆ ਸਿਰਫ ਇਹੀ ਹੈ ਕਿ ਜਾਂ ਉਹ ਕੋਈ ਗਲਤ ਚੀਜ਼ ਦਾ ਕਾਰਨ ਜਿੱਥੇ ਛੇਤੀ ਪੈਸੇ ਬਣਾਉਣ ਔਰ ਕਿਸੇ ਨਾ ਕਿਸੇ ਦੇ ਹੱਥ ਕੰਡੇ ਦੇ ਚੜ ਜਾਣ ਤਾਂ ਕਿ ਉਹ ਡਰੱਗਸ ਪੈ ਜਾਣ, ਜਾਂ ਉਹ ਇਹੋ ਜਿਹੇ ਕੰਮ ਕਰਨ ਜਿਹਦੇ ਨਾਲ ਉਹਨਾਂ ਨੂੰ ਜ਼ਿਆਦਾ ਪੈਸੇ ਮਿਲਣ ਔਰ ਆਪਣਾ ਘਰ ਅਫੋਰਡ ਕਰ ਸਕਣ, ਜਾਂ ਉਹ ਘਰ ਤੋਂ ਬਾਹਰ 4-4 5-5 6-6 10-10 ਸਟੂਡੈਂਟ ਇਕੱਠੇ ਇੱਕ ਬੇਸਮੈਂਟ ਵਿੱਚ ਜਿਵੇਂ ਅਸੀਂ ਇੰਡੀਆ ਦੇ ਵਿੱਚ ਈਵਨ ਮੁਰਗੀ ਖਾਨੇ ਦੇ ਵਿੱਚ ਉਵੇਂ ਦੀ ਸਿਚੁਏਸ਼ਨ ਨਹੀਂ ਹੁੰਦੀ, ਜਿਵੇਂ ਉਹ ਲਾਈਵ ਇੱਥੇ ਜੀਂਦੇ ਨੇ ਕਈ ਵਾਰ, ਉਹ ਉਹਨਾਂ ਦੇ ਹਾਲਾਤ ਜਿਹੜੇ ਆ ਉਵੇਂ ਦੇ ਮਜਬੂਰ ਹੋ ਜਾਂਦੇ ਆ। ਸੋ ਅਸੀਂ ਸਾਡੇ ਨਾਲ ਹੋਰ ਵੀ ਕਾਲਰ ਜੁੜ ਚੁੱਕੇ ਆ ਔਰ ਇਹ ਪ੍ਰੋਗਰਾਮ ਅੱਗੇ ਇਸੇ ਤਰ੍ਹਾਂ ਜਾਰੀ ਰੱਖੇਗਾ। ਸਾਡੇ ਨਾਲ ਅਮਨਦੀਪ ਸਿੰਘ ਜੀ, ਤੁਸੀਂ ਔਨ ਦਾ 에ਅਰ ਹੋ, ਤੁਸੀਂ ਆਪਣਾ ਕੀ ਵਿਚਾਰ ਦੇਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਨੱਤ ਬੋਲਦਾ ਜੀ। ਹਾਂਜੀ ਹਾਂਜੀ ਭਾਜੀ, ਮੈਂ ਸਟੂਡੈਂਟ ਤਾਂ ਨਹੀਂ ਹੈਗਾ, ਮੈਂ ਇੱਥੇ PR ਆ। ਓਕੇ ਜੀ। ਤੇ ਮੈਂ ਨਾ ਸਟੂਡੈਂਟ ਨੂੰ ਹੀ ਘਰ ਦਿੱਤਾ ਹੋਇਆ ਆਪਣਾ ਰੈਂਟ ਤੇ। ਚਲੋ ਬਹੁਤ ਚੰਗੀ ਗੱਲ ਹੈ ਜੀ। ਹਾਂਜੀ ਹਾਂ, ਤੇ ਕਈ ਲੋਕ ਕਹਿੰਦੇ ਨੇ ਵੀ ਸਟੂਡੈਂਟ ਗੰਦ ਪਾਉਂਦੇ ਆ, ਇਹ ਕਰਦੇ ਆ, ਉਹ ਕਰਦੇ ਆ ਨਾ। ਉਹ ਆਪਾਂ ਨੂੰ ਕਦੇ ਕਦੇ ਮੰਥ ਦੇ ਵਿੱਚ ਨਾ ਬੁਲਾ ਲੈਂਦੇ ਨੇ, ਪਾਰਟੀ ਕਰਦੇ ਨੇ ਜਦ। ਹਾਂਜੀ। ਤੇ ਹੁਣ ਮੈਂ ਉਹਨਾਂ ਦੇ ਘਰੇ, ਆਪਣੇ ਘਰੇ ਜਾਣਾ ਜਦ, ਤੇ ਪਤਾ ਲੱਗਦਾ ਆ ਵੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਤੇ ਵੀ ਉਹਨਾਂ ਦੀ ਸਫਾਈ ਦੇਖ ਕੇ ਨਾ, ਜਿਵੇਂ ਉਹਨਾਂ ਦੀ ਸਫਾਈ ਰੱਖੀ ਦੀ ਆ ਘਰ 'ਚ। ਉੱਧਰ ਪਾਰਟੀ ਸੀ ਸਾਡੀ, ਚਲੋ ਨਾ ਅਸੀਂ ਰਾਤ ਨੂੰ ਪਾਰਟੀ ਕੀਤੀ ਤੇ ਸਵੇਰੇ ਉੱਠ ਕੇ ਕੋਈ ਵਿਚਾਰਾ ਸਫਾਈ ਕਰ ਰਿਹਾ, ਕੋਈ ਕੰਮ ਆਪਣੇ ਕੰਮ ਤੇ ਜਾਣ ਲਈ ਰੋਟੀ ਬਣਾ ਰਿਹਾ, ਜਾਂ ਕਿਸੇ ਨੇ ਕਾਲਜ ਜਾਣਾ, ਸਾਰੇ ਆਪਣੇ ਆਪਣੇ ਕੰਮ ਲੱਗੇ ਹੋਏ ਸੀ ਨਾ। ਮੈਨੂੰ ਦੇਖ ਕੇ ਬੜਾ ਵਧੀਆ ਲੱਗਿਆ ਵੀ ਆਪਣੇ ਇੱਥੇ ਕਹਿੰਦੇ ਨੇ ਵੀ ਘਰ ਨਹੀਂ ਦੇਣਾ ਚਾਹੀਦਾ ਸਟੂਡੈਂਟ ਨੂੰ, ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਮੈਂ ਤਾਂ ਇਹੀ ਕਹੂੰਗਾ ਵੀ ਇਹਨਾਂ ਦਾ ਆਪਾਂ ਨੂੰ ਹੀ ਕਰਨਾ ਪੈਣਾ ਆ, ਕਿਉਂਕਿ ਹੁਣ ਕੋਈ ਬਾਹਰੋਂ ਆ ਕੇ ਦਾ ਕੰਮ ਤੋਰਿਆ ਨਾ। ਅਮਨਦੀਪ, ਤਾਂ ਵੇਖੋ ਮੈਂ ਚਾਹੁੰਦਾ ਕਿ ਬਹੁਤ ਸਾਰੇ ਲੋਕ ਤੁਹਾਡੇ ਵਰਗੇ ਹੋਣ। 100% ਮੈਂ ਇਸ ਚੀਜ਼ ਨਾਲ ਐਗਰੀ ਕਰਦਾ, ਕਿਉਂਕਿ ਬੱਚੇ ਵੇਖੋ ਸਾਡੇ ਇੱਥੇ ਦੇ ਕੈਨੇਡੀਅਨ ਬੱਚੇ ਜਿਹੜੇ ਆ ਉਹ ਵੀ ਗੰਦ ਬਹੁਤ ਪਾਉਂਦੇ ਆ ਔਰ ਅਸੀਂ ਇਸ ਚੀਜ਼ ਨੂੰ ਜਾਣਦੇ ਵੀ ਆ। ਹੁੰਦਾ ਕੀ ਹੈ ਕਿ ਅਸੀਂ ਇਹ ਚੀਜ਼ ਭੁੱਲ ਜਾਂਦੇ ਆ ਕਿ ਜਿਹੜਾ ਇੱਕ ਇੰਟਰਨੈਸ਼ਨਲ ਸਟੂਡੈਂਟ ਆ, ਉਹਨੇ ਸਿਰਫ ਰੋਟੀ ਨਹੀਂ ਬਣਾਉਣੀ, ਉਹਨੇ ਰੋਟੀ ਨਾਲ ਲੈ ਕੇ ਜਾਣੀ ਆ, ਰਾਤ ਨੂੰ ਕੰਮ ਵੀ ਕਰਨਾ ਆ, ਉਹਦੇ ਕੋਲ ਬਹੁਤੀ ਵਾਰੀ ਕਾਰ ਵੀ ਹੈ ਨਹੀਂ, ਉਹਨੂੰ ਕੋਈ ਹੋਰ ਸਪੋਰਟ ਵੀ ਨਹੀਂ ਹੈਗੀ, ਉਹਦਾ ਕੋਈ ਵੀਕਐਂਡ ਨਹੀਂ, ਉਹਨੂੰ ਕੋਈ ਰੈਸਟ ਨਹੀਂ, ਕੋਈ ਉਹਦਾ ਸਹਾਰਾ ਨਹੀਂ। ਔਰ ਉਹਦੇ ਬਾਵਜੂਦ ਵੀ ਜੇ ਕਿਤੇ ਥੋੜਾ ਬਹੁਤ ਕੋਈ ਇੱਕ ਆਧ ਕੋਈ ਵੀਡੀਓ ਬਾਹਰ ਆ ਜਾਂਦਾ ਜਿੱਥੇ ਕਿ ਉਹਨਾਂ ਨੇ ਕੋਈ ਨੁਕਸਾਨ ਕੀਤਾ ਆ ਜਾਂ ਉਹਨਾਂ ਨੇ ਕੋਈ ਚੀਜ਼ ਹੋਰ ਕੀਤੀ ਆ, ਤਾਂ ਅਸੀਂ ਸਾਰਿਆਂ ਨੂੰ ਹੀ ਆਲਮੋਸਟ ਬੇਘਰ ਕਰ ਦਿੰਦੇ ਆ, ਜਾਂ ਫਿਰ ਉਹਨਾਂ ਨੂੰ ਇਹੋ ਜਿਹੇ ਹਾਲਾਤਾਂ ਦੇ ਵਿੱਚ ਰੱਖਦੇ ਆ ਕਿ ਉਹ ਬੇਸਮੈਂਟ ਰਹਿਣ ਲਾਇਕ ਨਹੀਂ ਹੁੰਦੀ ਜਿਹਦੇ ਵਿੱਚ ਉਹ ਰਹਿੰਦੇ ਆ, ਔਰ ਉਹਨਾਂ ਦੀ ਮਜਬੂਰੀ ਆ ਔਰ ਉਹਨਾਂ ਤੋਂ ਅਸੀਂ ਪੈਸੇ ਵੀ ਠੋਕ ਕੇ ਲੈਂਦੇ ਆ। ਇਹ ਜਿਹੜੀ ਚੀਜ਼ ਆ ਇਹ ਡੈਫੀਨਿਟਲੀ ਇੱਕ ਐਕਸਪਲੋਇਟੇਸ਼ਨ ਆ। ਔਰ ਮੈਂ ਇਸ ਚੀਜ਼ ਤੋਂ ਵੀ ਜਾਣਕਾਰ ਹੈਗਾ ਕਿ ਜਦੋਂ ਸਿਟੀ ਨੂੰ ਇਸ ਕੋਈ ਇਹੋ ਜਿਹੀ ਇਨਫੋਰਮੇਸ਼ਨ ਮਿਲਦੀ ਆ, ਡੈਫੀਨਿਟਲੀ ਸਿਟੀ ਦੀ ਇਨਫੋਰਸਮੈਂਟ ਟੀਮ ਜਿਹੜੀ ਆ ਕੇ ਉਹ ਫਾਈਨ ਵੀ ਦਿੰਦੀ ਕਰਦੀ ਆ ਲੈਂਡਲੋਰਡ ਨੂੰ। ਮਗਰ ਬਹੁਤ ਵਾਰੀ ਇਸ਼ੂ ਇਹ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੇ ਰਾਈਟਸ ਹੀ ਨਹੀਂ ਪਤਾ। ਜਦੋਂ ਤੱਕ ਉਹਨਾਂ ਨੂੰ ਉਹਨਾਂ ਦੇ ਰਾਈਟਸ ਪਤਾ ਲੱਗਦੇ ਨੇ, ਕੈਨੇਡੀਅਨ ਲਾਅ ਪਤਾ ਲੱਗਦਾ ਆ, ਉਦੋਂ ਤੱਕ ਉਹ PR ਹੋ ਚੁੱਕੇ ਹੁੰਦੇ ਨੇ। ਸੋ ਇਹ ਇੱਕ ਕੰਟੀਨਿਊਸ ਜਿਹੜਾ ਆ ਸਿਸਟਮ ਚੱਲੀ ਆ ਰਿਹਾ। ਤੁਸੀਂ ਕਾਲ ਕੀਤੀ ਆ ਔਰ ਤੁਸੀਂ PR ਹੋ, ਤੁਸੀਂ ਘਰ ਰੈਂਟ ਤੇ ਦਿੱਤਾ ਆ, ਉਹਨਾਂ ਨੂੰ ਬੇਸਮੈਂਟ ਤੇ ਤੁਹਾਡੀ ਵਿਊਜ਼ ਬੜੇ ਡਿਫਰੈਂਟ ਨੇ। ਤੇ ਵੀ ਮੇਰਾ ਨੰਬਰ ਤੁਹਾਡੇ ਕੋਲ ਆ ਹੀ ਗਿਆ ਹੁਣ, ਮੈਂ ਆਪਣੇ ਘਰ ਦਾ ਐਡਰੈਸ ਵੀ ਸੈਂਡ ਕਰ ਸਕਦਾ। ਜਿਹੜੇ ਉਹਨਾਂ ਕਹਿੰਦੇ ਨੇ ਸਟੂਡੈਂਟ ਗੰਦ ਪਾਉਂਦੇ ਆ, ਉਹ ਕਦੇ ਵੀ ਆ ਕੇ ਉੱਥੇ ਜਾ ਕੇ ਚੈੱਕ ਕਰ ਸਕਦੇ ਨੇ ਵੀ ਉਹਨਾਂ ਨੇ ਕਿੰਨਾ ਸਾਫ਼ ਘਰ ਰੱਖਿਆ ਹੋਇਆ। ਅਮਨਦੀਪ ਜੀ, ਬਹੁਤ ਬਹੁਤ ਮਿਹਰਬਾਨੀ। ਔਰ ਤੁਸੀਂ ਇਹ ਚੀਜ਼ ਦੀ ਸਾਰਿਆਂ ਨੂੰ ਗਾਰੰਟੀ ਦਿੱਤੀ ਹੈ ਕਿ ਸਾਰੇ ਇੱਕ ਨਹੀਂ ਹੁੰਦੇ, ਤੁਸੀਂ ਇੱਕ ਉਦਾਹਰਨ ਹੋ, ਤੁਹਾਡਾ ਘਰ ਇੱਕ ਉਦਾਹਰਨ ਆ। ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਹੋ। ਸਾਡੇ ਨਾਲ ਇੱਕ ਹੋਰ ਕਾਲਰ ਵੀ ਜੁੜ ਚੁੱਕੇ ਆ। ਤੁਹਾਡਾ ਲਾਸਟ ਨੰਬਰ ਹੈਗਾ ਜੀ 25712571। ਤੁਹਾਡੇ ਇਸ ਚੀਜ਼ ਜਿਹੜਾ ਤੁਸੀਂ ਮੁੱਦਾ ਸੁਣ ਰਹੇ ਹੋ ਇੰਟਰਨੈਸ਼ਨਲ ਸਟੂਡੈਂਟ ਦਾ, ਉਹਦੇ ਬਾਰੇ ਤੁਹਾਡੇ ਕੀ ਵਿਚਾਰ ਹਨ? ਕਰਨਲ ਰੁਪਿੰਦਰ ਇਸ ਨਰਿੰਦਰ ਸੈਣੀ। ਸੈਣੀ ਭਾਜੀ, ਬਹੁਤ ਬਹੁਤ ਧੰਨਵਾਦ। ਰੇਡੀਓ ਜ਼ਿੰਦਾਬਾਦ ਵੱਲੋਂ ਤੁਹਾਡਾ ਸਵਾਗਤ ਹੈ। ਮੈਂ USA ਡੈਲਾਵੇਅਰ ਚ ਮੇਰੀ ਡਾਟਰ ਹੈ ਤੇ ਉਹਦੇ ਕੋਲ ਹੈ। ਥੈਂਕ ਯੂ ਸੋ ਮਚ ਜੀ। ਐਂਡ ਵਾਂਸ ਅਗੇਨ ਤੁਹਾਨੂੰ ਰੇਡੀਓ ਜ਼ਿੰਦਾਬਾਦ ਵਾਸਤੇ ਬਹੁਤ ਬਹੁਤ ਮੁਬਾਰਕਾਂ। ਯੂ ਆਰ ਡੂਇੰਗ ਅ ਗ੍ਰੇਟ ਜੌਬ ਵੇਅਰ ਐਵਰ ਯੂ ਆਰ। ਥੈਂਕ ਯੂ ਜੀ।
ਮੈਂ ਥੋੜਾ ਜਿਹਾ ਇਹਦੇ ਬਾਰੇ ਤੁਹਾਡੇ ਸਟੂਡੈਂਟਸ ਦਾ ਜਿਹੜਾ ਕੋਈ ਇਸ਼ੂ ਹੈਗਾ, ਔਰ ਦੂਜਾ ਵੀ ਜਿਹੜਾ ਤੁਸੀਂ ਲਾਊਡ ਸਪੀਕਰ ਦੀ ਗੱਲ ਕੀਤੀ ਸੀ, ਆਈ ਵੁੱਡ ਲਾਈਕ ਟੂ ਗਿਵ ਮਾਈ ਵਿਊਜ਼ ਇਫ ਯੂ ਅਲਾਉ ਮੀ। ਹਾਂਜੀ ਬਿਲਕੁਲ ਜੀ, ਜ਼ਰੂਰ ਤੁਸੀਂ ਔਨ ਦਾ ਏਅਰ ਹੋ, ਤੁਸੀਂ ਆਪਣੇ ਵਿਊਜ਼ ਜਿਹੜੇ ਆ ਦੇ ਸਕਦੇ ਹੋ। ਹਾਂ ਕੱਲ ਰੁਪਿੰਦਰ ਦੇਖੋ, ਤੁਸੀਂ ਇੱਕ ਪ੍ਰੋਪੋਜੀਸ਼ਨ ਤਾਂ ਦੇਖੋ, ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਹੈ ਨਾ, it's something like the government has allowed it. Government ने allow किया international students ਨੂੰ ਇੱਥੇ ਬੁਲਾਣਾ, because it suits the government, it suits the Canadian government. It's a first of all ਤੁਸੀਂ ਇਹ ਦੇਖੋ, as a from a business point of view, 4 ਗੁਣਾ 3 ਗੁਣਾ 4 ਗੁਣਾ ਫੀਸ ਉਹਨਾਂ ਦੀ, ਜੀ ਜੀ, ਫਿਰ ਉਹਨਾਂ ਦੇ ਲਰਨਿੰਗ ਕਾਸਟ, when they come here ਉਹ ਬੇਸਮੈਂਟ ਰਹਿੰਦੇ, ਉਹਦਾ ਕਿਰਾਇਆ ਦਿੰਦੇ, ਦੈਟ ਐਡਸ ਟੂ ਦਾ ਇਕੋਨਮੀ। ਕਾਰ ਲੈਂਦੇ ਆ, ਉਹ ਇੰਸ਼ੋਰੈਂਸ ਦਿੰਦੇ ਆ, ਹੋਰ ਇੰਸ਼ੋਰੈਂਸ ਭਰਦੇ ਆ, ਸਮਾਨ ਖਰੀਦਦੇ ਆ, they add to the economy at all level। ਔਰ ਅਲਟੀਮੇਟਲੀ ਔਰ ਪੜ੍ਹੇ ਲਿਖੇ ਆ, ਯੰਗ ਫੋਰਸ ਹੈ, ਯੰਗ ਜਿੱਦਾਂ ਤੁਸੀਂ ਸਮਝੋ 18 19 20 ਸਾਲ ਤੋਂ ਸ਼ੁਰੂ ਆ ਜਾਂਦੇ ਆ, ਉਹਨਾਂ ਦਾ ਐਨਰਜੀ ਲੈਵਲ ਇਜ਼ ਵੈਰੀ ਹਾਈ ਐਂਡ ਦੇ ਆਰ ਹੰਗਰੀ, ਦੇ ਵਾਂਟ ਟੂ ਐਸਟੈਬਲਿਸ਼ ਦੈਮਸੈਲਫ। तो अगले 50 साल वास्ते कैनेडा ਨੂੰ ਵਰਕ ਫੋਰਸ ਮਿਲ ਜਾਂਦੀ ਆ, ਫੁੱਲੀ ਟ੍ਰੇਨਡ, ਨਾ ਉਹਨੂੰ ਇੰਗਲਿਸ਼ ਸਿਖਾਉਣ ਦੀ ਲੋੜ ਹੈ ਤੇ ਨਾ ਉਹਨੂੰ ਕੰਮ ਦੱਸਣ ਦੀ ਲੋੜ ਹੈ, ਆਪਣੇ ਆਪ ਹੀ ਕਰਦੀ ਹੈ। ਦਿਸ ਇਜ਼ ਹਾਊ ਇਟ ਇਜ਼ ਵਰਕਿੰਗ, ਰਾਈਟ ਜੀ ਬਿਲਕੁਲ ਸੈਣੀ ਸਾਹਿਬ। ਅਨਫੋਰਚੂਨੇਟਲੀ ਨਾਓ ਫਰੋਮ ਦਾ ਅਦਰ ਪੁਆਇੰਟ ਆਫ ਵਿਊ, ਜਿਹੜਾ ਵੀ ਕੋਈ ਬਾਹਰੋਂ ਆਉਂਦਾ, ਚਾਹੇ ਉਹ ਸਟੂਡੈਂਟਸ ਆਉਂਦੇ ਆ, ਚਾਹੇ ਕੋਈ ਮੈਚਿਓਰ ਬੰਦੇ ਹੋਰ ਆਉਂਦੇ ਆ PR ਲੈ ਕੇ, ਕਿਸੇ ਨੂੰ ਇੱਥੇ ਦੇ ਕਲਚਰ ਦਾ ਪਤਾ ਨਹੀਂ ਹੈ। ਗਵਰਨਮੈਂਟ ਦੀ ਰਿਸਪੌਂਸਿਬਿਲਿਟੀ ਬਣਦੀ ਆ ਕਿ ਜਦੋਂ ਉਹਨਾਂ ਨੂੰ ਇੰਨਾ ਕੰਟਰੀਬਿਊਟ ਕਰਦੇ ਔਰ ਕੰਟਰੀ ਦਾ ਫਿਊਚਰ ਬਣਾ ਰਹੇ ਆ ਇਹ ਸਟੂਡੈਂਟਸ ਆ ਕੇ, ਕੱਲ੍ਹ ਨੂੰ ਇਹਨਾਂ ਨੇ ਹੀ ਕੈਨੇਡੀਅਨ ਹੋਣਾ ਔਰ ਇਹਨਾਂ ਨੇ ਸਾਰਾ ਕੁਝ ਸੰਭਾਲਣਾ ਹੈਗਾ। ਤੇ ਇਹਨਾਂ ਦੀ ਜਦੋਂ ਉਹ ਇੰਨਾ ਇੱਥੇ ਕੰਟਰੀਬਿਊਟ ਕਰ ਰਹੇ ਆ, ਤੇ ਉਹਨਾਂ ਦੇ ਆਉਣ ਤੇ ਉਹਨਾਂ ਦੀ ਪ੍ਰੋਪਰ ਸਿਸਟਮ ਦੇ ਵਿੱਚ ਉਹਨਾਂ ਨੂੰ ਇੰਟੀਗ੍ਰੇਟ ਕਰਨ ਦਾ ਔਰ ਇੱਥੇ ਦੇ ਸਿਸਟਮ ਨੂੰ ਦੱਸਣ ਦਾ, ਇਹ ਗਵਰਨਮੈਂਟ ਦੀ ਸੀਰੀਅਸ ਰਿਸਪੌਂਸਿਬਿਲਿਟੀ ਬਣਦੀ ਆ। ਪਰ ਬਹੁਤ ਕਾਲਜਿਸ ਇੱਦਾਂ ਦੇ ਆ ਜਿੱਥੇ ਹਫ਼ਤੇ ਦੇ ਵਿੱਚ ਸਿਰਫ 2 ਦਿਨ ਕਲਾਸਾਂ ਲੱਗਦੀਆਂ, ਐਂਡ ਆਈ ਕੇਮ ਟੂ ਨੋ ਕਿ ਉਹ ਜੇ ਨਾ ਵੀ ਲਗਾਉਣ ਤਾਂ ਉਹ ਕਹਿੰਦੇ ਕੋਈ ਗੱਲ ਨਹੀਂ, ਅਟੈਂਡੈਂਸ ਦੀ ਲੋੜ ਨਹੀਂ ਹੈ। ਦੂਜੀ ਗੱਲ ਇਹ ਹੈ ਕਿ ਐਂਡ ਦੈਨ ਦੇ ਆਰ ਫ੍ਰੀ, ਵੈਨ ਦੇ ਆਰ ਫ੍ਰੀ ਮੀਨਸ ਦੇ ਕੈਨ ਡੂ ਐਨੀ ਵਰਕ। ਔਰ ਫਿਰ ਉਹ ਉਹਨਾਂ ਦੇ ਡ੍ਰੀਮਸ ਆ, ਯੰਗ ਹੈਗੇ, ਡ੍ਰੀਮਸ ਹੁੰਦੇ ਆ ਉਹਨਾਂ ਦੇ, ਦੇ ਬਾਏ ਬਿਗ ਕਾਰ, ਦੈਨ ਦੇ ਫਲੌਂਟ ਇਟ, ਦਿਖਾਉਂਦੇ ਆ ਕਿ ਹਾਂਜੀ ਸਾਡੇ ਕੋਲ ਇਤਨੇ ਕਾਰਾਂ ਹੈਗੀਆਂ, ਅਸੀਂ ਆਹ ਕਰ ਸਕਦੇ ਹਾਂ। ਸਪੈਸ਼ਲੀ ਸਾਡੇ ਪੰਜਾਬ ਵਾਲੇ ਜਿਹੜੇ ਸਟੂਡੈਂਟ ਆ, ਉਹਨਾਂ ਦੇ ਤਾਂ ਗੀਤ ਤਾਂ ਗਾਣੇ ਵਾਲਿਆਂ ਨੇ ਵੀ ਚੱਕ ਲਓ ਬੰਦੂਕਾਂ ਔਰ ਗੱਡੀ ਚੱਕਤੀ, ਉਹ ਜਿੱਦਾਂ ਉਹ ਟਾਇਰ ਘਸਾਉਣ ਵਾਲਾ ਵੀ ਵੀਡੀਓ ਆਇਆ ਸੀਗਾ। ਹੋਰ ਜਿਹੜੇ ਕੰਮ ਕਰਦੇ ਉੱਥੇ ਇੰਡੀਆ ਦੇ ਵਿੱਚ ਕਾਲਜਿਸ, ਦੈਨ ਉਹਨਾਂ ਨੂੰ ਪਤਾ ਹੀ ਨਹੀਂ ਇੱਦਾਂ ਲਾਅ ਐਂਡ ਆਰਡਰ ਕਿੱਦਾਂ ਹੈਗਾ, ਸਿਸਟਮ ਇੱਥੇ ਕਿੱਦਾਂ ਦਾ ਹੈਗਾ। ਕੰਪੇਅਰ ਦਾ ਪੰਜਾਬ ਪੁਲਿਸ ਐਂਡ ਦੈਨ ਕੰਪੇਅਰ ਵਿਦ ਆਵਰ ਪੁਲਿਸ, so they are not aware, they need to be made aware, and colleges are also made to be responsible ਕਿ ਤੁਸੀਂ ਇਹਨਾਂ ਨੂੰ ਪੂਰੀ ਜਿਹੜੀ ਇੰਟੀਗ੍ਰੇਸ਼ਨ ਦਾ ਆ, ਉਹ ਇੱਕ ਪੀਰੀਅਡ ਤੁਹਾਡਾ ਇੰਟੀਗ੍ਰੇਸ਼ਨ ਦਾ ਲੱਗਣਾ ਚਾਹੀਦਾ, ਜਿਹਦੇ ਵਿੱਚ ਚਾਹੇ ਪੁਲਿਸ ਦਾ ਬੰਦਾ ਬੈਠਾ ਹੋਵੇ ਜਾਂ ਕੋਈ ਹੋਰ ਐਡਮਿਨਿਸਟ੍ਰੇਸ਼ਨ ਦਾ ਬੰਦਾ ਬੈਠਾ ਹੋਵੇ, ਜਿਹੜਾ ਕਿ ਉਹਨੂੰ ਪ੍ਰੋਪਰ ਮੋਨੀਟਰ ਕਰੇ। ਦੂਜੀ ਉਹਨਾਂ ਦੇ ਬਹਿਣ ਦੀ ਜਗ੍ਹਾ ਜਿਹੜੀ ਹੈ ਨਾ ਜੀ, ਐਕਸਪਲੋਇਟੇਸ਼ਨ ਉੱਥੋਂ ਸ਼ੁਰੂ ਹੁੰਦੀ ਹੈ ਜਦੋਂ ਡਿਮਾਂਡ ਸਪਲਾਈ ਵਾਲੀ ਗੱਲ ਹੈ, ਬੰਦੇ ਮੰਗ ਰਹੇ ਜ਼ਿਆਦਾ ਆ ਤੇ ਜਗ੍ਹਾ ਘੱਟ ਹੈਗੀ ਆ, तो ਉੱਥੇ 20 ਬੱਚੇ 16 ਬੱਚੇ ਮੈਂ ਦੇਖੇ ਆ, ਠੀਕ ਹੈ ਜੀ। ਔਰ ਉੱਥੋਂ ਵੀ ਪਤਾ ਬੱਚੇ ਨੂੰ ਆ ਗਿਆ ਕਿ ਉਹਨਾਂ ਦੇ ਫੰਡ ਜਮ੍ਹਾਂ ਕਰਾਉਂਦੇ ਆ ਉੱਥੇ, ਇੱਥੇ ਆ ਕੇ ਉਹ ਦੇ ਆਰ ਨਾਟ ਸਪੋਜ਼ ਟੂ ਵਰਕ, ਪਰ ਕਿਉਂਕਿ ਸਾਰਾ ਕੁਝ ਟਾਈਮ ਹੈਗਾ ਉਹਨਾਂ ਕੋਲ ਔਰ ਉਹਨਾਂ ਦੇ ਮਾਈਂਡ 'ਚ ਹੈਗਾ ਕਿ ਅਸੀਂ ਪੈਸੇ ਕਮਾ ਕੇ ਆਪਣੇ ਸਾਥ ਦੇ ਡੂ ਇਟ, ਔਰ ਕਿਤੇ ਵੀ ਜਾ ਕੇ ਕੰਪਰੋਮਾਈਜ਼ ਕਰਕੇ ਉਹ ਕੰਮ ਕਰਨਾ ਸ਼ੁਰੂ ਕਰ ਦਿੰਦੇ। ਦਿਸ ਇਜ਼ ਵਾਟ ਇਜ਼ ਗੋਇੰਗ ਔਨ ਐਵਰੀਵੇਅਰ। ਜਿਹੜਾ ਤੁਸੀਂ 1% 2% ਆਪਾਂ ਗੱਲ ਕਰਦੇ ਹਾਂ, ਜਿਹੜੇ ਇੱਦਾਂ ਦੇ ਬੱਚੇ ਹੈਗੇ ਆ ਜਿਹੜੇ ਗਲਤ ਕੰਮ ਕਰਦੇ ਆ, there should be strict law for that so that they understand this is not acceptable here। ਇਸ ਸੋਸਾਇਟੀ ਦੇ ਵਿੱਚ ਇਹ ਚੀਜ਼ ਨਹੀਂ ਚੱਲ ਸਕਦੀ ਹੈ ਨਾ। ਅਪਾਰਟ ਫਰੋਮ ਦੈਟ ਅਗਰ ਚਾਹੇ ਬਿਜ਼ਨਸ 'ਚ ਤੁਸੀਂ ਦੇਖ ਲਓ, ਤੁਸੀਂ ਸਾਡੇ ਬਿਜ਼ਨਸ ਦੇ ਵਿੱਚ ਖਾਸ ਕਰਕੇ ਮੈਕਸੀਮਮ ਮੈਂ ਰੈਸਟੋਰੈਂਟ 'ਚ ਦੇਖਿਆ, ਕਈ ਬੱਚਿਆਂ ਨਾਲ ਮੈਂ ਗੱਲ ਕੀਤੀ ਆ, ਉਹ ਕਹਿੰਦੇ ਸਿਰਫ ਅਸੀਂ ਟਿਪ ਤੇ ਸਰਵਾਈਵ ਕਰਦੇ ਹਾਂ, ਵੀ ਡੋਂਟ, ਐਂਡ ਦੇਰ ਆਰ ਮੈਨੀ ਪਲੇਸਿਸ ਵੇਅਰ ਦੇ ਪੇ ਦਾ ਮਨੀ ਟੂ ਵਰਕ ਦੇਅਰ ਸੋ ਦੈਟ ਉਹਨਾਂ ਦਾ ਵਰਕ ਐਕਸਪੀਰੀਅੰਸ ਬਣ ਜਾਏ। ਔਰ ਸਾਡੇ ਬੰਦੇ ਹੀ ਜਿਹੜੇ ਸ਼ਿਕਾਇਤਾਂ ਲਗਾਉਂਦੇ ਆ, ਉਹੀ ਬੰਦੇ ਉਹਨਾਂ ਨੂੰ ਐਕਸਪਲੋਇਟ ਕਰਦੇ ਆ। ਬੱਚਿਆਂ ਨੂੰ ਵੀ ਪਹਿਲਾਂ ਪਤਾ ਹੈਗਾ ਕਿ ਜੀ ਉੱਥੇ ਅਸੀਂ ਪੜ੍ਹਨ ਜਾਣਾ ਹੈ, ਦੇ ਕੰਮ ਐਜ਼ ਅ ਸਟੂਡੈਂਟ,
ਐਂਡ ਉਹਦੇ ਸਾਰੇ ਫੰਡ ਉਹਨਾਂ ਦੇ ਜਮ੍ਹਾਂ ਕਰਵਾਉਂਦੇ ਪਹਿਲਾਂ ਉੱਥੋਂ, ਤਾਂ ਕਿ ਉਹਨਾਂ ਨੂੰ ਉੱਥੇ ਜਾ ਕੇ ਕੰਮ ਨਾ ਕਰਨਾ ਪਵੇ, ਖੱਜਲ ਖੁਆਰ ਨਾ ਪਵੇ, ਤੇ ਬੱਚਿਆਂ ਨੂੰ ਵੀ ਆਪਣੇ ਡ੍ਰੀਮ ਜਿਹੜੇ ਆ ਨਾ ਜੀ ਉਹ ਥੋੜਾ ਕੰਟਰੋਲ 'ਚ ਰੱਖਣਾ ਚਾਹੀਦਾ। ਮੇਰਾ ਇਹਦੇ ਬਾਰੇ ਤਾਂ ਇਹ ਵਿਚਾਰ ਹੈ। ਬਾਕੀ ਜਿਹੜਾ ਤੁਸੀਂ ਲਾਊਡ ਸਪੀਕਰ ਵਾਲੀ ਗੱਲ ਕੀਤੀ ਹੈ ਉਹ ਫਿਰ ਬਾਅਦ ਕਰਨੀ ਹੈ ਕਿ ਹੁਣੇ ਕਰ ਸਕਦਾ ਮੈਂ? ਤੁਸੀਂ ਸੈਣੀ ਸਾਹਿਬ ਇਫ ਯੂ ਕੈਨ ਜਸਟ ਹੋਲਡ ਦ ਲਾਈਨ ਫॉर ਸਮ ਟਾਈਮ, ਅਸੀਂ ਬ੍ਰੇਕ ਲੈ ਕੇ ਉਹਦੇ ਬਾਅਦ। ਹਾਂਜੀ, ਥੈਂਕ ਯੂ ਜੀ। ਸਾਡੇ ਨਾਲ ਇੱਕ ਹੋਰ ਕਾਲਰ ਜਿਹੜੇ ਉਹ ਵੀ ਜੁੜ ਚੁੱਕੇ ਆ। ਤੁਹਾਡਾ ਫੋਨ ਨੰਬਰ ਹੈ ਜੀ 4064। ਤੁਸੀਂ ਆਪਣਾ ਨਾਂ ਜ਼ਰੂਰ ਦੱਸੋ ਔਰ ਰੇਡੀਓ ਜ਼ਿੰਦਾਬਾਦ ਤੇ ਤੁਹਾਡਾ ਸਵਾਗਤ ਹੈ। ਜੀ ਪਿੰਡਰ, ਤੁਸੀਂ ਰੇਡੀਓ ਜ਼ਿੰਦਾਬਾਦ ਤੇ ਬਹੁਤ ਹੀ ਵਧੀਆ ਮੁੱਦਾ ਚੁੱਕਿਆ। ਮਹਾਰਾਜ ਚੜ੍ਹਦੀ ਕਲਾ ਕਰੇ, ਤੁਹਾਡੀ ਕਿਰਪਾ ਕਰੇਗੀ, ਤੁਸੀਂ ਵੀ ਤਰੱਕੀਆਂ ਕਰੋ। ਥੈਂਕ ਯੂ ਜੀ। ਤੁਸੀਂ ਮੁੱਦਾ ਏਡਾ ਚੱਕਿਆ ਕਿਉਂਕਿ ਸਟੂਡੈਂਟ, ਮੈਂ ਭਾਵੇਂ ਟਰੱਕ ਚਲਾਉਣਾ, ਮੇਰੇ ਨਾਲ ਇਹ ਕੰਮ ਕਰਦੇ ਨੇ, ਚਲੋ ਵਿਚਾਰੇ ਡਬਲ ਸ਼ਿਫਟ ਲਾਉਂਦੇ ਨੇ, ਸੋ ਕੰਮ ਚਲੋ ਨਹੀਂ ਇੰਨਾ ਕਰਨਾ ਚਾਹੀਦਾ, ਪਰ ਫਿਰ ਵੀ ਉਹਨਾਂ ਨੂੰ ਮਤਲਬ ਕਰਨਾ ਹੀ ਪੈਂਦਾ, ਨਹੀਂ ਕਰਦਾ। ਸੋ ਡੈਟਸ ਵਾਈ ਮੈਂ ਕਈ ਵਾਰੀ ਹਿਸਾਬ ਲਾਉਂਦਾ, ਆਪਾਂ ਸੈਟਰਡੇ ਸੰਡੇ ਆਪਣਾ ਫਨ ਕਰਦੇ ਹਾਂ, ਘਰੇ ਆ ਜਾਂਦੇ ਹਾਂ, ਪਰ ਉਹ ਵਿਚਾਰੇ ਫਿਰ ਕੰਮ ਤੇ ਹੁੰਦੇ ਉਸ ਦਿਨ, ਉਹ ਸੱਤੇ ਦਿਨ ਕੰਮ ਕਰਦੇ। ਸੋ ਤੁਸੀਂ ਬਹੁਤ ਵਧੀਆ ਮੁੱਦਾ ਚੁੱਕਿਆ। ਉਹਨਾਂ ਦੀ ਹੈਲਪ ਬਿਲਕੁਲ ਕਰਨੀ ਚਾਹੀਦੀ ਗੌਰਮੈਂਟ ਨੂੰ, ਸਾਡੀ ਕਮਿਊਨਿਟੀ ਨੂੰ, ਸਾਰਿਆਂ ਨੂੰ। ਸੋ ਬਾਕੀ ਜੋ ਸਰਵਾਈਵ ਕਰਦੇ ਨੇ, ਤੁਹਾਨੂੰ ਪਤਾ ਕਿ ਫੀਸਾਂ ਦਾ ਜਿੱਦਾਂ ਆਪਾਂ ਗੱਲਾਂ ਕਰ ਹੀ ਰਹੇ ਹਾਂ, ਨੌਕਰ ਗੱਲਾਂ ਨੇ, ਫੀਸਾਂ, ਕੰਮ, ਇਹਦੇ ਨਾਲ ਮਤਲਬ ਉਹਨਾਂ ਨੂੰ ਬਹੁਤ ਕੁਝ ਸਰਵਾਈਵ ਕਰਨਾ ਪੈਂਦਾ। ਤੁਹਾਨੂੰ ਪਤਾ, ਮੈਂ ਇੰਨੀ ਗੱਲ ਕਹਿ ਸਕਦਾ, ਪੰਜਾਬ ਵਿੱਚ ਜੇ ਕੋਈ ਬੱਚਾ ਪੰਜਾਬ ਤੋਂ ਆਉਂਦਾ ਸੋ ਉਹਦੇ ਜਿਹੜੇ ਮਾਪੇ ਆ ਮਤਲਬ ਪੈਸੇ ਇਕੱਠੇ ਕਰਕੇ ਉਹਨੂੰ ਲੈ ਕੇ ਭੇਜਦੇ ਆ। ਮਤਲਬ ਕੋਈ ਇੰਨੀ ਉੱਥੇ ਇਨਕਮ ਹੈ ਨਹੀਂ ਬੰਦਿਆਂ ਨੂੰ, ਕੋਈ ਜਿਹੜੇ ਮਤਲਬ ਬਹੁਤ ਜ਼ਿਆਦਾ ਪੈਸਾ ਭੇਜਦੇ, ਜਿੱਦਾਂ GIC ਹੋਰ ਖਰਚੇ ਨਾਲ ਪੈਸੇ ਦੇ ਕੇ ਘੱਲਣੇ ਬੱਚੇ ਨੂੰ। ਇਹ ਵੀ ਚੀਜ਼ਾਂ ਬਹੁਤ ਔਖੀਆਂ ਨੇ। ਬਾਕੀ ਜਿਹੜਾ ਬਾਅਦ ਦੀਆਂ ਗੱਲਾਂ ਨੇ, ਸੋ ਤੁਸੀਂ ਬਹੁਤ ਵਧੀਆ ਮੁੱਦਾ ਚੁੱਕਿਆ। ਤੇ ਚਲੋ ਜ਼ਰੂਰ ਆ ਬੱਚਿਆਂ ਨੂੰ ਜਿਹੜੇ ਮਿਹਨਤ ਕਰਦੇ ਨੇ, ਉਹਨਾਂ ਦੇ ਮਾਂ ਪਿਓ ਨੂੰ ਜਿਨ੍ਹਾਂ ਨੇ ਘੱਲਿਆ, ਸੋ ਉਹਨਾਂ ਨੂੰ ਸਟੂਡੈਂਟ ਨੇ ਇੱਥੇ ਕੰਮ ਦੇ ਕੇ ਮਤਲਬ ਵਧੀਆ ਕੰਮ ਕੀਤਾ। ਸੋ ਬੱਚਿਆਂ ਨਾਲ ਪਿੰਦਰ ਸਾਹਿਬ ਬਹੁਤ ਬਹੁਤ ਧੰਨਵਾਦ। ਤੁਸੀਂ ਇੱਥੇ ਹੋ ਔਰ ਤੁਸੀਂ ਟਰੱਕ ਚਲਾਉਂਦੇ ਹੋ। ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਆ ਹੁਣ ਉਹ ਟਰੱਕਿੰਗ ਵਿੱਚ ਆ ਰਹੇ ਨੇ ਔਰ ਇੱਕ ਬੜਾ ਵਧੀਆ ਆਪਣਾ ਜਿਹੜਾ ਫਿਊਚਰ ਉਹ ਬਣਾ ਰਹੇ ਨੇ, ਕਿਉਂਕਿ ਸਾਰਿਆਂ ਨੂੰ ਸਾਨੂੰ ਪਤਾ ਹੈ ਕਿ ਇਹਦੇ 'ਚ ਉਹਨਾਂ ਨੂੰ ਪੈਸੇ ਜਿਹੜੇ ਆ ਬੈਟਰ ਮਿਲਦੇ ਆ ਔਰ ਆਪਣੀ ਜ਼ਿੰਦਗੀ ਉਹ ਬਿਹਤਰ ਕਰਦੇ ਨੇ ਔਰ ਮਿਹਨਤ ਵੀ ਬਹੁਤ ਕਰਦੇ ਆ। ਔਰ ਜਿਵੇਂ ਤੁਸੀਂ ਦੱਸਿਆ, ਉਹਨਾਂ ਲਈ ਕੋਈ ਵੀਕਐਂਡ ਨਹੀਂ। ਮੈਂ ਬਿਲਕੁਲ ਤੁਹਾਡੇ ਨਾਲ ਐਗਰੀ ਕਰਦਾ, ਕਿਉਂਕਿ ਜੇ ਉਹ 5 ਦਿਨ ਕਾਲਜ ਜਾਂਦੇ ਨੇ, 2 ਦਿਨ ਉਹ ਕੰਮ ਕਰਦੇ ਆ, ਉਹਨਾਂ ਨੂੰ ਜੇ 5 ਦਿਨ ਦੀ ਜੌਬ ਵੀ ਮਿਲ ਜਾਂਦੀ ਆ, ਵੀਕਐਂਡ ਦੇ ਉੱਤੇ ਵੀ ਉਹ ਰਾਤ ਦੀਆਂ ਨਾਈਟ ਸ਼ਿਫਟਾਂ ਲਾ ਕੇ ਉਹ ਆਪਣੇ ਖਰਚੇ ਪੂਰੇ ਕਰ ਰਹੇ ਨੇ। ਔਰ ਸਾਨੂੰ ਸਾਰਿਆਂ ਨੂੰ ਇਹ ਉਹਨਾਂ ਦੀ ਜਿਹੜੀ ਮਿਹਨਤ ਆ ਉਹਦਾ ਜ਼ਰੂਰ ਇਸ ਚੀਜ਼ ਦਾ ਸਾਨੂੰ ਉਹਨਾਂ ਨੂੰ ਰਿਸਪੈਕਟ ਦੇਣੀ ਚਾਹੀਦੀ ਆ। ਮਗਰ ਰੀਅਲ ਸਿਚੁਏਸ਼ਨ ਇਹ ਹੈਗੀ ਆ, ਕਿਉਂਕਿ 1-2% ਜਿਹੜੇ ਗਲਤ ਚੀਜ਼ਾਂ ਵਿੱਚ ਪਏ ਨੇ, ਉਹਨਾਂ ਕਰਕੇ ਸਾਰੇ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਆ ਉਹਨਾਂ ਨੂੰ ਉਹ ਰਿਸਪੈਕਟ ਨਹੀਂ ਮਿਲਦੀ ਜੋ ਉਹਨਾਂ ਨੂੰ ਮਿਲਣੀ ਚਾਹੀਦੀ ਆ। ਤੁਹਾਡਾ ਰੇਡੀਓ ਜ਼ਿੰਦਾਬਾਦ ਤੇ ਆਉਣ ਦਾ ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਸਟੂਡੀਓ 'ਚ ਸਾਡੇ ਬੜੇ ਹੀ ਪਿਆਰੇ ਮਿੱਤਰ ਤੇ ਸੋਸ਼ਲ ਕੰਮਾਂ ਦੇ ਵਿੱਚ ਬਿਜ਼ੀ ਰਹਿੰਦੇ ਆ, ਸੁਸਾਇਟੀ ਦੇ ਵਿੱਚ ਬਿਜ਼ੀ ਰਹਿੰਦੇ ਆ। ਔਰ ਨਿੱਜਰ ਸਾਹਿਬ, ਤੁਹਾਡਾ ਸਵਾਗਤ ਹੈ। ਤੁਸੀਂ ਇਸ ਮੁੱਦੇ ਬਾਰੇ ਬਹੁਤ ਕਲੋਜ਼ਲੀ ਜਾਣਦੇ ਹੋ, ਕਿਉਂਕਿ ਤੁਸੀਂ ਸਟੂਡੈਂਟਸ ਨੂੰ ਘਰ ਦਵਾਉਂਦੇ ਵੀ ਹੋ, ਉਹਨਾਂ ਨੂੰ ਰੈਂਟ ਤੇ ਵੀ ਦਵਾਉਂਦੇ ਹੋ। ਤੁਹਾਡਾ ਕੀ ਐਕਸਪੀਰੀਅੰਸ ਹੈਗਾ ਇਹਦੇ ਬਾਰੇ? ਰੁਪਿੰਦਰ ਵੀਰ ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਬੜੇ ਅੱਛੇ ਕਮੈਂਟਸ ਆ ਰਹੇ ਸੀਗੇ। ਤੇ ਦੇਖੋ ਜੀ, ਪ੍ਰੋਬਲਮ ਕਿੱਥੇ ਕੀ ਹੈ ਕਿ ਜਿਹੜੇ ਸਟੂਡੈਂਟ ਗਲਤ ਵੀ ਕੰਮ ਕਰਦੇ ਆ ਨਾ ਜੀ, ਕਈ ਵਾਰੀ ਕਈਆਂ ਦੀ ਮਜਬੂਰੀ ਵੀ ਬਣ ਜਾਂਦੀ ਹੈ, ਕਿਉਂਕਿ ਉਹਨਾਂ ਲਈ ਮਹਿੰਗਾਈ ਇੰਨੀ ਵਧੀ ਪਈ ਹੈ ਬਾਹਰ। ਇੱਕ ਤਾਂ ਜੀ ਪਹਿਲਾਂ ਉਹਨਾਂ ਦੀ ਜਿਹੜੀ ਫੀਸ ਹੈਗੀ ਹੈ ਉਹ ਹੀ 2-2.5 ਗੁਣਾ ਹੈਗੀ ਹੈ ਜੀ ਆਮ ਸਟੂਡੈਂਟ ਨਾਲੋਂ। ਚਲੋ ਉਹ ਤੇ ਉਹਨਾਂ ਨੂੰ ਪਤਾ ਸੀ ਇੱਥੇ ਆਉਣ ਲੱਗਿਆ ਨੂੰ। ਫਿਰ ਜਿਸ ਤਰ੍ਹਾਂ ਰੀਅਲ ਸਟੇਟ ਹੋਣ ਕਰਕੇ ਜੀ 13 ਸਾਲ ਤੋਂ ਹੈਗੇ ਮਾਰਕੀਟ ਬਿਜ਼ਨਸ ਵਿੱਚ, ਪਰ ਉਦੋਂ ਰੈਂਟ ਜਿਹੜੇ ਬਹੁਤ ਸਸਤੇ ਮਿਲ ਜਾਂਦੇ ਸੀ ਸਟੂਡੈਂਟ ਨੂੰ, ਉਹਨਾਂ ਦੀ ਅਫੋਰਡੇਬਿਲਟੀ ਬਹੁਤ ਸੌਖੀ ਸੀਗੀ। ਹੁਣ ਯਕੀਨ ਕਰੋ ਜੀ, ਬਹੁਤ ਥਾਵਾਂ 'ਤੇ ਇੱਕ ਬੱਚਾ $600 ਇੱਕ ਬੱਚਾ ਪੇ ਕਰ ਰਿਹਾ ਜੀ। ਤੇ ਬੱਚਾ ਕਿੱਥੋਂ ਕਰਨਾ ਪੇ ਕਰੇਗਾ? ਹੁਣ ਰੈਂਟ ਪੇ ਕਰਨਾ, ਰੋਟੀ ਖਵਾਉਣੀ ਆ, ਉਹਨੇ ਖਾਣਾ ਪੀਣਾ, ਕਿਤੇ ਆਉਣਾ ਜਾਣਾ ਬੱਚੇ ਨੇ। ਤੇ ਹੁਣ ਗੌਰਮੈਂਟ ਉਹਨਾਂ ਨੂੰ ਅਲਾਉਡ ਹੈਗੇ ਸਿਰਫ 20 ਆਵਰਸ। ਤੇ ਦੇਖੋ ਜੀ, ਇੰਡੀਆ ਤੋਂ ਮੈਜੋਰਟੀ ਬੱਚੇ ਜਿਹੜੇ ਹੁੰਦੇ ਆ ਨਾ ਜੀ, ਉਹ ਆਪਾਂ ਕਹੀਏ ਵੀ ਬਾਹਲੇ ਵੈਲ ਟੂ ਡੂ ਫੈਮਿਲੀ 'ਚ ਨਹੀਂ ਹੁੰਦੇ, ਕਿ ਦੇਰ ਮੀਡੀਅਮ ਫੈਮਿਲੀ ਦੇ ਬੱਚੇ ਹੁੰਦੇ ਆ। ਤੇ ਉਹ ਫੈਮਿਲੀ ਕੋਲ ਫੰਡਸ ਵੀ ਲਿਮਿਟਡ ਹੁੰਦੇ ਆ। ਉਹਨਾਂ ਨੂੰ ਹੁੰਦਾ ਬੱਚਾ ਚਲੋ ਇੱਕ ਵਾਰੀ ਫੀਸ ਭਰ ਦਿੱਤੀ, ਬਾਕੀ ਉੱਥੇ ਜਾ ਕੇ ਆਪਣਾ ਕਰ ਲਏਗਾ। ਪਰ ਜੋ ਇੱਥੇ ਇੱਕ ਬੱਚਾ ਦੇਖਦਾ ਯਾਰ ਵੀ ਇੱਥੇ ਤਾਂ ਹਰ ਚੀਜ਼ ਬਹੁਤ ਮਹਿੰਗੀ ਹੈਗੀ ਹੈ, ਮਹਿੰਗਾਈ ਬਹੁਤ ਹੈਗੀ ਹੈ, ਬਟ ਉਹ ਫਿਰ ਕੈਸ਼ ਜੌਬ ਵੀ ਕਰਦੇ ਹੈਗੇ ਆ, ਜਿੱਥੇ ਕਿ ਸਾਰਿਆਂ ਨਾਲੋਂ ਜ਼ਿਆਦਾ ਉਹਨਾਂ ਦੀ ਐਕਸਪਲੋਰੇਸ਼ਨ ਹੁੰਦੀ ਆ। ਕਈ ਸਟੂਡੈਂਟ ਨਾਲ ਗੱਲ ਹੁੰਦੀ ਹੈ ਜੀ, ਉਹਨਾਂ ਨੂੰ $5 ਘੰਟੇ ਦੇ ਮਸਾਂ ਪੈਂਦੇ ਆ ਜੀ, ਵਿਚ ਇਜ਼ ਮੈਂ ਇੱਕ ਨੂੰ ਦੋਣ ਆਖਿਆ ਸੀ, ਮੈਂ ਕਿਹਾ ਵਾਈ ਡੋਂਟ ਯੂ ਕੰਪਲੇਨ? ਉਹ ਕਹਿੰਦੇ ਜੀ ਕਿਹਦੀ ਕਰੋਗੇ ਕੰਪਲੇਨ ਤੁਸੀਂ? ਬਾਹਰ ਜਿੰਨੇ ਹੁਣ ਮੈਂ ਨਾਲ ਹੀ ਲੈਣਾ ਕਿਸੇ ਬਿਜ਼ਨਸ ਦਾ ਵੀ, ਉਹ ਉਹਨਾਂ ਨੂੰ $5-7 ਪਰ ਆਵਰ ਪੇ ਕਰਦੇ ਆ। ਫਿਰ ਉਹਨਾਂ ਦੀ ਐਕਸਪਲੋਟੇਸ਼ਨ ਵੀ ਹੁੰਦੀ ਹੈ। ਲੇਟਲੀ ਉਹੀ ਗੱਲ ਆਈ ਵੀ ਨਾਂ ਨਹੀਂ ਲੈ ਸਕਦੇ ਕਿਸੇ ਦਾ,
ਮੈਨੇਜਰ ਸਾਹਿਬ ਮੈਂ ਹੁਣ ਇੱਕ ਚੀਜ਼ ਦੂਜੇ ਪਾਸੇ ਲੈ ਕੇ ਜਾ ਰਿਹਾ। ਦੇਖੋ ਮੇਰੇ ਕੁਝ ਜਿਹੜੇ ਆ ਜਦੋਂ ਮੈਂ ਪ੍ਰੋਗਰਾਮ ਤਿਆਰ ਕਰ ਰਿਹਾ ਮੇਰੇ ਕੁਝ ਸੁਜੈਸ਼ਨ ਨੇ। ਹਾਂਜੀ। ਪਰ ਮੈਂ ਇਹ ਪੁੱਛਣਾ ਚਾਹੁੰਦਾ ਸਾਰਿਆਂ ਨੂੰ ਜਿਵੇਂ ਜਿਹੜੇ ਸੁਣਨ ਵਾਲੇ ਵੀ ਆ ਕਿ ਵੇਖੋ ਸਾਡੇ ਇੱਥੇ ਬਹੁਤ ਗੁਰਦੁਆਰੇ। ਹਾਂਜੀ। ਅਸੀਂ ਕਲਚਰਲੀ ਮੰਦਿਰ ਵੀ ਬਹੁਤ ਬਣਾ ਰਹੇ ਹਾਂ, ਗੁਰਦੁਆਰੇ ਵੀ ਬਹੁਤ ਬਣ ਰਹੇ ਨੇ, ਮਸਜਿਦਾਂ ਵੀ ਬਹੁਤ ਬਣ ਰਹੀਆਂ ਨੇ ਔਰ ਹਰ ਇੱਕ ਰਿਲੀਜਨ ਤੋਂ ਬੱਚੇ ਇੱਥੇ ਆਉਂਦੇ ਆ। ਠੀਕ ਹੈ, ਕਿਉਂ ਨਹੀਂ ਹੋ ਸਕਦਾ? ਵੇਖੋ ਅਸੀਂ ਉੱਥੇ ਚੜਾਵੇ ਵੀ ਬਹੁਤ ਚੜਾ ਰਹੇ ਹਾਂ, ਲੰਗਰ ਵੀ ਲੱਗ ਰਿਹਾ। ਦੇਖੋ ਬੱਚੇ ਬਾਹਰ ਉਹਨਾਂ ਦੀ ਸਭ ਤੋਂ ਵੱਡੀ ਲੜਾਈ ਕੀ ਹੈ? ਰੋਟੀ ਕੱਪੜਾ ਮਕਾਨ। ਹਾਂਜੀ। ਠੀਕ ਹੈ, ਰੋਟੀ ਜਿਹੜੀ ਹੈ ਜੇ ਅਸੀਂ ਗੁਰਦੁਆਰਿਆਂ ਦੇ ਵਿੱਚ $2 $3 ਲੈ ਕੇ ਜੇ ਉਹਨਾਂ ਨੂੰ ਅਸੀਂ ਟਿਫਨ ਲਾਤਾ ਜਾਏ, ਬਹੁਤ ਸਾਰੇ ਬੱਚੇ ਵਿਚਾਰੇ ਮਹਿੰਗੇ ਪੈਸੇ ਦੇ ਕੇ ਟਿਫਨ ਲੈਂਦੇ ਆ, ਤੇ ਜੇ ਗੁਰਦੁਆਰਿਆਂ ਦੇ ਵਿੱਚ ਨਾਲੇ $2 $3 ਆਪ ਪੈਸੇ ਵੀ ਆਉਣਗੇ, ਨਾਲੇ ਉਹਨਾਂ ਨੂੰ 2 ਟਾਈਮ ਦੀ ਜਿਹੜੀ ਆ ਸਸਤੀ ਜਿਹੜੀ ਆ ਰੋਟੀ ਵੀ ਮਿਲ ਜੇ, ਤੇ ਇਹ ਇੱਕ ਤਰੀਕਾ ਆ। ਦੂਸਰਾ ਤਰੀਕਾ ਗੁਰਦੁਆਰਾ ਸਾਹਿਬ ਜੀ, ਮੈਂ ਅੱਜ ਹੀ ਮੈਂ ਵਿਆਹ ਸੀ ਮੇਰੀ ਕਜ਼ਨ ਦੀ ਬੇਟੀ ਦਾ, ਗੁਰਦੁਆਰਾ ਸਾਹਿਬ ਗਏ ਸੀ, ਬੜੇ ਲਿਮਟਿਡ ਬੰਦੇ ਸੀਗੇ, ਮਾਸਕ ਪਾ ਕੇ ਜੀ, ਬੜਾ ਡਿਫਰੈਂਟ ਲੱਗਿਆ ਵਿਆਹ ਕਿਵੇਂ ਹੁੰਦਾ। ਤੇ ਉੱਥੇ ਗੁਰਦੁਆਰਾ ਸਾਹਿਬ ਰੈਕਸਲ ਗੁਰਦੁਆਰਾ ਕੈਰੀ ਡਰਾਈਵ ਤੇ ਜੀ, ਉੱਥੇ ਕਾਫੀ ਆਈ ਜਾਈਦਾ, ਸਾਰੇ ਜਿਹੜੇ ਉੱਥੇ ਕੰਮ ਸੇਵਾਦਾਰ ਹੈ ਸਾਰੇ ਜਾਣਦੇ ਵੀ ਚੰਗੀ ਤਰ੍ਹਾਂ ਹੈਗੇ ਆ। ਉੱਥੇ ਜੀ ਮੇਰੇ ਹਿਸਾਬ ਨਾਲ 400-500 ਬੱਚਾ ਡੇਲੀ ਉੱਥੇ ਲੰਗਰ ਛਕਦਾ ਹੁੰਦਾ ਸੀ ਪੈਂਡੈਮਿਕ ਤੋਂ ਪਹਿਲਾਂ, ਤੇ ਕੋਈ ਫੀਸ ਨਹੀਂ ਸੀ ਉਹਦੀ, ਟਿਫਨ ਚਾਰਜ ਕੋਈ ਨਹੀਂ ਸੀ ਉਹਨਾਂ ਦਾ। ਨਹੀਂ, ਮੈਂ ਇਹ ਕਹਿੰਦਾ ਵੀ ਫੀਸ ਲਾਓ ਤਾਂ ਕਿ ਉਹਨਾਂ ਨੂੰ ਇੱਕ ਵੇਖੋ, ਉਹਨਾਂ ਨੂੰ ਇਹ ਵੀ ਬੜੀ ਵਾਰੀ ਕੁਐਸਚਨ ਆਇਆ ਕਿ ਵੇਖੋ ਜੀ ਸਟੂਡੈਂਟ ਜਾ ਕੇ ਗੁਰਦੁਆਰਿਆਂ 'ਚ ਰੋਟੀ ਖਾਂਦੇ ਆ, ਮੈਂ ਚਾਹੁੰਦਾ ਆ ਵੀ ਇਹਨੂੰ ਅਸੀਂ ਇੱਕ ਕਮਰਸ਼ੀਅਲਾਈਜ਼ ਕੀਤਾ ਜਾਏ। ਨਹੀਂ, ਉਹ ਸੇਵਾਦਾਰ ਕਹਿੰਦੇ ਜੀ ਦੇ ਆਰ ਵੈਲਕਮ। ਸਿਰਫ ਕੀ ਹੈਗਾ ਕਿ ਕਈ ਬੱਚੇ ਉੱਥੇ ਤੁਸੀਂ ਸ਼ਾਇਦ ਪਤਾ ਨਹੀਂ ਵੇਖਿਆ ਨਹੀਂ, ਉਹਨਾਂ ਨੂੰ ਮਰਿਆਦਾ ਭੁੱਲ ਜਾਂਦੇ ਉੱਥੇ ਬੈਠ ਕੇ ਜੀ। ਉਹ ਜਿਸ ਤਰ੍ਹਾਂ ਨਾ ਵੀ ਕਿਤੇ ਬਾਹਰ ਮੇਲੇ ਤੇ ਬੈਠੇ ਹੁੰਦੇ ਆ ਨਾ ਜੀ, ਇੱਕ ਦੂਜੇ, ਮੈਂ ਤੁਹਾਨੂੰ ਲਿਟਰਲੀ ਆਪਣੀ ਖੁਦ ਦੀ ਗੱਲ ਦੱਸ ਦਿੰਦਾ ਜੀ। ਕੋਈ ਤਾਂ ਆਪਣਾ ਸਮਾਗਮ ਸੀਗਾ, ਕੋਈ ਵੱਡਾ ਫੰਕਸ਼ਨ ਸੀਗਾ, ਬੜਾ ਰਸ਼ ਗੁਰਦੁਆਰਾ ਸਾਹਿਬ, ਬੈਠਣ ਨੂੰ ਥਾਂ ਨਹੀਂ ਕਿ ਲੰਗਰ ਹਾਲ 'ਚ ਵੀ। ਉੱਥੇ ਕਈ ਸਟੂਡੈਂਟ ਜੀ ਉੱਥੇ ਖਾ ਪੀ ਲਿਆ, ਗੱਪਾਂ ਮਾਰ ਰਹੇ ਆ। ਮੈਂ ਉਦੋਂ ਸੇਵਾ ਕਰਵਾ ਰਹੇ ਸੀ, ਬਿਜ਼ੀ ਬਹੁਤ ਸੀਗੇ, ਤੇ ਉਹਨਾਂ ਨੂੰ ਮੈਂ ਕਿਹਾ ਵੀ ਮੈਂ 3-4 ਵਾਰੀ ਉਸ ਲਾਈਨ 'ਚ ਨਾ ਵੀ ਵਿਦਨ 10-15-20 ਮਿੰਟਸ ਕਿਹੜੇ ਮਾਰ ਗਿਆ, ਉਹ ਖਾ ਕੇ ਵਿਹਲੇ ਬੈਠੇ ਹੋਏ ਆ। ਮੈਂ ਮਜਬੂਰ ਹੋ ਕਹਿਣਾ ਪਿਆ ਜੀ ਜੇ ਤੁਸੀਂ ਛਕ ਲਿਆ, ਉੱਠ ਜੋ, ਸੰਗਤ ਖੜੀ ਹੈ ਬੈਠਣ ਵਾਸਤੇ। ਇਹ ਜਿਹੜੀ ਥੋੜੇ ਜਿਹੇ ਬੱਚਿਆਂ ਵਿੱਚ ਕਾਮਨ ਸੈਂਸ ਦੀ ਘਾਟ ਹੈਗੀ ਆ, ਜ਼ਿਆਦਾ ਚੰਗੇ ਆ ਇਹਨਾਂ 'ਚ, ਜ਼ਿਆਦਾ ਚੰਗੇ ਆ, ਥੋੜੇ ਜਿਹੇ ਖਰਾਬ ਆ। ਮੈਨੇਜਰ ਸਾਹਿਬ ਰੀਜ਼ਨ ਪਤਾ ਕੀ ਮੈਂ ਇਹ ਕਹਿੰਦਾ ਕਿ ਤੁਸੀਂ ਵੇਖੋ ਉਹਨਾਂ ਲਈ ਉਹ ਇੱਕ ਸਾਧਨ ਹੋਣਾ ਚਾਹੀਦਾ ਜਿੱਥੋਂ ਉਹਨਾਂ ਨੂੰ ਰੋਟੀ ਮਿਲ ਸਕੇ। ਹਾਂਜੀ। ਨਾਟ ਦੈਟ ਕਿ ਉਹ ਲੰਗਰ ਦੇ ਵਿੱਚ ਜਾ ਕੇ ਖਾਣ ਜਾਂ ਉਸ ਮਰਿਆਦਾ ਦੇ ਵਿੱਚ ਚੱਕੇ, ਕਿਉਂਕਿ ਉਹਨਾਂ ਕੋਲ ਯਾਰ ਟਾਈਮ ਨਹੀਂ ਹੁੰਦਾ। ਅਸੀਂ ਕਿਉਂ ਨਹੀਂ ਇਹ ਕਰ ਸਕਦੇ ਕਿ ਅਸੀਂ ਜਿਹੜਾ ਆ ਉਹਨਾਂ ਨੂੰ $2 $3 ਦੀ ਟਿਫਨ ਸਰਵਿਸ ਜਿਹੜੀ ਆ ਉਹ ਲਾਤੀ ਜਾਏ, ਤਾਂ ਕਿ ਉਹ ਆਪਣੇ ਟਿਫਨ ਜਿਹੜੇ ਆ ਉਹਨਾਂ ਕੋਲ ਲੈ ਜਾਣ, ਉਹਨਾਂ ਨੂੰ ਖਾਣਾ ਵੀ ਸਸਤਾ ਮਿਲੇਗਾ ਔਰ ਇੱਕ ਤਰੀਕੇ ਦੀ ਕਮਿਊਨਿਟੀ ਜਿਹੜੀ ਆ ਉਹ ਸਹੀ, ਦੇਖੋ ਸਹੀ ਸੇਵਾ ਜਿਹੜੀ ਆ ਉਹ ਜਿਹੜੇ ਬੱਚੇ ਉੱਥੋਂ ਆ ਰਹੇ ਆ, ਅਸੀਂ ਉਹਨਾਂ ਨੂੰ ਬੇਸਿਕਲੀ ਕਹਿ ਸਕਦੇ ਹਾਂ ਕਿ ਸਾਡੇ ਕੋਲ ਆਇਆ, ਉਹਨਾਂ ਦਾ ਕੋਈ ਮਾਂ-ਬਾਪ ਨਹੀਂ ਇੱਥੇ, ਰਾਈਟ? ਸੋ ਕਿਉਂ ਨਹੀਂ ਅਸੀਂ ਇਹ ਸੰਸਥਾਵਾਂ ਜਿਹੜੀਆਂ ਇਸ ਤਰ੍ਹਾਂ ਕਰ ਸਕਦੇ? ਸਮਝਣ ਤਾਂ ਹੁਣ ਜਿਹੜੇ ਮੇਰੇ ਕੋਲ ਕੁਝ ਬੱਚੇ ਹੈਗੇ ਜਾਣ ਮੇਰੇ ਸੰਪਰਕ 'ਚ ਹੈਗੇ ਆ, ਯਕੀਨ ਕਰੋ ਜੀ ਉਹਨਾਂ ਨੂੰ ਕੋਈ ਵੀ ਕੰਮ ਕਰਨਾ ਨਾ, ਪੁੱਛਦਾ ਅੰਕਲ ਆਹ ਕੰਮ ਇੱਦਾਂ ਕਰਨਾ ਵੀ ਐਨੀ ਐਡਵਾਈਸ, ਤੇ ਪਰ ਨਾਟ ਐਵਰੀਬਾਡੀ ਇਜ਼ ਲਾਈਕ ਦੈਟ। ਕਈਆਂ ਦੇ ਕੀ ਆ ਕਿ ਧੋਣ ਦੇ ਵਿੱਚ ਨਾ ਉਹ ਸਪਰਿੰਗ ਪਿਆ ਹੋਇਆ, ਉਹ ਫੋਨ ਤੋਂ ਉੱਪਰ ਹੀ ਨਹੀਂ ਉੱਠਦਾ ਵਿਚਾਰਾ ਉਹ। ਸੋ ਦੂਜੀ ਗੱਲ ਸਰੀ ਜਿਹੜੀ ਮੇਨ ਇਸ਼ੂ ਹੈ ਕਿੱਥੇ ਕਾ, ਜਿਹੜੇ ਕਾਲਜ ਇਹਨਾਂ ਬੱਚਿਆਂ ਨੂੰ ਐਡਮਿਸ਼ਨ ਦੇ ਰਹੇ ਨਾ ਜੀ, ਉਹਨਾਂ ਨੂੰ ਪਤਾ ਬੱਚਾ ਇੰਟਰਨੈਸ਼ਨਲ ਸਟੂਡੈਂਟ ਹੈ, ਬਾਹਰੋਂ ਆ ਰਿਹਾ ਵੈ, ਦੇ ਮਸਟ ਹੈਵ ਐਨ ਅਕੋਮੋਡੇਸ਼ਨ ਫॉर देम ਐਟਲੀਸਟ ਫॉर 1 ਈਅਰ। ਜਿਵੇਂ ਕਿ ਜਿਹੜੇ ਬੱਚੇ ਯੂਨੀਵਰਸਿਟੀਆਂ 'ਚ ਬਾਹਰ ਪੜ੍ਹਦੇ ਆ, ਹੁਣ ਤਾਂ ਮੇਰੀ ਬੇਟੀ ਜੋ ਵਾਟਰਲੂ ਯੂਨੀਵਰਸਿਟੀ ਗਈ ਸੀ ਫਰਸਟ ਈਅਰ, ਯੂਨੀਵਰਸਿਟੀ ਵਾਲਿਆਂ ਨੇ ਆਪ ਉਹਨਾਂ ਨੂੰ ਜੋ ਵੀ ਸੀ ਪ੍ਰੋਬਲਮ ਜਿਹੜੀ ਹੈ ਨਾ ਉਹ ਇਹੀ ਹੈ ਕਿ ਇੱਥੇ ਕੋਈ ਸਟੂਡੈਂਟ ਹਾਊਸਿੰਗ ਦੀ ਗੱਲ ਨਹੀਂ ਕਰ ਰਿਹਾ, ਨਾ ਫੈਡਰਲ ਗਵਰਨਮੈਂਟ, ਨਾ ਸਿਟੀ, ਨਾ ਹੀ ਪ੍ਰੋਵਿੰਸ਼ੀਅਲ ਗਵਰਨਮੈਂਟ। ਇਸ ਵੇਲੇ ਅਫੋਰਡੇਬਲ ਹਾਊਸਿੰਗ ਦੀ ਗੱਲ ਹੋ ਰਹੀ ਹੈ, ਪਰ ਦੇਰ ਇਜ਼ ਨੋ ਟਾਕ ਔਨ ਸਟੂਡੈਂਟ ਹਾਊਸਿੰਗ। ਉਹਦੇ ਕਰਕੇ 1,40,000 ਸਟੂਡੈਂਟ ਤਾਂ 2019 ਚ ਇੰਡੀਆ ਤੋਂ ਹੀ ਆਇਆ, ਔਰ ਹਰ ਸਾਲ ਤਕਰੀਬਨ 15 ਤੋਂ 20% ਹੋਰ ਆਉਂਦੇ ਆ। ਠੀਕ ਹੈ, 2018 ਦੇ ਵਿੱਚ 1,09,000 ਆਇਆ ਸੀਗਾ, 1,39,000 ਪਿਛਲੇ ਸਾਲ ਆਇਆ, 30,000 ਹੋਰ ਵਧਾ ਰਹੇ ਆ। ਹਾਂਜੀ, ਪਰ ਦੇਰ ਇਜ਼ ਨੋ, ਉਹਨਾਂ ਨੂੰ ਕੋਈ ਅਕੋਮੋਡੇਸ਼ਨ ਰਿਸੋਰਸਿਸ ਮਿਲ ਨਹੀਂ ਰਹੇ। ਨਹੀਂ, ਆਹੀ ਇੱਥੇ ਜਿਹੜੇ ਕਾਲਜਸ ਹੈਗੇ ਨਾ, ਜਿਹੜੇ ਇੰਨੀ ਫੀਸ ਲੈ ਰਹੇ ਆ, ਇੰਨਾ ਪੈਸਾ ਲੈ ਰਹੇ ਸਟੂਡੈਂਟ ਕੋਲੋਂ, ਇਹ ਉਹਨਾਂ ਦੀ ਰਿਸਪੌਂਸਿਬਿਲਿਟੀ ਤੇ ਲਾਇਬਿਲਿਟੀ ਹੋਣੀ ਚਾਹੀਦੀ ਕਿ ਫਰਸਟ ਈਅਰ you are obligated to give them accommodation at a reasonable cost, ਤਾਂ ਕਿ ਇੱਕ ਤਾਂ ਨਵੇਂ ਸਟੂਡੈਂਟ ਨੂੰ ਜਗ੍ਹਾ ਬਾਹਰ ਲੱਭਣੀ ਨਾ ਪਵੇ। ਦੂਸਰੀ ਗੱਲ ਹੈ ਕਿ ਉਹ ਜਦੋਂ ਬੱਚਾ ਇੱਕ ਕਲੋਜ਼ਡ ਇਨਵਾਇਰਨਮੈਂਟ 'ਚ ਰਹਿੰਦਾ ਨਾ ਜੀ, ਉਹਨੂੰ ਬਹੁਤ ਪਤਾ ਲੱਗਦਾ ਵੀ ਮੈਂ ਇੱਥੇ ਕਿਵੇਂ ਆਪਣੇ ਆਪ ਨੂੰ ਵਿਚਰਨਾ ਵੈ। ਜਿਹੜੇ ਬੱਚੇ ਕੈਂਪਸ 'ਚ ਰਹਿੰਦੇ ਹੈਗੇ ਆ, ਉਹ ਕੈਂਪਸ ਦੇ ਵਿੱਚ ਤੁਹਾਨੂੰ ਪਤਾ ਤੁਹਾਡੇ ਬੱਚੇ ਪੜ੍ਹੇ ਇੱਥੇ, ਉਹਨਾਂ ਕੋਲ ਉੱਥੇ ਆਪਣੇ ਬੱਚਿਆਂ ਨੂੰ ਐਜੂਕੇਟ ਕਰਨ ਵਾਸਤੇ ਪ੍ਰੋਗਰਾਮ ਹੁੰਦੇ ਆ, ਉੱਥੇ ਉਹਨਾਂ ਦੀ ਹੈਲਪ ਵਾਸਤੇ ਪ੍ਰੋਗਰਾਮ ਹੁੰਦੇ ਆ। ਦੇयर ਇਜ਼ ਲੋਟ ਆਫ ਥਿੰਗਸ ਬੱਚੇ ਇੱਥੋਂ ਦੇ ਸਿਸਟਮ ਨੂੰ ਬਹੁਤ ਛੇਤੀ ਪਿਕਅਪ ਕਰਨਗੇ ਬੀਇੰਗ ਇਨ ਅ ਕੈਂਪਸ ਦੈਨ ਬੀਇੰਗ ਔਨ ਦ ਸਟਰੀਟ। ਪਰ ਪ੍ਰੋਬਲਮ ਇੱਥੇ ਇਹ ਹੈਗੀ ਆ ਕਿ ਪ੍ਰਾਈਵੇਟ ਕਾਲਜਸ ਇੰਨੇ ਜ਼ਿਆਦਾ ਖੁੱਲ ਗਏ ਆ ਕਿ ਜਿਹੜੇ 2-2 2.5 ਕਮਰਿਆਂ 'ਚ ਤੁਸੀਂ ਵੇਖਦੇ ਹੋ, ਤੁਹਾਨੂੰ ਕੀ ਆ ਲਾਗੋਂ ਲੰਗੋ ਤੇ ਤੁਹਾਨੂੰ ਹੈਰਾਨੀ ਹੁੰਦੀ ਆ ਕਿ ਐਡਾ ਵੱਡਾ ਤੇ ਸੈਲੂਨ ਹੁੰਦਾ, ਠੀਕ ਹੈ, ਜਾਂ ਹੇਅਰ ਕਟਿੰਗ, ਉੱਥੇ ਮਸਾਜ ਪਾਰਲਰ ਏਡੇ ਛੋਟੇ ਇਹ ਹੈਗੇ ਆ ਜਿੰਨੇ ਕਿ ਉੱਥੇ ਕਾਲਜ ਨੇ। ਦੇ ਆਲ ਨੀਡ ਟੂ ਬੀ ਸ਼ਟ ਡਾਊਨ।
ਦੇ ਆਲ ਨੀਡ ਟੂ ਸ਼ਟ ਡਾਊਨ। ਔਰ ਦੂਜੀ ਗੱਲ ਆਪਾਂ ਟਾਈਮ ਨਾਲ ਰਨ ਆਊਟ ਹੋ ਜਾ ਆਪਣਾ, ਜਿਹੜੀ ਕਿ ਆਪਾਂ ਗੱਲ ਕਰ ਰਹੇ ਸੀਗੇ ਕਿ ਆਹ ਲਾਊਡ ਸਪੀਕਰਾਂ ਦੀ ਵੀ ਮੈਂ ਟੌਪਿਕ ਉਹਨੇ ਉੱਤੇ ਮੈਂ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਕਾਲਸ ਕੀਤੀਆਂ ਨੇ। ਮੈਂ ਇੱਥੇ ਹੀ ਜਿਹੜਾ ਮੈਸੇਜ ਜਿਹੜਾ ਆ ਜਿਹਨੂੰ ਸਾਰੇ ਮਾਧਿਅਮ ਦੇ ਥਰੂ ਦੇਣਾ ਚਾਹੁੰਦਾ ਆ, ਇੱਕ ਕਿ ਸਾਨੂੰ ਐਜ਼ ਅ ਕਮਿਊਨਿਟੀ ਜ਼ਰੂਰ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਐਜ਼ ਇੰਟਰਨੈਸ਼ਨਲ ਸਟੂਡੈਂਟ, ਕਿਉਂਕਿ ਇਹ ਹਮੇਸ਼ਾ ਯਾਦ ਰੱਖੋ ਕਿ ਅਸੀਂ ਲੱਕੀ ਆ, ਸਾਡੇ ਬੱਚੇ ਇੱਥੇ ਸਾਡੇ ਕੋਲ ਹੈਗੇ ਆ। ਉਹ ਕਿਸੇ ਦੇ ਬੱਚੇ ਆਏ ਆ ਖਾਸ ਤੌਰ ਤੇ, ਜੇ ਅਸੀਂ ਕੁਝ ਨਹੀਂ ਕਰ ਸਕਦੇ ਤਾਂ ਐਟਲੀਸਟ ਉਹਨਾਂ ਨੂੰ ਐਕਸਪਲੋਇਟ ਨਾ ਕਰੋ। ਸਾਡੇ ਬੱਚੇ ਜੋ ਵੀ ਉਹ ਵੀ ਸਾਡੇ ਬੱਚੇ ਆ, ਉਹਨਾਂ ਦੀ ਮਦਦ ਕਰੋ। ਜਿੱਦਾਂ ਮੈਂ ਆਖਿਆ ਕਿ ਮੇਰੇ ਸੰਪਰਕ ਦੇ ਵਿੱਚ ਜੀ 10-15 ਬੱਚੇ ਮੇਰੇ ਨਾਲ ਕਨੈਕਟਡ ਹੈਗੇ ਆ ਜੀ। ਕੋਈ ਇਸ਼ੂ ਹੁੰਦਾ ਨਾ ਉਹ ਬਹੁਤ ਵਾਰੀ ਕਾਲ ਕਰਦੇ ਆ, ਅੰਕਲ ਵੀ ਆਹ ਪ੍ਰੋਬਲਮ ਇਦਾਂ ਆ ਗਈ, ਵਾਟ ਟੂ ਡੂ, ਕਿਉਂਕਿ ਬੀਇੰਗ ਹੇਅਰ ਇੰਨੇ ਸਾਲਾਂ ਤੋਂ ਇੱਥੇ ਰਹਿ ਰਹੇ ਹੈਗੇ ਆ, ਲੋਕਾਂ ਨੇ ਮਿਲੀ ਵਰਤੀ ਦਾ ਨਾ ਕੋਈ ਨਾ ਕੋਈ ਢੰਗ ਵੇੜਾ ਹੁੰਦਾ ਕਿਸੇ ਚੀਜ਼ ਨੂੰ ਪੁਆਇੰਟ ਆਊਟ ਕਰਨ ਦਾ, ਤੇ ਉਸ ਕਰਕੇ ਦੇ ਫੀਲ ਗੁੱਡ। ਮੈਂ ਉਹਨਾਂ ਨੂੰ ਵੀ ਕਹਿੰਦਾ ਬੱਚੋ ਦੇਖੋ ਅਸੀਂ ਵੀ ਤੁਹਾਨੂੰ, ਸਾਡੀ ਤੁਸੀਂ ਰਿਸਪੈਕਟ ਕਰਦੇ ਹੋ, ਅਸੀਂ ਤੁਹਾਨੂੰ ਪਿਆਰ ਕਰਦੇ ਹੈਗੇ ਆ, ਲੈਟਸ ਕੀਪ ਇਟ ਸੇਮ ਵੇ। ਸੋ ਅਸੀਂ ਇਹਨਾਂ ਬੇਸਿਕਲੀ ਐਜ਼ ਮਾਧਿਅਮ ਇਹੀ ਅਪੀਲ ਕਰਦੇ ਹਾਂ ਸਾਰਿਆਂ ਨੂੰ ਕਿ ਪਲੀਜ਼ ਜੇ ਕੋਈ ਵੀ ਇੰਟਰਨੈਸ਼ਨਲ ਸਟੂਡੈਂਟ ਇਹਨੂੰ ਸੁਣ ਵੀ ਰਿਹਾ ਆ, ਦੇਖੋ ਤੁਸੀਂ ਆਪਣੇ ਜਿਹੜੇ ਅਧਿਕਾਰ ਆ ਉਹਨਾਂ ਦੀ ਜਾਣਕਾਰੀ ਜ਼ਰੂਰ ਰੱਖੋ। ਜੇ ਤੁਹਾਨੂੰ ਕੋਈ ਅਧਿਕਾਰਾਂ ਦਾ ਨਹੀਂ ਪਤਾ, ਸੋ ਅਸੀਂ ਚਾਹੇ ਸਾਡੇ ਕੋਈ ਲਾਇਰ ਭਰਾ ਨੇ, ਕੋਈ ਵੀ ਹੈਗੇ ਆ, ਸਾਨੂੰ ਚਾਹੀਦਾ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਕਮਿਊਨਿਟੀ ਦੇ ਵਿੱਚ, ਕਮਿਊਨਿਟੀ ਹਾਲ ਦੇ ਵਿੱਚ ਇਹਨਾਂ ਲਈ ਚਾਹੇ ਵੀਕਐਂਡ ਉੱਤੇ ਕੁਛ ਨਾ ਕੁਛ ਜਿਹੜਾ 1 ਘੰਟਾ 2 ਘੰਟੇ ਦਾ ਟਾਈਮ ਕੱਢ ਕੇ ਜਿਹੜੇ ਵੀ ਇੰਟਰਨੈਸ਼ਨਲ ਸਟੂਡੈਂਟ ਉੱਥੇ ਆ ਕੇ ਆਪਣੇ ਆਪ ਨੂੰ ਐਜੂਕੇਟ ਕਰਨਾ ਚਾਹੁੰਦੇ ਆ, ਉੱਥੇ ਟੈਕਸ ਲਾਇਰਸ ਹੋਣੇ ਚਾਹੀਦੇ ਆ, ਉੱਥੇ ਲੀਗਲ ਲਾਇਰਸ ਹੋਰ ਜਿਹੜੇ ਲੇਬਰ ਲਾਅ ਵਾਲੇ ਆ ਉਹ ਹੋਣੇ ਚਾਹੀਦੇ ਆ। ਇੱਕ ਵਲੰਟੀਅਰ ਹੋ ਕੇ ਸਾਨੂੰ ਐਜ਼ ਅ ਕਮਿਊਨਿਟੀ ਸਾਰਾ ਕੰਮ ਕਰਨਾ ਚਾਹੀਦਾ। ਇਸ ਰੇਡੀਓ ਜ਼ਿੰਦਾਬਾਦ ਤੋਂ ਮੈਂ ਸਾਰਿਆਂ ਨੂੰ ਜਿਹੜਾ ਬਹੁਤ ਧੰਨਵਾਦ ਕਰਦਾ ਹਾਂ, ਕਿਉਂਕਿ ਸਾਡੇ ਕੋਲ ਅੱਜ ਐਕਚੁਅਲੀ ਬ੍ਰੇਕ ਲੈਣ ਦਾ ਵੀ ਟਾਈਮ ਨਹੀਂ ਹੈਗਾ, ਕਿਉਂਕਿ ਸਮਾਂ ਭੱਜੀ ਜਾ ਰਿਹਾ ਔਰ ਬਹੁਤ ਸਾਰੀਆਂ ਕਾਲਸ ਆਈਆਂ ਨੇ ਸਾਡੇ ਕੋਲ। ਅਸੀਂ ਵਿਸ਼ ਕਿ ਸਰਕਾਰ ਜੀ ਉਹ ਸੂਈ ਰੁਕ ਜਾਏ, ਪਰ ਸੂਈ ਜ਼ਿੰਦਗੀ 'ਚ ਕਦੀ ਰੁਕੀ ਨਹੀਂ। ਅਸੀਂ ਬਿਨਾਂ ਬ੍ਰੇਕ ਦੇ ਉੱਤੇ ਹੀ ਜਾਣ ਤੋਂ ਅਸੀਂ ਜਿਹੜਾ ਆ ਦੂਸਰਾ ਸਾਡਾ ਜਿਹੜਾ ਮੁੱਦਾ ਆ ਉਹਦੇ ਤੇ ਅਸੀਂ ਸ਼ਿਫਟ ਕਰਦੇ ਹਾਂ, ਔਰ ਅਸੀਂ ਸਾਰਿਆਂ ਨੂੰ ਹੀ ਇਹ ਉਮੀਦ ਕਰਦੇ ਆ ਕਿ ਜਿੰਨੇ ਵੀ ਇੱਥੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹ ਦਿਨ ਦੁਨੀ ਰਾਤ ਚੁਗਣੀ ਜਿਹੜੀ ਆ ਤਰੱਕੀ ਕਰਦੇ ਰਹਿਣ, ਔਰ ਜਿਹੜੇ ਸੁਪਨੇ ਲੈ ਕੇ ਆਪਣੇ ਮਾਂ-ਬਾਪ ਦੇ ਇੱਥੇ ਉਹ ਆਏ ਨੇ ਉਹਨਾਂ ਨੂੰ ਪੂਰੇ ਕਰੋ, ਔਰ ਵਧੀਆ ਕੈਨੇਡੀਅਨ ਜਿਹੜੇ ਆ ਉਹ ਤੁਸੀਂ ਬਣੋ। ਅਗਲਾ ਸਾਡਾ ਜਿਹੜਾ ਮੁੱਦਾ ਆ ਉਹ ਇੱਕ ਚਰਚਾ ਦਾ ਵਿਸ਼ਾ ਆ, ਉਹਦੀ ਇਸ਼ੂ ਬਹੁਤ ਵੱਡਾ ਨਹੀਂ ਹੈਗਾ ਕਿ ਅਗਸਤ 11 ਤੋਂ ਸਤੰਬਰ 1 ਤੱਕ ਜਿਹੜੇ ਸਾਡੇ ਹਿੰਦੂ ਭਾਈਚਾਰਾ ਆ ਉਹਨੇ ਡਿਮਾਂਡ ਕੀਤੀ ਆ ਮਿਸੀਸਾਗਾ ਦੇ ਵਿੱਚ ਕਿ 7 ਵਜੇ ਸ਼ਾਮ ਨੂੰ 5 ਮਿੰਟ ਲਈ ਜਿਹੜੇ ਮੰਦਰਾਂ ਦੇ ਸਪੀਕਰ ਨੇ ਉਹ ਲਾਉਣ ਦੀ ਪਰਮਿਸ਼ਨ ਮਿਲੇ। ਇਹਦੀ ਜਿਹੜੀ ਆ ਸਾਰੇ ਸੁਣਨ ਵਾਲਿਆਂ ਲਈ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਅਪ੍ਰੈਲ ਦੇ ਵਿੱਚ ਰਮਜ਼ਾਨ ਦੇ ਟਾਈਮ ਅਜ਼ਾਨ ਦੀ ਜਿਹੜੀ ਨਮਾਜ਼ ਸੀਗੀ ਉਹਦੇ ਵਾਸਤੇ ਮੁਸਲਿਮ ਭਾਈਚਾਰੇ ਲਈ ਪਰਮਿਸ਼ਨ ਮਿਲੀ ਸੀਗੀ, ਮਿਸੀਸਾਗਾ ਤੇ ਬਰੈਂਪਟਨ ਨੇ ਪਰਮਿਸ਼ਨ ਦਿੱਤੀ ਸੀ। ਉਦੋਂ ਵੀ ਇਹ ਚੀਜ਼ ਦੀ ਚਰਚਾ ਹੋਈ ਸੀਗੀ ਕਿ ਕੀ ਇਹ ਨਵਾਂ ਇੱਕ ਮੋੜ ਸ਼ੁਰੂ ਹੋ ਰਿਹਾ ਜਿੱਥੇ ਕਿ ਕੋਈ ਵੀ ਧਰਮ ਆ ਉਹ ਜੇ ਪਰਮਿਸ਼ਨ ਮੰਗੇਗਾ ਕੱਲ ਨੂੰ ਤੇ ਸਿਟੀ ਲਈ ਜਾਂ ਕਿਸੇ ਵੀ ਕਾਉਂਸਲ ਲਈ ਉਹਨੂੰ ਨਾ ਕਹਿਣੀ ਮੁਸ਼ਕਿਲ ਹੋ ਜਾਏਗੀ। ਮਿਸੀਸਾਗਾ ਦੇ ਕਾਉਂਸਲ ਨੇ ਮਨਾ ਕੀਤਾ, ਫਿਰ ਡਾਇਵਰਸਿਟੀ ਕਮੇਟੀ ਜਿਹੜੀ ਆ ਉਹਨੇ ਉਹਨੂੰ ਅਪਰੂਵ ਕਰਤਾ ਹੈ, ਔਰ ਹੁਣ ਡੈਫੀਨੇਟਲੀ ਸਿਟੀ ਦੇ ਉੱਤੇ ਮਿਸੀਸਾਗਾ ਉੱਤੇ ਪ੍ਰੈਸ਼ਰ ਆ ਕਿ ਉਹ ਇਹਨੂੰ ਅਪਰੂਵ ਕਰਨਗੇ। ਮੇਰਾ ਸਵਾਲ ਇਹ ਹੈ, ਡੈਫੀਨੇਟਲੀ ਤੁਸੀਂ ਜੇ ਇੱਕ ਪਰਮਿਸ਼ਨ ਦਿੱਤੀ ਹੈ ਕਿਸੇ ਵੀ ਕਮਿਊਨਿਟੀ ਨੂੰ ਜਾਂ ਧਰਮ ਨੂੰ, ਦੂਸਰੇ ਨੂੰ ਵੀ ਤੁਹਾਨੂੰ ਦੇਣੀ ਪਊਗੀ, ਅਦਰਵਾਈਜ਼ ਉਹਨੂੰ ਇੱਕ ਵਿਤਕਰੇ ਦੇ ਤੌਰ ਤੇ ਲਿਆ ਜਾਏਗਾ। ਸਵਾਲ ਇੱਥੇ ਇਹ ਹੈਗਾ ਕਿ ਇਹ ਸਿਰਫ ਕੋਵਿਡ-19 ਕਰਕੇ ਹੀ ਕਾਉਂਸਲ ਜਿਹੜੀ ਆ ਦੇਗੀ ਜਾਂ ਇਹ ਇੱਕ ਨਵਾਂ ਟ੍ਰੈਂਡ ਬਣ ਜਾਏਗਾ, ਔਰ ਅਗਰ ਇੱਕ ਨਵਾਂ ਟ੍ਰੈਂਡ ਬਣ ਗਿਆ ਸੋ ਕਿਹਨੂੰ ਪਰਮਿਸ਼ਨ ਮਿਲੇਗੀ, ਔਰ ਫਿਰ ਫਾਈਨਲੀ ਉਹ 5-5 ਮਿੰਟ ਜਿਹੜਾ ਆ ਉਹ ਕੀ ਜਿਹੜਾ ਬਾਕੀ ਲੋਕ ਨੇ ਕੈਨੇਡੀਅਨ ਜਿਨ੍ਹਾਂ ਨੂੰ ਉਹਨਾਂ ਨਾਲ ਕੋਈ ਸੰਬੰਧ ਨਹੀਂ ਹੈਗਾ ਕਿ ਉਹ ਇਸ ਚੀਜ਼ ਨੂੰ ਇੱਕ ਨੋਇਸ ਪੋਲੂਸ਼ਨ ਦੇ ਤੌਰ ਤੇ ਲੈਣਗੇ ਜਾਂ ਉਹ ਇਹਨੂੰ ਸਵਾਗਤ ਕਰਨਗੇ। ਕੀ ਅਗਰ ਉਹਨਾਂ ਨੂੰ ਉਹ ਇਨਕਨਵੀਨੀਅੰਸ ਹੁੰਦੀ ਆ ਕਿਸੇ ਵੀ ਤਰ੍ਹਾਂ ਦੀ ਤਾਂ ਕੀ ਉਹ ਸਾਨੂੰ ਜਿਹੜੇ ਲੋਕ ਇਮੀਗ੍ਰੇਟ ਕਰ ਰਹੇ ਨੇ ਇੱਥੇ ਜਾਂ ਇਮੀਗ੍ਰੈਂਟਸ ਹੈਗੇ ਆ ਉਹਨਾਂ ਨੂੰ ਇੰਟੈਗਰੇਟ ਕਰਨਗੇ ਆਪਣੇ ਨਾਲ, ਕਿਉਂਕਿ ਅਸੀਂ ਆਪਣੇ ਰਿਲੀਜੀਅਸ ਬਲੀਫਸ ਕਰਕੇ ਕਿਤੇ ਨਾ ਕਿਤੇ ਉਹਨਾਂ ਨੂੰ ਇਨਕਨਵੀਨੀਅੰਸ ਜਿਹੜੀ ਆ ਉਹ ਵੀ ਦੇ ਰਹੇ ਹਾਂ। ਸੋ ਮੇਰਾ ਸਵਾਲ ਸੁਣਨ ਵਾਲਿਆਂ ਸਾਰਿਆਂ ਨੂੰ ਇਹਦੇ ਨਾਲ ਆ, ਸੈਣੀ ਸਾਹਿਬ ਤੁਸੀਂ ਸ਼ਾਇਦ ਲਾਈਨ ਹੋਲਡ ਕੀਤੀ ਹੋਈ ਆ ਤੇ ਤੁਸੀਂ ਇਹਨੂੰ ਆਪਣੇ ਵਿਚਾਰ ਜਿਹੜੇ ਦੇ ਸਕਦੇ ਹੋ। ਤੁਸੀਂ ਯੂਐਸ ਤੋਂ ਆਲ ਦਾ ਵੇ ਡੈਲਵਰ ਤੋਂ ਕਾਲ ਕਰ ਰਹੇ ਹੋ, ਤੁਸੀਂ ਔਨ ਦਾ 에ਅਰ ਹੋ, ਕਿ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਹੈ? ਨਿੰਦਰ ਸੈਣੀ, ਕੈਨ ਯੂ ਹੀਅਰ ਮੀ? ਉਹਨਾਂ ਦੀ ਲਾਈਨ ਸ਼ਾਇਦ ਕੱਟ ਗਈ ਹੈ। ਜਗਤਾਰ ਜੀ, ਮੈਂ ਤੁਹਾਡੇ ਤੋਂ ਸ਼ੁਰੂ ਕਰਦਾ ਕਿ ਕੀ ਇਹ ਇੱਕ ਨਵਾਂ ਰਿਵਾਜ ਸ਼ੁਰੂ ਹੋ ਰਿਹਾ ਹੈ ਜਾਂ ਇਹ ਚੀਜ਼ ਜਿਹੜੀ ਆ ਇਹ ਸਿਰਫ ਕੋਵਿਡ-19 ਕਰਕੇ, ਕਿਉਂਕਿ ਸਾਰੀ ਗੈਦਰਿੰਗ ਹੋ ਨਹੀਂ ਸਕਦੀ ਉਹਦੇ ਕਰਕੇ ਇਹ ਚੀਜ਼ ਜਿਹੜੀ ਆ ਇਹ ਪਰਮਿਸ਼ਨ ਦਿੱਤੀ ਜਾ ਰਹੀ ਹੈ? ਦੇਖੋ ਜਿਹੜਾ ਧਰਮ ਹੈ ਨਾ ਜੀ, ਇਹ ਪਰਸਨਲ ਮੈਟਰ ਹੈ, ਕਿਹੜਾ ਬੰਦਾ ਮੰਨਦਾ ਕਿਹੜਾ ਨਹੀਂ ਮੰਨਦਾ ਇਹਨੂੰ। ਤੇ ਜਿਹੜੇ ਪਰਸਨਲ ਮੈਟਰ ਜੀ ਮੇਰੀ ਜੋ ਸੋਚ ਕਹਿੰਦੀ ਹੈਗੀ ਹੈ
ਉਹ ਘਰ ਦੀ ਚਾਰ ਦੀਵਾਰੀ ਦੇ ਕਰੀਬ ਚੰਗੇ ਲੱਗਦੇ ਹੈਗੇ ਆ। ਤੇ ਇਸ ਕਰਕੇ ਹੁਣ ਜੇ ਤੇ ਹੈ ਨਹੀਂ ਵੀ ਜਿਹੜੇ ਜਿੱਥੇ ਕੋਈ ਮੰਦਿਰ ਜਾਂ ਮਸਜਿਦ ਗੁਰਦੁਆਰਾ ਹੈਗੇ ਆ ਉਹਦੇ ਨਾਲ ਦੇ ਸਾਰੇ ਘਰ ਜਿਹੜੇ ਹੈਗੇ ਆ ਉਸੇ ਧਰਮ ਵਾਲੇ ਮੰਨਣ ਵਾਲੇ ਲੋਕਾਂ ਦੇ ਹੈਗੇ ਆ, ਕਿਸੇ ਲਈ ਉਹ ਨੋਇਜ਼ ਪੋਲੂਸ਼ਨ ਵੀ ਹੋਏਗਾ। ਫਿਰ ਉਸ ਬੰਦੇ ਦੇ ਹੱਕ ਕਿੱਥੇ ਗਏ? ਦੇਖੋ ਜੀ, ਮੇਰਾ ਹੱਕ ਉੱਥੋਂ ਤੱਕ ਹੀ ਹੈ ਜਦ ਤੱਕ ਮੈਂ ਦੂਸਰੇ ਦੇ ਹੱਕ ਨੂੰ ਵਾਇਲੇਟ ਨਹੀਂ ਕਰਦਾਗਾ। ਸੋ ਇਹਦੇ ਨਾਲ ਕੀ ਹੈਗਾ, ਦੂਸਰੇ ਦੇ ਹੱਕ ਨੂੰ ਤੁਸੀਂ ਦੂਜੇ ਦੇ ਰਾਈਟ ਨੂੰ ਵਾਇਲੇਟ ਕਰ ਰਹੇ ਹੋ। ਨਹੀਂ, ਪਰ ਤੁਹਾਨੂੰ ਲੱਗਦਾ ਨਹੀਂ ਕਿ ਇਹ ਇੱਕ ਨਵਾਂ ਰਿਵਾਜ ਜਿਹੜਾ ਇਹ ਸਿਟੀ ਨੇ ਸ਼ੁਰੂ ਕੀਤਾ ਅਪ੍ਰੈਲ ਦੇ ਮਹੀਨੇ, ਬੇਸ਼ੱਕ ਕੋਵਿਡ ਕਰਕੇ, ਉਹਦੇ ਕਰਕੇ ਹੁਣ ਇਹਨੂੰ ਰੋਕਣਾ ਮੁਸ਼ਕਿਲ ਹੋ ਜਾਏਗਾ? ਵੀਰ, ਅੱਜ ਦੀ ਟੈਕਨੋਲੋਜੀ ਦੇ ਵਿੱਚ ਸਪੀਕਰ ਲਾਉਣ ਦੀ ਕੋਈ ਲੋੜ ਨਹੀਂ ਗੀ। ਜਿਹਨੇ ਸਬਸਕ੍ਰਾਈਬ ਕਰਨਾ ਵਾ ਉਹ ਆਪਣੇ ਫੋਨ ਮਾਧਿਅਮ ਤੋਂ ਸਬਸਕ੍ਰਾਈਬ ਕਰ ਸਕਦਾ ਵਾ। ਤੁਹਾਡੇ ਫੋਨ ਦੇ ਉੱਪਰ ਅਲਰਟ ਆ ਜਾਏਗਾ, ਤੁਹਾਨੂੰ ਜੋ ਸੁਣਨਾ ਸੁਣੀ ਚੱਲੋ, ਕੋਈ ਕਿਸੇ ਨੂੰ ਬਾਦਰ ਨਹੀਂ ਕਰਦਾਗਾ। ਪਰ ਤੁਸੀਂ ਕਿਸੇ ਹੋਰ ਨੂੰ ਬਾਦਰ ਕਰੋ, ਇਹ ਵੀ ਇੱਥੇ ਅਲਾਉ ਨਹੀਂ ਹੋਣਾ ਚਾਹੀਦਾ। ਦਿਸ ਸਿਸਟਮ ਹੈਜ਼ ਟੂ ਸਟਾਪ, ਕਿਉਂਕਿ ਜਿੱਥੋਂ ਆਪਾਂ ਆਏ ਆ ਨਾ ਜੀ, ਜਿੰਨਾ ਕੁ ਨੋਇਜ਼ ਪੋਲੂਸ਼ਨ ਉੱਥੇ ਹੈਗਾ ਵਾ, ਪੀਪਲ ਡੋਨਟ ਇਵਨ ਬਾਦਰ, ਉਹਨਾਂ ਨੂੰ ਤਾਂ ਲੱਗਦਾ ਨਹੀਂ ਨੋਇਜ਼ ਪੋਲੂਸ਼ਨ ਹੈਗਾ। ਤੁਸੀਂ ਮੈਂ ਜਾਣਦੇ ਉੱਥੇ ਉਹ ਕਈ ਵਾਰ ਕਾਰਾਂ ਦੀ ਪਾਪ ਸੁਣ ਕੇ ਬੰਦਾ ਕਹਿੰਦਾ ਯਾਰ ਵਾਟਸ ਹੈਪਨਿੰਗ ਹੇਅਰ। ਤੇ ਆਪਣੇ ਲਈ ਇੱਥੇ ਕੋਈ ਹਾਰ ਵੱਜਦਾ ਹੋਵੇ, ਆਪਾਂ ਨੂੰ ਹੁੰਦਾ ਵੀ ਕੀ ਗਲਤੀ ਕੀ ਹੋਈ ਮੇਰੇ ਕੋਲੋਂ, ਸਭ ਕੁਝ ਠੀਕ ਠਾਕ ਹੈ। ਨਹੀਂ, ਪਰ ਸਵਾਲ ਇੱਥੇ ਜਿਹੜਾ ਆ ਉਹ ਇੱਕ ਨਵਾਂ ਆ ਸਵਾਲ। ਇੱਥੇ ਜਿਹੜਾ ਹੈਗਾ ਇੱਕ ਜਿਹੜਾ ਬੇਸਿਕ ਕੁਐਸਚਨ ਇਹ ਹੈਗਾ ਕਿ ਲਾਸਟ ਵਿੱਚ ਸਿਟੀ ਕਾਉਂਸਲ ਨੇ ਤੇ ਇਹ ਪਰਮਿਸ਼ਨ ਦੇਤੀ ਹੈ। ਹਾਂਜੀ, ਠੀਕ ਹੈ। ਔਰ ਜਿਹੜੀ ਪਰਮਿਸ਼ਨ ਉਹਨਾਂ ਦੇਤੀ ਹੈ, ਕੀ ਇਹ ਸਿਰਫ ਕੋਵਿਡ-19 ਤੱਕ ਰੁਕੇਗੀ ਜਾਂ ਇਹ ਤੁਹਾਨੂੰ ਲੱਗਦਾ ਕਿ ਕੱਲ ਨੂੰ ਇਹ ਰਿਲੀਜੀਅਸ ਡਿਵੀਜ਼ਨ ਜਿਹੜੀ ਆ ਇਹ ਹੋਰ ਵੱਧ ਜੂਗੀ? ਇਹ ਵਧੇਗੀ ਜੀ, ਇਹ ਵਧੇਗੀ। ਇਟ ਹੈਜ਼ ਟੂ ਬੀ ਸਟਾਪਡ ਰਾਈਟ ਹੀਅਰ। ਤੇ ਨਹੀਂ ਤਾਂ ਵਧੇਗੀ ਇਹ, ਕਿਉਂਕਿ ਕੱਲ ਨੂੰ ਹੋਰ ਧਰਮਾਂ 'ਚ ਹੋਰ ਫੇਸ ਨੇ ਵੀ ਆਪਦੇ ਲਈ ਕਹਿਣਾ ਜੀ। ਤੇ ਇਸ ਕਰਕੇ ਆਈ ਥਿੰਕ ਇਟ ਸ਼ੁੱਡ ਸਟਾਪ ਹੀਅਰ। ਇਟ ਹੈਪਨਡ ਵਨਸ। ਹੁਣ ਕੋਵਿਡ ਪਹਿਲਾਂ ਜਦੋਂ ਹੋਇਆ ਸੀ ਇੰਨਾ ਕਾਫੀ ਸਖਤ ਸੀਗਾ, ਹੁਣ ਕਾਫੀ ਓਪਨਿੰਗ ਹੋ ਚੁੱਕੀ ਹੈ। ਦੂਜੀ ਗੱਲ ਹੈ, ਲੈਟਸ ਨਾਟ ਗੋ ਐਨੀ ਫਰਦਰ। ਜਿੱਥੇ ਤੋਂ ਜਾ ਚੁੱਕੇ ਆ ਨਾ, ਹੁਣ ਉੱਥੇ ਵਾਪਸ ਜਾਣਾ ਸੌਖਾ ਵਾ, ਉਦੋਂ ਗਾਹ ਚਲੇ ਗਏ, ਹੋਰ ਗਾਹ ਜਾਣਾ ਪੈਣਾ ਜੀ। ਨਾ, ਪਰ ਮੈਂ ਵੇਖੋ ਇੱਥੇ ਤੁਹਾਨੂੰ ਇਹ ਵੀ ਸਾਨੂੰ ਸੋਚਣ ਦੀ ਲੋੜ ਹੈਗੀ ਆ ਕਿ ਅਜੇ ਵੀ ਅਸੀਂ ਸਟੇਜ 3 ਦੀ ਰਿਸਟ੍ਰਿਕਸ਼ਨਸ ਉੱਤੇ ਹੈਗੇ ਆ। ਠੀਕ ਹੈ ਜੀ। ਤੇ ਜੇ ਅਸੀਂ ਅੱਜ ਕੋਈ ਵੀ ਕਾਉਂਸਲ ਜਿਹੜੀ ਆ, ਹੁਣ ਵੀ ਪ੍ਰੈਸ਼ਰ ਉਹਨਾਂ ਉੱਤੇ ਇਹੀ ਸੀਗਾ ਕਿ ਜੇ ਉਹ ਹੁਣ ਰੋਕਦੇ ਆ, ਠੀਕ ਹੈ, ਤੇ ਉਹ ਫੇਰ ਕਿਹਨੂੰ ਅਲਾਉ ਕਰਨਗੇ? ਕਿਉਂਕਿ ਇਹ ਚੀਜ਼ ਜਿਹੜੀ ਆ ਇੱਕ ਇਸ਼ੂ ਆ ਜਾਣਾ। ਸੋ ਮੈਂ ਇੱਥੇ ਹੀ ਜਿਹੜਾ ਇਸ ਚੀਜ਼ ਨੂੰ ਮੁੱਦੇ ਨੂੰ ਛੱਡਦਾ ਆ, ਕਿਉਂਕਿ ਸਾਨੂੰ ਸੋਚਣ ਦੀ ਲੋੜ ਆ ਕਿ ਕੀ ਇਹ ਕੱਲ ਨੂੰ ਰਿਲੀਜੀਅਸ ਡਿਵੀਜ਼ਨ ਦਾ ਕਾਰਨ ਬਣ ਸਕਦਾ ਕਿ ਨਹੀਂ। ਬਿਲਕੁਲ ਬਣੇਗਾ ਜੀ। ਦੇਖੋ, ਤੁਸੀਂ ਜਿਨ੍ਹਾਂ ਸਰੋਤਿਆਂ ਨੇ ਸਾਡੇ ਨਾਲ ਫੇਸਬੁੱਕ ਲਾਈਵ ਤੇ ਸਾਥ ਦਿੱਤਾ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਨੇ ਕਾਲਸ ਕੀਤੀਆਂ, ਖਾਸ ਤੌਰ ਤੇ ਇਨਫੈਕਟ ਅੱਜ ਸਾਨੂੰ ਕਹਿੰਦੇ ਪਾਣੀ ਪੀਣ ਦਾ ਟਾਈਮ ਨਹੀਂ ਮਿਲਿਆ, ਬ੍ਰੇਕ ਲੈਣ ਦਾ ਟਾਈਮ ਨਹੀਂ ਮਿਲਿਆ, ਔਰ ਬਹੁਤ ਮਜ਼ਾ ਆਇਆ। ਔਰ ਇਹ ਮੁੱਦੇ ਜਿਹੜੇ ਆ ਸਾਨੂੰ ਜ਼ਰੂਰ ਡਿਸਕਸ ਕਰਦੇ ਰਹਿਣੇ ਚਾਹੀਦੇ ਆ। ਤੁਸੀਂ ਇਸੇ ਤਰ੍ਹਾਂ ਅਗਲੇ ਸੰਡੇ ਇੱਕ ਹੋਰ ਨਵੇਂ ਮੁੱਦੇ ਦੇ ਨਾਲ ਮੇਰੇ ਨਾਲ ਜੁੜ ਸਕਦੇ ਹੋ। ਔਰ ਅਗਲੇ ਸੰਡੇ ਦਾ ਜਿਹੜਾ ਸਾਡਾ ਬੇਸਿਕ ਮੁੱਦਾ ਹੋਏਗਾ ਉਹ ਇਹ ਹੋਏਗਾ ਕਿ ਕੀ ਇਹ ਇਸ਼ੂ ਜਿਹੜੇ ਚੱਲ ਰਹੇ ਨੇ, ਚਾਹੇ ਉਹ ਸਪੀਕਰ ਦਾ ਹੈ ਕੋਈ ਵੀ ਆ, ਕੀ ਇਹ ਸਾਡੇ ਭਾਈਚਾਰੇ ਦੇ ਵਿੱਚ ਰਿਲੀਜੀਅਸ ਤਰੀਕੇ ਨਾਲ ਪਾੜ ਜਿਹੜੀ ਹੈ ਸਾਡੀ ਵਧੀ ਜਾ ਰਹੀ ਹੈ, ਸਾਡੇ ਰਿਲੀਜੀਅਸ ਡਿਵੀਜ਼ਨ ਵੱਧ ਰਹੀਆਂ ਨੇ ਜਾਂ ਘਟ ਰਹੀਆਂ ਨੇ, ਕੀ ਇਹਦੇ ਵਿੱਚ ਸਾਡੇ ਸਿਟੀ ਔਰ ਗਵਰਨਮੈਂਟਸ ਜਿਹੜੀਆਂ ਨੇ ਉਹ ਰਿਸਪੌਂਸਿਬਲ ਨੇ। ਅਗਲੇ ਐਤਵਾਰ ਤੁਹਾਡੇ ਨਾਲ ਇਸੇ ਟਾਈਮ ਦੁਬਾਰਾ ਜੁੜਾਂਗਾ, ਰੇਡੀਓ ਜ਼ਿੰਦਾਬਾਦ 1 ਵਜੇ ਅਗਲੇ ਸੰਡੇ। ਤਦ ਤੱਕ ਲਈ ਜ਼ਿੰਦਾਬਾਦ, ਆਬਾਦ ਰਹੋ।